जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पगतार। भुजंग प्रयात छंद नमो चंडका मंडका सर्ब लोका। प्रसिद्धे सदा दास तेरी अशोका। हते दैंत बृंदंग रख्यो बज्जर पानी। करो ग्रंथ पूरन नमो बाख बानी। वाहिगुरु जी का खालसा वाहिगुरु जी की फतेह। भुजंग प्रयात छंद नमो चंडका मंडका सर्ब लोका। श्री नानक प्रकाश ग्रंथ ਉਤਰਾਰਧ ਧਿਆਏ 21ਵਾਂ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। नमो चंडका मंडका सर्ब लोका। हे परमेश्वर तेरी जो शक्ति है चंडका जो मंडका जो तेज शक्ति है तेजस रूप है जो ਸਾਰੇ ਸੰਸਾਰ ਨੂੰ ਤੇ ਲੋਕਾਂ ਨੂੰ ਬਣਾਉਣ ਵਾਲੀ ਹੈ ਪਾਲਣ ਵਾਲੀ ਹੈ। ਪਾਤਸ਼ਾਹ ਉਹੀ ਸ਼ਕਤੀ ਜੋ ਮੰਡਕਾ ਜੋ ਨਾਸ ਕਰਨ ਵਾਲੀ ਵੀ ਹੈ ਉਸ ਨੂੰ ਸਾਡੀ ਨਮਸਕਾਰ ਹੈ। ਪ੍ਰਸਿੱਧੇ ਸਦਾ ਦਾਸ ਤੇ ਦੇਤੀ ਅਸ਼ੋਕਾ। ਪਾਤਸ਼ਾਹ ਜੀ ਆਪ ਜੀ ਦੀ ਸ਼ਕਤੀ ਉਹਨਾਂ 'ਤੇ ਜਾਂ ਇਹ ਮਾਇਆ ਰੂਪ ਜੋ ਆਪ ਜੀ ਨੇ ਪ੍ਰਸਿੱਧੀ ਖੁਸ਼ੀ ਨਾਲ ਪ੍ਰਗਟ ਕੀਤੀ ਹੈ ਇਸ ਸੰਸਾਰ ਦੇ ਕਾਰਜਾਂ ਨੂੰ ਬੁਕਰਾਉਣ ਵਾਸਤੇ। ਹੇ ਪਾਤਸ਼ਾਹ ਜਿਹਦੇ ਉੱਤੇ ਆਪ ਜੀ ਪ੍ਰਸਿੱਧ ਹੋ ਖੁਸ਼ ਹੁੰਦੇ ਹੋ ਪਾਤਸ਼ਾਹ ਜੀ ਜਿਹਦੇ ਹਿਰਦੇ ਵਿੱਚ ਆਪ ਜੀ ਵਸਦੇ ਹੋ ਉਹਨਾਂ ਦਾਸਾਂ ਦੇ ਸਾਰੇ ਹੀ ਦੁੱਖ ਕਲੇਸ਼ ਆਪ ਜੀ ਨਾਸ ਕਰਦੇ ਹੋ। ਅਤੇ ਦੈਂਤ ਬ੍ਰਿੰਦੰਗ ਰੱਖਿਓ ਬੱਜਰ ਪਾਨੀ। ਹੇ ਪਾਤਸ਼ਾਹ ਉਹ ਆਪ ਜੀ ਦੀ ਹੀ ਸ਼ਕਤੀ ਹੈ ਜੋ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨੇ ਵੀ ਇਹ ਜਿਹੜੇ ਹਨ ਵਿਕਾਰ ਦੈਂਤਾਂ ਵੱਤ ਹਨ ਉਹਨਾਂ ਦਾ ਨਾਸ ਕਰਨ ਵਾਲੇ ਹਨ। ਪਾਤਸ਼ਾਹ ਜੀ ਆਪ ਜੀ ਦੀ ਉਹ ਪ੍ਰਤੱਖ ਸ਼ਕਤੀ ਹੈ ਜਿਹੜੀ ਕਿ ਇੰਦਰ ਜੋ ਸਵਰਗਾਂ ਦਾ ਰਾਜਾ ਮੰਨਿਆ ਹੈ ਉਹਦੀ ਵੀ ਰੱਖਿਆ ਕਰਨ ਵਾਲੀ ਆਪ ਜੀ ਦੀ ਇਹ ਸ਼ਕਤੀ ਹੈ। ਕਰੋ ਗ੍ਰੰਥ ਪੂਰੰ ਨਮੋ ਬਾਕ ਬਾਨੀ। ਇਸ ਪ੍ਰਕਾਰ ਕਰਕੇ ਕਵੀ ਸੰਤੋਖ ਸਿੰਘ ਜੀ ਅਰਦਾਸ ਬੇਨਤੀ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ ਪਰਮੇਸ਼ਰ ਜਿਸ ਤਰ੍ਹਾਂ ਆਪ ਜੀ ਦੀ ਸ਼ਕਤੀ ਨੇ ਸਾਰੇ ਸੰਸਾਰ ਨੂੰ ਸਾਜਿਆ ਹੈ ਤੇ ਇਹ ਸੰਸਾਰ ਦੀ ਕਲਿਆਣ ਵਾਸਤੇ ਆਪ ਜੀ ਆਪ ਗੁਰੂ ਨਾਨਕ ਰੂਪ ਧਾਰਨ ਕਰਕੇ ਸੰਸਾਰ ਵਿੱਚ ਵਿਚਰ ਕੇ ਇਹ ਸੱਚਾ ਪ੍ਰਚਾਰ ਆਪ ਜੀ ਨੇ ਕੀਤਾ ਹੈ ਤੇ ਬਾਣੀ ਰੂਪ ਹੋ ਕੇ ਅੱਜ ਵੀ ਪ੍ਰਗਟ ਰੂਪ ਵਿੱਚ ਹੋ। ਸਾਡੇ ਇਹ ਬੇਨਤੀ ਹੈ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਵਸ ਕਰਕੇ ਸਾਨੂੰ ਵੀ ਇਹ ਜਿਹੜੀ ਸਮਰੱਥਾ ਦਿਓ ਕਿ ਇਹ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਬਖਸ਼ਿਸ਼ ਕਰੋ ਤੇ ਸਾਡੇ ਜਿਹੜੇ ਹਨ ਲਫ਼ਜ਼ਾਂ ਦੇ ਵਿੱਚ ਜਾਂ ਲਿਖਤੀ ਸ਼ਬਦਾਂ ਦੇ ਵਿੱਚ ਆਪ ਜੀ ਆਪਣੀ ਸ਼ਕਤੀ ਨੂੰ ਜਿਹੜਾ ਹੈ ਪੌਣਾ ਕਰੋ ਜਿਹਨੂੰ ਪੜ੍ਹ ਕਰਕੇ ਆਪ ਜੀ ਦੇ ਚਰਨਾਂ ਨਾਲ ਸੰਗਤਾਂ ਜੁੜ ਸਕਣ। ਸ੍ਰੀ ਬਾਲਾ ਸੰਦਰਵਾਚ ਚੌਪਈ ਸ੍ਰੀ ਅੰਗਦ ਸੁਨ ਕਥਾ ਮਹਾਨੀ। ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਕਿ ਪਾਤਸ਼ਾਹ ਤੇ ਜੋ ਕਥਾ ਹੈ ਆਪ ਜੀ ਹੁਣ ਜੋ ਮਹਾਨ ਕਥਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ ਆਪ ਜੀ ਸਰਵਣ ਕਰੋ। ਤਹ ਤੇ ਗਮਨ ਕੀਨ ਗੁਣ ਖਾਨੀ। ਪਾਤਸ਼ਾਹ ਜੀ ਹੁਣ ਉੱਥੋਂ ਜਿੱਥੇ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸੁਣਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਣਾਂ ਦੀ ਖਾਣ ਉੱਥੋਂ ਚੱਲ ਕੇ ਹੁਣ ਅੱਗੇ ਚੱਲੇ ਹਨ। ਦਿੱਲੀ ਨਗਰ ਵਿਸਾਲ ਬਸੇਰਾ। ਪਾਤਸ਼ਾਹ ਜੀ ਉਹ ਜੰਬੂ ਦੀਪ ਸਿੱਧਾਂ ਨੂੰ ਜਿਹੜਾ ਹੈ ਸਿੱਧੇ ਰਸਤੇ ਪਾ ਕਰਕੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇ ਕਰਕੇ ਸਤਿਗੁਰੂ ਜੀ ਹੁਣ ਦਿੱਲੀ ਜੋ ਅੱਜ ਵੀ ਆਪਾਂ ਜਾਣਦੇ ਹਾਂ ਇੰਡੀਆ ਦੀ ਕੈਪੀਟਲ ਸਿਟੀ ਹੈ ਦਿੱਲੀ ਉਸ ਨਗਰ ਵਿੱਚ ਜੋ ਵੱਡਾ ਨਗਰ ਹੈ ਵੱਡਾ ਵਸੇਰਾ ਪੋਪੂਲੇਸ਼ਨ ਜਿਹਦੇ ਵਿੱਚ ਬਹੁਤ ਜ਼ਿਆਦਾ ਹੈ ਉੱਥੇ ਪਹੁੰਚੇ ਸਤਿਗੁਰੂ ਜੀ। ਉਪਬਨ ਵਿਖੇ ਆਣ ਕੇ ਡੇਰਾ। ਪਾਤਸ਼ਾਹ ਜੀ ਨੇ ਇੱਕ ਸੁੰਦਰ ਬਾਗ ਉੱਥੇ ਦੇਖ ਕਰਕੇ ਜਮਨਾ ਦੇ ਕਿਨਾਰੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਕੀਤਾ। ਗਾਵਨ ਲਗਾ ਸ਼ਬਦ ਮਰਦਾਨਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਭਾਈ ਮਰਦਾਨੇ ਨੇ ਰਬਾਬ ਛੇੜੀ ਤੇ ਕੀਰਤਨ ਕੀਤਾ। ਸੁਨਹਿ ਪ੍ਰੇਮ ਮਹਿ ਮਗਨ ਮਹਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ
ਉਸ ਪਰਮੇਸ਼ਰ ਦੇ ਪ੍ਰੇਮ ਵਿੱਚ ਲੀਨ ਹੋ ਗਏ। ਜਦੋਂ ਸ਼ਬਦ ਨੂੰ ਸਰਵਣ ਕੀਤਾ ਤੇ ਉਸੇ ਆਨੰਦ ਵਿੱਚ ਮਗਨ ਹੋ ਗਏ। ਰਚਰ ਰਾਗ ਕਰਕੇ ਯੁਤ ਪ੍ਰੀਤੇ। ਕਿਉਂਕਿ ਮਰਦਾਨੇ ਨੇ ਬੜੇ ਸੁੰਦਰ ਰਾਗ ਦੇ ਵਿੱਚ, ਢੁਕਵੇਂ ਰਾਗ ਦੇ ਵਿੱਚ, ਸਮੇਂ ਸਰ ਜਿਹੜਾ ਰਾਗ ਸੀਗਾ ਉਸ ਦੇ ਵਿੱਚ ਉਸੇ ਸ਼ਬਦ ਨੂੰ ਉਸੇ ਰਾਗ ਵਿੱਚ ਗਾਉਣਾ ਕੀਤਾ ਤੇ ਵੱਡੀ ਗੱਲ ਹੈ ਬੜੀ ਪ੍ਰੀਤ ਨਾਲ, ਬੜੇ ਪ੍ਰੇਮ ਨਾਲ ਉਹ ਸ਼ਬਦ ਨੂੰ ਗਾਵਿਆ। ਤੂਸਨ ਬਹੁਰ ਮਹੂਰਤ ਬੀਤੇ। ਤੂਸ਼ਨ ਬਹੁਰ ਸ਼ਬਦ ਦੀ ਜੋ ਰਟਨ ਹੈ, ਜੋ ਸ਼ਬਦ ਨੂੰ ਗਾਉਣਾ ਕੀਤਾ ਭਾਈ ਮਰਦਾਨੇ ਨੇ, ਜਦੋਂ ਸ਼ਬਦ ਦੀ ਸਮਾਪਤੀ ਹੋਈ ਐਸੀ ਲਿਵ ਜੁੜੀ ਰਹੀ ਕਿ 2 ਘੜੀਆਂ ਤੱਕ ਸਤਿਗੁਰੂ ਜੀ ਆਪਣੇ ਧਿਆਨ ਵਿੱਚ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਆਪਣੇ ਧਿਆਨ ਵਿੱਚ ਜੁੜੇ ਰਹੇ। 2 ਘੜੀਆਂ ਦਾ ਸਮਾਂ ਜਿਹੜਾ ਹੈ ਤਕਰੀਬਨ 48 ਮਿੰਟਸ ਬਣਦਾ ਹੈ। ਪਾਤ ਸਾਹੇ ਕੋ ਕੁੰਚਰ ਭਾਰੀ। ਉਸ ਵੇਲੇ ਉਸੇ ਹੀ ਅਸਥਾਨ ਤੇ ਉਸ ਹੀ ਬਾਗ ਦੇ ਵਿੱਚ ਇੱਕ ਪਾਤਸ਼ਾਹ, ਉਹ ਦਿੱਲੀ ਦੇ ਰਾਜੇ ਦਾ ਹਾਥੀ ਜੋ ਭਾਰਾ ਸੀ ਵੱਡਾ, ਮ੍ਰਿਤਕ ਹੁਤੋ ਤੇ ਬਾਗ ਮਝਾਰੀ। ਉਸ ਹਾਥੀ ਦੀ ਮੌਤ ਹੋ ਗਈ ਉਸੇ ਬਾਗ ਵਿੱਚ। ਉਹ ਜਿਹੜਾ ਹੈ ਮਰ ਕਰਕੇ ਡਿੱਗ ਪਿਆ ਉਸ ਬਾਗ ਦੇ ਵਿੱਚ। ਰੋਏ ਮਹਾਵਤ ਊਚ ਪੁਕਾਰਤ। ਉਹ ਮਹਾਵਤ ਜੋ ਕਿ ਉਹ ਹਾਥੀ ਨੂੰ ਚਲਾਉਣ ਵਾਲਾ ਹੈ, ਜੋ ਹਾਥੀ ਦੀ ਰਾਈਟ ਕਰਨ ਵਾਲਾ ਹੈ, ਜੋ ਹਾਥੀ ਦੀ ਸੰਭਾਲ ਕਰਨ ਵਾਲਾ ਹੈ, ਜਿਹਨੂੰ ਰਾਜੇ ਨੇ ਰੱਖਿਆ ਹੋਇਆ ਸੀ ਉਹ ਹਾਥੀ ਦੀ ਦੇਖਭਾਲ ਕਰਨ ਵਾਸਤੇ, ਉਹ ਮਹਾਵਤ ਜਿਹੜਾ ਸੀ ਉਹ ਰੋਣ ਲੱਗ ਪਿਆ। ਤੇ ਰੋਇਆ ਵੀ ਕਹਿੰਦੇ ਉੱਚੀ ਉੱਚੀ, ਉਹ ਧਾਹਾਂ ਮਾਰ ਕੇ ਰੋਇਆ ਤੇ ਪੁਕਾਰਦਾ ਹੈ ਕਿ ਹੇ ਹਾਥੀ ਤੂੰ ਜਿਉਂਦਾ ਹੋ ਜਾ, ਤੂੰ ਮਰ ਕਿਉਂ ਗਿਆ? ਹੇਤ ਜੀਵ ਕਾ ਦੁਖ ਮਹਿ ਆਰਤ। ਉਹ ਦੁਖੀ ਕਿਉਂ ਹੈ? ਕਿਉਂਕਿ ਮਹਾਵਤ ਦੀ ਜੋ ਕਿ ਰੋਜੀ ਪਾਣੀ ਹੈ, ਜੋ ਉਸ ਦੀ ਲਿਵਿੰਗ ਹੈ, ਜੋ ਉਸ ਦੀ ਇਨਕਮ ਹੈ, ਉਸਦੇ ਦੀ ਤਨਖਾਹ ਰਾਜਾ ਉਸਨੂੰ ਉਹ ਹਾਥੀ ਦੀ ਸੰਭਾਲ ਕਰਕੇ ਹੀ ਦਿੰਦਾ ਸੀ। ਤੇ ਖਾਸ ਕਰਕੇ ਉਸੇ ਹੀ ਹਾਥੀ ਦੀ ਸੰਭਾਲ, ਇੱਕੋ ਇੱਕ ਹਾਥੀ ਦੀ ਸੰਭਾਲ ਕਰਦਾ ਸੀ। ਤੋ ਉਹਦੀ ਜੀਵਕਾ ਜਿਹੜੀ ਸੀ, ਉਹਦਾ ਐਮਪਲੋਇਮੈਂਟ ਜਿਹੜਾ ਸੀ ਰਾਜੇ ਨਾਲ, ਸਿਰਫ ਉਹ ਹਾਥੀ ਦੀ ਸੰਭਾਲ ਵਾਸਤੇ ਸੀ। ਇਸ ਕਰਕੇ ਜਦੋਂ ਹਾਥੀ ਮਰਿਆ ਤਾਂ ਮਹਾਵਤ ਬੜਾ ਦੁਖੀ ਹੋਇਆ। ਹਾਥੀ ਕਹਿਣ ਲੱਗਾ ਮੈਂ ਤਾਂ ਗਿਆ, ਹੁਣ ਮੇਰੀ ਨੌਕਰੀ ਵੀ ਗਈ। ਹੁਣ ਦੀਨ ਭਏ ਬਿਰਲਾਪਤ ਐਸੇ। ਦੀਨ ਭਏ, ਬੜਾ ਹੀ ਦੁਖੀ ਹੋ ਕੇ ਦੀਨ ਸਾਰੀਆਂ ਆਸਾਂ ਨੂੰ ਛੱਡ ਕਰਕੇ ਬਿਰਲਾਪਤ ਕਰਨ ਲੱਗਿਆ, ਰੋਣ ਲੱਗਿਆ। ਕਿਰਪਨ ਦਰਬ ਜਾਏ ਕਿਤੇ ਜੈਸੇ। ਦੇਖੋ ਇੰਨਾ ਉਹ ਦੁਖੀ ਹੈ ਜਿਵੇਂ ਕੋਈ ਕੰਜੂਸ ਦਾ ਧਨ ਖੁੱਸ ਜਾਵੇ, ਗਵਾਚ ਜਾਵੇ। ਜੇ ਕੋਈ ਜਿਹੜਾ ਹੈ ਕੰਜੂਸ ਦਾ ਜੋ ਧਨ ਨੂੰ ਚੁਰਾ ਲਵੇ ਤਾਂ ਉਹ ਕੰਜੂਸ ਦੀ ਜਿਹੜੀ ਹਾਲਾਤ ਹੁੰਦੀ ਹੈ ਬੜੀ ਭੈੜੀ ਹੁੰਦੀ ਹੈ, ਕਿਉਂਕਿ ਕੰਜੂਸ ਵਾਸਤੇ ਉਹਦਾ ਧਨ ਹੀ ਸਭ ਕੁਝ ਹੁੰਦਾ ਹੈ। ਤੇ ਇਹ ਵੀ ਮਹਾਵਤ ਉਸੇ ਪ੍ਰਕਾਰ ਬੜਾ ਦੁਖੀ ਹੋ ਕੇ ਰੋਂਦਾ ਹੈ। ਅਵਲੋਕਿਓ ਜਬ ਹੀ ਤਿਨ ਤਾਈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਮੇਰਾ ਭਰੀ ਨਿਗਾਹ ਉਸ ਮਹਾਵਤ ਤੇ ਗਈ, ਸਤਿਗੁਰਾਂ ਦਾ ਧਿਆਨ ਉਸਦੇ ਰੋਣ ਵਿੱਚ ਸੁਣਨ ਕਰਕੇ ਸਤਿਗੁਰਾਂ ਦਾ ਜੋ ਕਿ ਬ੍ਰਿਤੀ ਉਸ ਮਹਾਵਤ ਵੱਲ ਗਈ। ਕਰੁਣਾ ਨਿਧ ਔਰ ਕਰੁਣਾ ਛਾਈ। ਕਰੁਣਾ ਨਿਧ ਜੋ ਕਿਰਪਾ ਦੇ ਖਜ਼ਾਨੇ ਹਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਤਰਸ ਆਇਆ ਉਸ ਵੇਲੇ। ਬੂਝਣ ਲਗੇ ਕੌਣ ਦੁਖ ਭਾਰੀ। ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪੁੱਛਣ ਲੱਗੇ ਕਿ ਇਹ ਕੌਣ ਹੈ ਜੋ ਬੜਾ ਭਾਰੀ ਦੁਖੀ ਹੈ, ਜੋ ਬਹੁਤ ਜ਼ਿਆਦਾ ਦੁਖੀ ਹੈ। ਜਿਸ ਤੇ ਤੁਮ ਰੋਵ ਹੋ ਧ੍ਰਿਤਹਾਰੀ। ਕਹਿੰਦੇ ਵੀ ਉਹ ਪੁੱਛਿਆ ਉਹ ਮਹਾਵਤ ਨੂੰ, ਜਿਸ ਕਰਕੇ ਤੂੰ ਰੋ ਰਿਹਾ ਹੈ, ਧਾਹਾਂ ਮਾਰ ਮਾਰ ਕੇ ਤੂੰ ਰੋ ਰਿਹਾ ਹਾਂ, ਜਿਵੇਂ ਕਿਤੇ ਤੂੰ ਸਭ ਕੁਝ ਤੇਰਾ ਗਵਾਚ ਗਿਆ ਹੁੰਦਾ ਹੈ, ਸਭ ਕੁਝ ਤੇਰਾ ਨਾਸ ਹੋ ਗਿਆ ਹੋਵੇ। ਤੂੰ ਇਸ ਤਰ੍ਹਾਂ ਕਰਕੇ ਜਿਵੇਂ ਤੂੰ ਧਾਹਾਂ ਮਾਰ ਕੇ ਰੋ ਰਿਹਾ ਹਾਂ। ਕਿਨ ਮਾਰੇ ਕਹਿ ਖੋਸਨ ਕੀਨੇ। ਦੇਖੋ ਕਿਨ ਮਾਰੇ, ਤੈਨੂੰ ਕਿਨੇ ਮਾਰਿਆ ਹੈ, ਜਾਂ ਕਿ ਤੇਰੇ ਤੋਂ ਕੀ ਕੋਈ ਖੋ ਕੇ ਲੈ ਗਿਆ ਹੈ, ਕੀ ਤੇਰੇ ਤੋਂ ਕੋਈ ਸਨੈਚ ਕਰਕੇ ਲੈ ਗਿਆ ਹੈ, ਜਿਸ ਕਰਕੇ ਤੂੰ ਇੰਨਾ ਦੁਖੀ ਹੈ। ਨਿਜ ਕਰਮਨ ਗਤ ਲੇਹੋ ਨਾ ਚੀਨੇ। ਨਿਜ ਕਰਮਨ ਗਤ ਕਹਿਣ ਲੱਗੇ ਹੇ ਮਹਾਵਤ, ਨਿਜ ਕਰਮਨ ਕਹਿਣ ਲੱਗੇ ਪਰਮੇਸ਼ਰ ਸਾਰਿਆਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ, ਪ੍ਰਾਲਬੱਧ ਕਰਮਾਂ ਅਨੁਸਾਰ ਹੀ ਦਿੰਦਾ ਹੈ ਤੇ ਲੈਂਦਾ ਹੈ। ਇਸ ਕਰਕੇ ਗਤ ਲੇਹੋ ਨਾ ਚੀਨੇ, ਤੂੰ ਇਹ ਗਤੀ ਨੂੰ ਨਹੀਂ ਜਾਣਿਆ ਕਿ ਸਾਰਾ ਕਰਮਾਂ ਦਾ ਹੀ ਮਿਲਿਆ ਤੇ ਗਵਾਚਣਾ ਇਹ ਸਾਰਾ ਕਰਮਾਂ ਦੇ ਕਰਕੇ ਹੁੰਦਾ ਹੈ। ਇਹ ਪ੍ਰਾਪਤੀਆਂ ਸਾਰੀਆਂ ਕਰਮ ਕਰਕੇ ਹੁੰਦੀਆਂ ਨੇ।
ਸੋ ਇਸ ਕਰਕੇ ਤੈਨੂੰ ਦੁਖੀ ਹੋਣ ਦੀ ਲੋੜ ਨਹੀਂ ਅਸਲ ਵਿੱਚ, ਕਿਉਂਕਿ ਤੂੰ ਅੱਜ ਦੁਖੀ ਇਸ ਕਰਕੇ ਹੈ ਕਿ ਤੂੰ ਪ੍ਰਾਲਬੱਧ ਕਰਮਾਂ ਨੂੰ ਹਜੇ ਸਮਝਿਆ ਹੀ ਨਹੀਂ ਵੀ ਪਰਮੇਸ਼ਰ ਹੀ ਦੰਦਾ ਹੈ ਤੇ ਉਹੀ ਲੈਂਦਾ ਹੈ। ਸੰਤ ਸਰੂਪ ਜਾਨ ਮਨ ਸੋਊ। ਕਹਿਣਗੇ ਸੰਤ ਸਰੂਪ, ਕਹਿੰਦੇ ਇਹ ਸੰਤ ਸਰੂਪ ਉਹਨਾਂ ਨੇ ਜਾਣਨਾ ਕੀਤਾ। ਜੋ ਮਹਾਵਤ ਨੇ ਐਸੀ ਬਚਨ ਸਤਿਗੁਰਾਂ ਦੇ ਸੁਣੇ, ਉਹਨੇ ਆਪਣੇ ਮਨ ਵਿੱਚ ਜਾਣਿਆ ਕਿ ਇਹ ਕੋਈ ਸੰਤ ਸਰੂਪ ਹੈ। ਕਹਿੰਦੇ ਵੀ ਕੋਈ ਸੰਤ ਮਹਾਪੁਰਸ਼ ਹਨ ਗੁਰੂ ਨਾਨਕ ਸਾਹਿਬ ਜੀ। ਬੰਧਨ ਕਰੀ ਬੰਦ ਕਰ ਦੋ। ਉਹ ਮਹਾਵਤ ਦੁਖੀ ਹੋਇਆ ਰੋਂਦਿਆਂ ਹੋਇਆ ਵਿਲਾਪ ਕਰਦਾ ਹੋਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆ ਗਿਆ। ਆ ਕਰਕੇ ਹੱਥ ਜੋੜ ਕੇ ਮੱਥਾ ਟੇਕਿਆ ਬੜੇ ਪ੍ਰੇਮ ਨਾਲ। ਬੇਨਤੀ ਉਸਤਤ ਕੇ ਮਦ ਸਾਨੀ। ਕਹਿਣਗੇ ਬੇਨਤੀ ਤੇ ਉਸਤਤ ਵਿੱਚ ਮਿਲੀ ਹੋਈ ਬਾਣੀ ਜਿਹੜੀ ਹੈ, ਉਹਨੇ ਬੇਨਤੀ ਵੀ ਕਰ ਰਿਹਾ ਹੈ ਤੇ ਸਤਿਗੁਰਾਂ ਦੀ ਉਸਤਤ ਪ੍ਰੇਸ ਵੀ ਕਰ ਰਿਹਾ ਹੈ। ਤੇ ਇਸ ਪ੍ਰਕਾਰ ਕਰਕੇ ਐਸੇ ਬਚਨ ਜਿਹੜੇ ਹਨ ਉਹਨੇ ਕੀਤੇ ਮਹਾਵਤ ਨੇ। ਬੋਲੇ ਅਤ ਸਹਿ ਆਤੁਰ ਬਾਣੀ। ਦੇਖੋ ਬੋਲੇ ਅਤਸ਼ੈ, ਬਹੁਤ ਸਾਰੀ ਦੁਖੀ ਜਿਹੜਾ ਹਨ ਟਿਊਨ ਦੇ ਵਿੱਚ, ਬੜੀ ਦੁਖੀ ਟਿਊਨ ਦੇ ਵਿੱਚ ਉਹ ਬੋਲਿਆ ਗੁਰੂ ਨਾਨਕ ਸਾਹਿਬ ਜੀ ਨਾਲ। ਬੇਨਤੀ ਜਦੋਂ ਉਹ ਕਰ ਰਿਹਾ ਹੈ, ਉਹਦੀ ਆਵਾਜ਼ ਜਿਹੜੀ ਹੈ ਵਿੱਚ ਰੋਣ ਦੀ ਆਵਾਜ਼ ਮਿਲੀ ਹੋਈ ਹੈ। ਦੋਹਰਾ ਸੁਨਹੋ ਬ੍ਰਿਥਾ ਦਰਵੇਸ਼ ਜੀ ਕੁੰਚਰ ਹੁਤੋ ਮਹਾਨ। ਮਹਾਵਤ ਕਹਿਣ ਲੱਗਾ, ਹੇ ਸੰਤ ਜੀ, ਹੇ ਦਰਵੇਸ਼। ਦਰਵੇਸ਼ ਸ਼ਬਦ ਵਰਤਿਆ ਜਾਂਦਾ ਹੈ ਜੋ ਪਰਮੇਸ਼ਰ ਦੇ ਦਰ ਤੇ ਉਡੀਕਦੇ ਹਨ, ਜੋ ਪਰਮੇਸ਼ਰ ਦੀ ਦਰਗਾਹ ਤੇ ਪਹੁੰਚ ਕਰਕੇ ਦਰਵਾਜ਼ੇ ਤੋਂ ਆਵਾਜ਼ਾਂ ਮਾਰਦੇ ਨੇ ਪਰਮੇਸ਼ਰ ਨੂੰ, ਉਹਨਾਂ ਨੂੰ ਦਰਵੇਸ਼ ਕਿਹਾ ਜਾਂਦਾ ਹੈ। ਕਹਿੰਦੇ ਹੇ ਦਰਵੇਸ਼ ਜੀ, ਮੇਰੀ ਬਿਰਥਾ ਮੇਰੀ ਕਹਾਣੀ ਜੋ ਮੇਰੇ ਨਾਲ ਹੋਇਆ, ਜੋ ਮੇਰੇ ਤੇ ਬੀਤਿਆ ਹੈ, ਉਹ ਆਪ ਜੀ ਸਰਵਣ ਕਰੋ ਕਿ ਕੀ ਹੋਇਆ। ਮੈਂ ਇੱਕ ਮਹਾਵਤ ਹਾਂ ਜੋ ਵੱਡੇ ਪਾਤਸ਼ਾਹ ਰਾਜੇ ਦੇ ਹਾਥੀ ਦਾ ਖਿਆਲ ਰੱਖਦਾ ਹਾਂ। ਰੋਗ ਭਇਓ ਅਬ ਮਰ ਗਇਓ ਕੋਈ ਨਾ ਸਕਿਓ ਪਛਾਣ। ਦੇਖੋ ਉਸ ਹਾਥੀ ਨੂੰ ਕੋਈ ਰੋਗ ਹੋਇਆ ਸੀਗਾ, ਜਿਹੜਾ ਕਿ ਉਹ ਰੋਗ ਬਾਰੇ ਨਾ ਤਾਂ ਮੈਨੂੰ ਪਤਾ ਲੱਗਿਆ ਨਾ ਹੋਰ ਕਿਸੇ ਨੂੰ ਪਤਾ ਲੱਗਿਆ, ਜਿਸ ਕਰਕੇ ਅਸੀਂ ਉਹ ਰੋਗ ਦਾ ਜਿਹੜਾ ਉਪਚਾਰ ਹੈ ਨਹੀਂ ਕਰ ਸਕੇ। ਉਹਦਾ ਕੋਈ ਕਿਉਂ ਵੀ ਅਸੀਂ ਨਾ ਕੀਤਾ, ਕਿਉਂਕਿ ਸਾਨੂੰ ਗਿਆਨ ਨਹੀਂ ਸੀਗਾ ਵੀ ਇਹ ਹਾਥੀ ਨੂੰ ਕੋਈ ਰੋਗ ਹੈ, ਕੋਈ ਡਿਜ਼ੀਜ਼ ਲੱਗੀ ਹੋਈ ਹੈ, ਜਿਸ ਕਰਕੇ ਹੁਣ ਉਹ ਹਾਥੀ ਮਰ ਗਿਆ ਹੈ। ਚੌਪਈ ਹੁਤੇ ਮਹਾਵਤ ਹਮ ਤਿਸ ਕੇਰੇ। ਦੇਖੋ ਮੈਂ ਉਹ ਹਾਥੀ ਦਾ ਮਹਾਵਤ ਜਿਹੜਾ ਹੈ ਪ੍ਰੋਟੈਕਟਰ ਵੀ ਹਾਂ, ਮੈਂ ਉਹਦੀ ਸੰਭਾਲ ਵੀ ਕਰਨ ਵਾਲਾ ਹਾਂ। ਚਲਤ ਹੁਤੇ ਗੁਜਰਾਨ ਕਨੇਰੇ। ਉਹ ਹਾਥੀ ਕਰਕੇ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ। ਮ੍ਰਿਤ ਭਏ ਹਟਗਾ ਰੁਜਗਾਰਾ। ਹੁਣ ਦੇਖੋ ਜੇ ਹੁਣ ਹਾਥੀ ਇਹ ਮਰ ਗਿਆ, ਮੇਰਾ ਰੁਜ਼ਗਾਰ, ਮੇਰੀ ਲੀਵਿੰਗ, ਮੇਰੀ ਅਰਨਿੰਗ ਜਿਹੜੀ ਹੈ ਉਹ ਸਾਰੀ ਹੀ ਜਿਹੜੀ ਹੈ ਨਾਸ ਹੋ ਜਾਏਗੀ, ਮੁੱਕ ਜਾਏਗੀ। ਰਾਜੇ ਨੇ ਜਦੋਂ ਦੇਖਿਆ ਵੀ ਉਹਦਾ ਹਾਥੀ ਮਰ ਗਿਆ, ਉਹਨੇ ਮੈਨੂੰ ਕੀ ਕਰਨ ਵਾਸਤੇ ਰੱਖਣਾ ਹੈ, ਮੇਰਾ ਕੋਈ ਕੰਮ ਨਹੀਂ ਰਿਹਾ, ਕਿਉਂਕਿ ਮੇਰਾ ਪ੍ਰੋਫੈਸ਼ਨ ਹੀ ਹੈ ਹਾਥੀਆਂ ਦਾ ਖਿਆਲ ਰੱਖਣਾ, ਹੋਰ ਕੋਈ ਕਾਰਜ ਨਹੀਂ ਮੈਨੂੰ ਆਉਂਦਾ। ਕਿਉਂ ਪਾਲਨ ਹੋਇਆ ਮਮ ਪਰਿਵਾਰਾ। ਦੇਖੋ ਪਾਤਸ਼ਾਹ ਜੀ, ਜੇ ਮੈਨੂੰ ਆਪਣੇ ਨੌਕਰੀ ਤੋਂ ਰਾਜੇ ਨੇ ਜਿਹੜੀ ਹਨ ਛੁੱਟੀ ਦੇ ਦਿੱਤੀ, ਮੈਨੂੰ ਇਹ ਨੌਕਰੀ ਤੋਂ ਖਲਾਸ ਕਰ ਦਿੱਤਾ, ਕੱਢ ਦਿੱਤਾ, ਤਾਂ ਮੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਮੇਰੇ ਪਰਿਵਾਰ ਦੀ ਪਾਲਣਾ ਕਿਵੇਂ ਹੋਵੇਗੀ। ਔਰ ਉਪਾਏ ਨਾ ਜਾਣੋ ਕੋ। ਪਾਤਸ਼ਾਹ ਜੀ ਮੈਨੂੰ ਕੋਈ ਹੋਰ ਉਪਾਅ ਨਹੀਂ ਆਉਂਦਾ ਜਿਹਦੇ ਕਰਕੇ ਮੈਂ ਕੋਈ ਕਮਾਈ ਕਰ ਲਵਾਂ। ਦੇ ਅਦਰ ਮੀਨਸ ਆਫ ਅਰਨ ਆਫ ਲਿਵਿੰਗ ਜਿਹੜਾ ਹੈ ਮੈਨੂੰ ਨਹੀਂ ਆਉਂਦਾ, ਮੇਰਾ ਪ੍ਰੋਫੈਸ਼ਨ ਹੀ ਇਹੀ ਹੈ, ਮੈਂ ਇਹੀ ਕੰਮ ਕਰਦਾ ਹਾਂ। ਰੋਜੀ ਜਿਹਤੇ ਪੈਦੇ ਹੋ। ਹੁਣ ਜਿਹਦੇ ਕਰਕੇ ਮੈਂ ਰੋਜੀ ਨੂੰ ਪੈਦਾ ਕਰ ਲਵਾਂ, ਮੈਂ ਹੋਰ ਤਰੀਕਾ ਮੈਨੂੰ ਨਹੀਂ ਆਉਂਦਾ, ਮੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਜਿਹਦੇ ਕਰਕੇ ਮੈਂ ਰੋਜੀ ਕਮਾ ਕੇ ਆਪਣੇ ਪਰਿਵਾਰ ਦੀ ਪਾਲਣਾ ਕਰਾਂ। ਇਸ ਦੁੱਖ ਤੇ ਹਮ ਰੋਵਤ ਬੈਸੇ। ਇਸ ਕਰਕੇ ਪਾਤਸ਼ਾਹ ਜੀ ਇਹ ਦੁੱਖ ਕਰਕੇ ਹੀ ਮੈਂ ਧਾਹਾਂ ਮਾਰ ਕੇ ਰੋ ਰਿਹਾ ਹਾਂ, ਦੁਖੀ ਹੋ ਕੇ। ਹੋਰ ਮੈਂ ਕੀ ਕਰ ਸਕਦਾ ਹਾਂ, ਮੈਂ ਲਾਚਾਰ ਹਾਂ। ਗੁਜਰ ਹਮਾਰੀ ਚੱਲ ਹੈ ਕੈਸੇ। ਪਾਤਸ਼ਾਹ ਜੀ ਦੱਸੋ ਹੁਣ ਮੇਰਾ ਗੁਜਰਾਨ ਕਿਵੇਂ ਚੱਲੇਗਾ, ਮੈਂ ਆਪਣੇ ਆਪ ਨੂੰ ਜਿਹੜਾ ਹਾਂ ਆਪਣੇ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਕਿਵੇਂ ਪਾਲਾਂਗਾ। ਪਾਤਸ਼ਾਹ ਜੀ ਮੈਂ ਕਿੱਥੋਂ ਪੈਸੇ ਲੈ ਕੇ ਆਵਾਂਗਾ, ਕੀ ਕਮਾਈ ਕਰਾਂਗਾ, ਇਹ ਦੱਸੋ ਹੁਣ ਮੈਨੂੰ। ਦੋਹਰਾ ਸ੍ਰੀ ਗੁਰ ਕਹੈ ਨਾ ਚਿੰਤ ਕਰ ਸਭ ਕੋ ਦੈ ਕਰਤਾਰ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਮਹਾਵਤ ਦੇ ਇਹ ਬਚਨ, ਇਹ ਬੇਨਤੀ ਵਾਲੇ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਨਾ ਚਿੰਤ ਕਰ। ਕਹਿਣ ਲੱਗੇ ਹੇ ਮਹਾਵਤ ਤੂੰ ਚਿੰਤਾ ਨਾ ਕਰ, ਤੂੰ ਵਰੀ ਨਾ ਹੋ, ਤੂੰ ਇਹ ਜਿਹੜੇ ਹਨ ਤੇਰੇ ਵਿੱਚ ਜਿਹੜਾ ਹਨ ਇਹ ਜਿਹੜਾ ਸ਼ੱਕ ਪਿਆ ਹੋਇਆ ਕਿ ਤੂੰ ਹੀ ਸਭ ਕੁਝ ਕਰਨਾ ਹੈ, ਇਹ ਤੇਰੇ ਕੀਤਾ ਨਹੀਂ ਹੁੰਦਾ, ਕਿਉਂਕਿ ਸਭ ਕੋ ਦੈ ਕਰਤਾਰ, ਸਾਰਿਆਂ ਨੂੰ ਦੇਣ ਵਾਲਾ ਉਹ ਪਰਮੇਸ਼ਰ ਹੈ। ਸੈਲ ਪੱਥਰ ਮੈਂ ਜਨ ਤੇ ਉਪਾਈ ਤਾਂ ਕਾ ਰਿਜਕ ਆਗਿਆ ਕਰ ਧਰਿਆ, ਉਹ ਪਰਮੇਸ਼ਰ ਹੀ ਸਾਰਿਆਂ ਨੂੰ ਦੇਣ ਵਾਲਾ ਹੈ।
ਉਹ ਪਰਮੇਸ਼ਰ ਨੇ ਜੇ ਇੱਥੇ ਆਪਾਂ ਨੂੰ ਜਨਮ ਦਿੱਤਾ ਤਾਂ ਉਹ ਪਾਲਣਾ ਵੀ ਤਾਂ ਉਹੀ ਕਰਦਾ ਹੈ ਨਾ। ਕਹਿੰਦੇ ਇਸ ਕਰਕੇ ਸਾਰਿਆਂ ਨੂੰ ਦੇਣ ਵਾਲਾ ਤਾਂ ਪਰਮੇਸ਼ਰ ਹੀ ਹੈ। ਜਿਤੇ ਬਹਾਨੇ ਜਗਤ ਕੇ ਕਰਨਹਾਰ ਇੱਕ ਧਾਰ। ਦੇਖੋ ਜਿੰਨੇ ਵੀ ਬਹਾਨੇ ਹਨ ਨਾ ਇਹ ਸੰਸਾਰ ਦੇ ਵਿੱਚ, ਹੁਣ ਬਹਾਨੇ ਦਾ ਜਿਹੜਾ ਸ਼ਬਦ ਹੈ ਇਹਦੇ ਜਿਹੜੇ ਹਨ ਕਈ ਅਰਥ ਬਣਦੇ ਹਨ। ਬਹਾਨੇ ਜਿਹੜੇ ਹਨ ਐਸੇ ਹਨ, ਜਿਹੜਾ ਬੱਬਾ ਤੇ ਹਾਨੇ, ਇਹ ਬ ਤੇ ਹਾਨੇ ਇਹਨੂੰ ਅੱਡ ਕਰ ਲਈਏ ਤਾਂ ਕਹਿੰਦੇ ਬ ਮੀਨਸ ਬਣਾਵਟ, ਜਿਹੜੀ ਇਹ ਸੰਸਾਰ ਦੀ ਕ੍ਰੀਏਸ਼ਨ ਹੈ, ਬਣਾਵਟ ਹੈ। ਹਾਨੇ ਜਿਹੜਾ ਸ੍ਰਿਸ਼ਟ ਕਰਕੇ ਜਿਹੜਾ ਹੈ ਪਰਮੇਸ਼ਰ ਜਿਹੜਾ ਹੈ, ਜਾਂ ਬੱਬੇ ਦਾ ਅਰਥ ਇਹ ਵੀ ਬਣਦਾ ਸ੍ਰਿਸ਼ਟ ਕਰਕੇ, ਵਿਸ਼ੇਸ਼ ਕਰਕੇ, ਤੇ ਹਾਨੇ ਦਾ ਸ਼ਬਦ ਬਣਦਾ ਹੈ ਹਾਨ ਕਰਨਾ, ਨਾਸ ਕਰਨਾ। ਸੋ ਜੇ ਪਰਮੇਸ਼ਰ ਬਹਾਨੇ ਹੁੰਦੇ ਹਨ ਕਿ ਬਾ ਤੇ ਹਾਨੇ, ਬਾ ਮੀਨਸ ਬਣਾਉਣ ਵਾਲਾ ਤੇ ਹਾਨੇ ਨਾਸ ਕਰਨ ਵਾਲਾ, ਉਹੀ ਪਰਮੇਸ਼ਰ ਜਿਹੜਾ ਹਨ ਬਣਾਉਣ ਤੇ ਖਤਮ ਕਰਨ ਵਾਲਾ ਹੈ। ਹੁਣ ਦੇਖੋ ਜੇ ਇਹੀ ਸ਼ਬਦ ਆਪਾਂ ਇੱਥੇ ਵਰਤੀਏ ਤਾਂ ਦੂਜਾ ਇਹਦਾ ਅਰਥ ਇਹ ਵੀ ਬਣਦਾ ਹੈ ਬਹਾਨੇ ਦਾ ਕਿ ਜਿਹੜੀ ਹਨ ਸ੍ਰਿਸ਼ਟ ਕਰਕੇ ਜੋ ਕਿ ਸਮੇਂ ਦਾ ਗੁਜ਼ਰਨਾ ਹੈ। ਇਹ ਜਿਹੜਾ ਬਹਾਨੇ ਜਿਹੜਾ ਹਨ, ਬਹਾਨੇ ਮੀਨਸ ਬੀਤ ਜਾਣਾ। ਸੋ ਬੀਤ ਜਾਣਾ ਮੀਨਸ ਜਿਹੜਾ ਕਿ ਸ੍ਰਿਸ਼ਟ ਕਰਕੇ ਸਮੇਂ ਦਾ ਗੁਜ਼ਰਨਾ। ਦੇਖੋ ਬਹਾਨੇ ਆਪਾਂ ਕਹਿੰਦੇ ਨਾ ਕਿਸੇ ਨੂੰ ਵੀ ਤੂੰ ਬਹਾਨੇ ਬਣਾਉਣਾ, ਹਾਂ ਬਹਾਨੇ ਜਿਹੜੇ ਹਨ ਬਣਦੇ ਹਨ, ਜਿਹੜੀ ਚੀਜ਼ ਹੈ ਨਹੀਂ ਉਹਨੂੰ ਬਣਾ ਲੈਣਾ, ਜਿਹੜੀ ਚੀਜ਼ ਹੈਗੀ ਆ ਉਹਨੂੰ ਖਤਮ ਕਰ ਦੇਣਾ। ਆਪਣੇ ਸੁੱਖ ਵਾਸਤੇ ਆਪਾਂ ਬਹਾਨੇ ਬਣਾਉਂਦੇ ਹਾਂ, ਆਪਾਂ ਬਹਾਨਾ ਕਰ ਲੈਂਦੇ ਹਾਂ ਵੀ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੇਰੇ ਕੋਲ ਇਹ ਨਹੀਂ ਤੇ ਮੇਰੇ ਕੋਲ ਉਹ ਨਹੀਂ। ਦੇਖੋ ਨਾ ਉਹ ਚੀਜ਼ ਜਿਹੜੀ ਨਹੀਂ ਸੀ ਆਪਾਂ ਬਣਾ ਲਈ ਤੇ ਜਿਹੜੀ ਸੀਗੀ ਉਸ ਸਮੇਂ ਵਿੱਚ ਉਹਨੂੰ ਹਾਨ ਕਰਤਾ, ਉਹਨੂੰ ਖਤਮ ਕਰ ਦਿੱਤਾ, ਅਨਦ੍ਰਿਸ਼ਟ ਕਰ ਦਿੱਤਾ। ਸੋ ਆਪਾਂ ਇਹ ਬਹਾਨਾ ਹੈ। ਦੂਜਾ ਬਹਾਨਾ ਇਹ ਵੀ ਬਣਦਾ ਹੈ ਕਿ ਜਿਹੜਾ ਹੈ ਸ੍ਰਿਸ਼ਟ ਕਰਕੇ ਜਿਹੜਾ ਸਮਾਂ ਬੀਤਦਾ ਹੈ। ਦੇਖੋ ਹੁਣ ਜਿਹੜਾ ਸਮਾਂ ਬੀਤਦਾ ਹੈ ਬੰਦੇ ਨੇ ਬਹਾਨਾ ਲਾ ਕੇ ਉਹ ਸਮੇਂ ਨੂੰ ਬਤੀਤ ਕਰਾਉਣਾ ਹੈ, ਉਹਨੂੰ ਲੰਘਾਉਣਾ ਹੈ। ਜੇ ਕੋਈ ਕਹੇ ਤੂੰ ਇਹ ਕੰਮ ਕਰ ਲਾ, ਹੁਣ ਆਪਾਂ ਕਹਿੰਦੇ ਨਹੀਂ ਹੋਣਾ ਜੀ, ਇਹਦੇ ਕਰਕੇ ਨਹੀਂ ਹੋਣਾ, ਉਹ ਸਮਾਂ ਲੰਘਾ ਦਿੱਤਾ। ਸੋ ਉਹ ਜਿਹੜਾ ਹਨ ਜੋ ਸਮਾਂ ਲੰਘ ਜਾਂਦਾ ਉਹ ਕਾਰਜ ਦਾ ਕੋਈ ਜਿਹੜਾ ਹੈ ਮਤਲਬ ਵੀ ਨਹੀਂ ਰਹਿ ਜਾਂਦਾ। ਇਸ ਕਰਕੇ ਬਹਾਨੇ ਦਾ ਇਹ ਸ਼ਬਦ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ ਕਿ ਜਿੱਤੇ ਬਹਾਨੇ ਜਗਤ ਕੇ, ਕਹਿੰਦੇ ਜਿੰਨੇ ਵੀ ਬਹਾਨੇ ਇਹ ਜਗਤ ਵਿੱਚ ਜਿਹੜੇ ਹਨ ਜੀਵ ਕਰਦੇ ਹਨ, ਜਿੰਨੇ ਵੀ ਇਹ ਬਹਾਨੇ ਜੀਵ ਕਰਦੇ ਹਨ ਕਿ ਮੈਂ ਨਾਮ ਨਹੀਂ ਜਪ ਸਕਦਾ ਕਿਉਂਕਿ ਮੇਰੇ ਕੋਲ ਇਹ ਨਹੀਂ ਗਾ, ਮੈਂ ਉਹ ਨਹੀਂ ਕਰਨਾ, ਮੇਰੇ ਕੋਲ ਸਮਾਂ ਕੋਈ ਨਹੀਂ ਗਾ, ਇਹ ਬਹਾਨੇ ਨੇ। ਕਹਿੰਦੇ ਜਿੱਤੇ ਬਹਾਨੇ ਜਗਤ ਕੇ ਕਰਨਹਾਰ ਇੱਕ ਧਾਰ। ਕਹਿੰਦੇ ਦੇਖੋ ਇਹ ਜਿਹੜਾ ਹਨ ਬਹਾਨੇ ਜਿਹੜੇ ਬਣਾਉਂਦੇ ਹਨ ਬੰਦੇ, ਉਹ ਤਾਂ ਅਗਿਆਨਤਾ ਕਰਕੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸਲ ਵਿੱਚ ਜੇ ਦੇਖਿਆ ਜਾਵੇ ਇਹ ਜਿਹੜਾ ਸੰਸਾਰ ਹੈ, ਜਿੱਤੇ ਬਹਾਨੇ ਜਗਤ ਵਿੱਚ ਜਿੰਨਾ ਵੀ ਕੁਝ ਬੀਤ ਰਿਹਾ ਹੈ ਸੰਸਾਰ ਦੇ ਵਿੱਚ, ਇੱਕੋ ਹੀ ਕਰਨਹਾਰ ਪਰਮੇਸ਼ਰ ਹੈ ਜਿਹੜਾ ਕਿ ਉਹ ਸਭ ਕੁਝ ਕਰਦਾ ਹੈ। ਉਹਨੇ ਸੰਸਾਰ ਨੂੰ ਧਾਰਿਆ ਹੋਇਆ ਹੈ, ਉਹਨੇ ਆਪਣੇ ਵਿੱਚ ਇਸ ਸੰਸਾਰ ਨੂੰ ਆਪਣਾ ਰੂਪ ਬਣਾ ਕੇ ਇਹਦੇ ਵਿੱਚ ਆਪ ਹੀ ਉਹ ਬਤੀਤ ਕਰ ਰਿਹਾ ਹੈ ਸਭ ਕੁਝ। ਇਸ ਕਰਕੇ ਜਿੱਤੇ ਬਹਾਨੇ ਜਗਤ ਕੇ, ਜਿੰਨੇ ਵੀ ਬਹਾਨੇ ਜਿੰਨਾ ਵੀ ਕੁਝ ਬਤੀਤ ਹੋ ਰਿਹਾ ਸੰਸਾਰ ਦੇ ਵਿੱਚ, ਉਹਨੂੰ ਕਰਨਹਾਰ ਇੱਕੋ ਹੀ ਪਰਮਾਤਮਾ ਹੈ। ਹੁਣ ਤੀਜੀ ਗੱਲ ਇਹਦੇ ਵਿੱਚ ਉਪਦੇਸ਼ ਆਪਾਂ ਨੂੰ ਇਹ ਮਿਲਦਾ ਹੈ, ਜਿੱਤੇ ਬਹਾਨੇ ਜਗਤ ਕੇ, ਕਹਿਣਗੇ ਜਿੰਨਾ ਕੁਝ ਹੁੰਦਾ ਹੈ, ਕਹਿਣ ਲੱਗੇ ਇਹ ਸਭ ਕੁਝ ਬਤੀਤ ਹੋ ਜਾਂਦਾ ਕਿਉਂਕਿ ਸਮੇਂ ਦੇ ਨਾਲ ਸਭ ਕੁਝ ਜਿਹੜਾ ਹਨ ਪਾਸ ਹੋ ਜਾਣਾ ਹੈ, ਪ੍ਰੈਜ਼ੈਂਟ ਨੇ ਪਾਸਟ ਬਣ ਜਾਣਾ ਹੈ ਤੇ ਜਿਹੜਾ ਹੈ ਪ੍ਰੈਜ਼ੈਂਟ ਨੇ ਫਿਊਚਰ ਵਿੱਚ ਬਦਲ ਜਾਣਾ ਹੈ। ਇਸੇ ਕਰਕੇ ਕਹਿੰਦੇ ਕਰਨਹਾਰ ਇੱਕ ਧਾਰ। ਇਨਸਾਨ ਨੂੰ ਚਾਹੀਦਾ ਕਿ ਪਰਮੇਸ਼ਰ ਨੂੰ ਹੀ ਆਪਣੇ ਹਿਰਦੇ ਵਿੱਚ ਧਾਰਨ ਕਰੇ ਕਿਉਂਕਿ ਪਰਮੇਸ਼ਰ ਕਿਤੇ ਬਦਲਦਾ ਨਹੀਂ, ਪਰਮੇਸ਼ਰ ਦੀ ਇੱਕ ਅਵਸਥਾ ਹੈ, ਪਰਮੇਸ਼ਰ ਉਹ ਕੰਸਿਸਟੈਂਟ ਅਵਸਥਾ ਵਿੱਚ ਸਿਰਫ ਪਰਮੇਸ਼ਰ ਹੀ ਪਰਮੇਸ਼ਰ ਹੈ। ਇਸ ਕਰਕੇ ਆਪਾਂ ਦੁਖੀ ਤੇ ਸੁਖੀ ਹੁੰਦੇ ਹਾਂ। ਜੇ ਕਰਨਹਾਰ ਇੱਕ ਧਾਰ, ਜੇ ਇੱਕ ਕਰਨਹਾਰ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਈਏ, ਨਾ ਆਪਾਂ ਦੁਖੀ ਹੋਵਾਂਗੇ ਨਾ ਸੁਖੀ ਹੋਵਾਂਗੇ। ਉਹ ਇੱਕ ਸਰੂਪ ਦੇ ਵਿੱਚ ਆਪਾਂ ਉਹ ਭਾਣੇ ਦੀ ਅਵਸਥਾ ਵਿੱਚ ਬਤੀਤ ਆਪਣਾ ਸਮਾਂ ਕਰਾਂਗੇ। ਚੌਪਈ ਕੁੰਚਰ ਹਿਤ ਰੋਵ ਹੋ ਤੁਮ ਨਾਹੀ। ਕਹਿੰਦੇ ਇਸ ਕਰਕੇ ਤੂੰ ਹਾਥੀ ਵਾਸਤੇ ਤੂੰ ਰੋ ਨਾ ਕਿਉਂਕਿ ਇਹ ਤਾਂ ਹੋਣਾ ਹੀ ਸੀ। ਜਿਹੜਾ ਹੈ ਦੇਖੋ ਜੇ ਇੱਕ ਕੰਮ ਤੋਂ ਛੁਟਕਾਰਾ ਨਾ ਮਿਲੇ ਬੰਦਾ ਦੂਜੇ ਕਾਰਜ ਕਿਵੇਂ ਲੱਗੇਗਾ। ਜੇ ਹੁਣ ਕਿਸੇ ਦਾ ਪ੍ਰਮੋਸ਼ਨ ਹੋਵੇ, ਉਹਨੂੰ ਪਿਛਲਾ ਕੰਮ ਛੱਡ ਕੇ ਹੋਰ ਕੰਮ ਦਿੱਤਾ ਜਾਂਦਾ ਹੈ ਵੀ ਤੇਰਾ ਹੁਣ ਪ੍ਰਮੋਸ਼ਨ ਹੋ ਗਿਆ ਭਾਈ ਤੂੰ ਇਹ ਕੰਮ ਹੁਣ ਤੂੰ ਕਰਨਾ ਹੈ, ਤੂੰ ਪਿਛਲਾ ਨਹੀਂ ਕਰਨਾ। ਜੇ ਬੰਦਾ ਪਿਛਲਾ ਹੀ ਕੰਮ ਕਰੀ ਜਾਵੇ ਤਾਂ ਉਹਦਾ ਪ੍ਰਮੋਸ਼ਨ ਨਹੀਂ ਹੋ ਸਕਦਾ। ਦੇਖੋ ਇਸੇ ਤਰ੍ਹਾਂ ਹੀ ਹੈ, ਪਰਮੇਸ਼ਰ ਇਸੇ ਤਰ੍ਹਾਂ ਹੀ ਬਣਤ ਬਣਾਉਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ
ਕੁੰਚਰ ਹਿਤ ਰੋਵੇ ਤੁਮ ਨਾਹੀ, ਇਹ ਹਾਥੀ ਕਰਕੇ ਨਾ ਤੂੰ ਰੋ, ਕਿਉਂਕਿ ਹਾਥੀ ਕਰਕੇ ਤੇਰੀ ਉਪਜੀਵਕਾ ਨਹੀਂ ਹੋ ਰਹੀ ਸੀ, ਤੈਨੂੰ ਦੇਣ ਵਾਲਾ ਕਰਤਾਰ ਸੀਗਾ। ਜਿਵੇਂ ਆਪਾਂ ਅੱਗੇ ਵੀ ਵਿਚਾਰ ਕੀਤੇ ਆ, ਕੁੱਤਾ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ ਹੈ। ਹੁਣ ਇਹ ਕੁੱਤਾ ਦ੍ਰਿਸ਼ਟੀ ਹੈ ਇਸ ਮੁਹਾਵਰ ਦੀ, ਜਿਹੜਾ ਹਾਥੀ ਵੱਲ ਦੇਖ ਕੇ ਕਹਿੰਦਾ ਹੈ ਵੀ ਮੇਰੀ ਉਪਜੀਵਕਾ ਇਹਦੇ ਕਰਕੇ ਹੁੰਦੀ ਸੀ, ਇਹਦੇ ਕਰਕੇ ਹੀ ਮੈਨੂੰ ਰਾਜਾ ਤਨਖਾਹ ਦਿੰਦਾ ਸੀ। ਪਰ ਹੁਣ ਸ਼ੇਰ ਦ੍ਰਿਸ਼ਟੀ ਜਿਹੜੀ ਹੋਵੇਗੀ ਉਹ ਕਹੇਗਾ ਨਹੀਂ, ਪਰਮਾਤਮਾ ਦੇ ਰਿਹਾ ਸੀਗਾ, ਪਰ ਉਹ ਬਹਾਨਾ ਉਹ ਇਸ ਤਰ੍ਹਾਂ ਬਣਾ ਕੇ ਮੈਨੂੰ ਦੇ ਰਿਹਾ ਸੀ ਕਿ ਹਾਥੀ ਦੀ ਮੈਂ ਪਾਲਣਾ ਕਰਦਾ ਹਾਂ। ਉਹ ਸਿਰਫ ਇੱਕ ਬਹਾਨਾ ਸੀ, ਦੇਣ ਵਾਲਾ ਤਾਂ ਪਰਮਾਤਮਾ ਹੀ ਹੈ। ਸਿਮਰੋ ਨਾਮ ਪ੍ਰਭੂ ਮਨ ਮਾਹੀ। ਇਸ ਕਰਕੇ ਇਹ ਮਹਾਵਤ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਆਪਣੇ ਮਨ ਦੇ ਵਿੱਚ। ਜੋ ਜਿਆਵਤ ਮਾਰਤ ਹੈ ਸੋ। ਕਹਿਣ ਲੱਗੇ ਇਸ ਕਰਕੇ ਜਿਹੜਾ ਮਰਨਾ ਤੇ ਜਿਉਣਾ ਹੈ ਇਹ ਸਾਰਾ ਪਰਮਾਤਮਾ ਦੇ ਆਪਣੇ ਹੱਥ ਵਿੱਚ ਵੀ ਹੈ। ਸੋ ਉਹੀ ਮਾਰਦਾ ਹੈ, ਉਹੀ ਜੀਵਨ ਦਿੰਦਾ ਹੈ। ਜੇ ਉਹੀ ਪਰਮਾਤਮਾ ਸਭ ਕੁਝ ਦੇਣ ਵਾਲਾ ਹੈ ਤੇ ਫਿਰ ਆਪਾਂ ਕਿਉਂ ਫਿਕਰ ਕਰਦੇ ਹਾਂ? ਜੇ ਜੀਵਨ ਦਾ ਤੇ ਮਰਨ ਦਾ ਫਿਕਰ ਤਾਂ ਆਪਾਂ ਨੂੰ ਤਾਂ ਹੀ ਹੋਵੇਗਾ ਜੇ ਆਪਣਾ ਕੋਈ ਜ਼ੋਰ ਹੋਵੇਗਾ, ਪਰ ਇਹ ਦੋ ਗੱਲਾਂ ਵਿੱਚ ਆਪਣਾ ਜ਼ੋਰ ਕੋਈ ਨਹੀਂ ਹੈਗਾ। ਵਾਹਿਗੁਰੂ ਇੱਕ ਅਵਰ ਨਾ ਕੋ। ਇਸ ਕਰਕੇ ਵਾਹਿਗੁਰੂ ਹੀ ਉਹ ਪਰਮੇਸ਼ਰ ਇੱਕੋ ਹੀ ਹੈ, ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਬਾਕੀ ਸਭ ਕੁਝ ਇੱਕ ਭਰਮ ਕਰਕੇ ਹੀ ਉਤਪਤ ਹੋਇਆ ਹੈ। ਸੋ ਦੇਵਤ ਸਭ ਕੋ ਰੁਜ਼ਗਾਰਾ। ਇਸ ਕਰਕੇ ਪਰਮੇਸ਼ਰ ਹੀ ਹੈ ਇਕੱਲਾ ਜੋ ਸਾਰਿਆਂ ਨੂੰ ਹੀ ਰੁਜ਼ਗਾਰ ਦਿੰਦਾ ਹੈ, ਜੋ ਸਾਰਿਆਂ ਦੀ ਪਾਲਣਾ ਇਕਸਾਰ ਕਰਦਾ ਹੈ। ਔਰ ਬਹਾਨਾ ਕਰ ਹੈ ਤੁਮਾਰਾ। ਦੇਖੋ, ਔਰ ਬਹਾਨਾ ਕਰੇ ਤੁਮਾਰਾ, ਕਹਿੰਦੇ ਪਰਮੇਸ਼ਰ ਤੇਰਾ ਹੋਰ ਕੋਈ ਬਹਾਨਾ ਬਣਾ ਦੇਗਾ। ਜਿਵੇਂ ਹੁਣ ਤੱਕ ਹਾਥੀ ਦੀ ਜਿਹੜੇ ਹਨ ਉਹਨਾਂ ਦੀ ਨੌਕਰੀ ਤੈਨੂੰ ਹਾਥੀ ਕਰਕੇ ਮਿਲ ਗਈ, ਉਹ ਬਹਾਨਾ ਬਣ ਗਿਆ। ਕਹਿੰਦੇ ਹੇ ਮਹਾਵਤ, ਤੈਨੂੰ ਦੇਣ ਵਾਸਤੇ ਪਰਮਾਤਮਾ ਹੋਰ ਕੋਈ ਵੀ ਬਹਾਨਾ ਬਣਾ ਦੇਗਾ। ਜਿਹਨੇ ਪਹਿਲਾਂ ਬਣਾਇਆ ਸੀ ਉਹ ਹੋਰ ਕੋਈ ਹੁਣ ਵੀ ਬਣਾ ਦੇਗਾ। ਤੂੰ ਕਿਉਂ ਫਿਕਰ ਕਰਦਾ ਹਾਂ? ਮਿਸ ਕਰਕੇ ਦੇਵਤ ਨਿਤ ਰੋਜੀ। ਦੇਖੋ, ਪਰਮਾਤਮਾ ਬਹਾਨਾ ਕਰਕੇ ਸਾਰਿਆਂ ਨੂੰ ਰੋਜੀ ਦਿੰਦਾ ਹੈ। ਤੇ ਪਰਮਾਤਮਾ ਦਿੰਦਾ ਵੀ ਕਿਵੇਂ ਹੈ? ਦੇਣ ਵਾਲਾ ਉਹ ਹੈ, ਪਰ ਉਹ ਬਹਾਨਾ ਇਸ ਕਰਕੇ ਬਣਾਉਂਦਾ ਹੈ ਕਿ ਬੰਦੇ ਨੂੰ ਲੱਗੇ ਮੈਂ ਕਰ ਰਿਹਾ ਹਾਂ। ਦੇਖੋ, ਉਹ ਆਪਣੀ ਮੈਂ ਦੀ ਵੀ ਜਿਹੜਾ ਆਸਰਾ ਉਹ ਪਰਮਾਤਮਾ ਹੈ। ਜਦੋਂ ਆਪਾਂ ਕਹਿੰਦੇ ਨਾ ਮੈਂ ਇਹ ਕਰਦਾ ਹਾਂ, ਆਪਾਂ ਮੈਂ ਤਾਂ ਕਹਿ ਸਕਦੇ ਹਾਂ ਨਾ ਕਿਉਂਕਿ ਉਹ ਕਾਰਜ ਹੈ ਤੇ ਉਹ ਓਪਰਚੁਨਿਟੀ ਹੈ, ਆਪਣੇ ਵਿੱਚ ਉਹ ਤਾਕਤ ਹੈ ਕਰਨ ਦੀ। ਸੋ ਉਹ ਸਭ ਕੁਝ ਦੇਣ ਵਾਲਾ ਤਾਂ ਪਰਮਾਤਮਾ ਹੀ ਹੈ, ਪਰ ਆਪਾਂ ਨੂੰ ਲੱਗਦਾ ਮੈਂ ਕਰਦਾ ਹਾਂ। ਦੇਖੋ, ਪਰਮੇਸ਼ਰ ਉਹ ਵਡਿਆਈ ਵੀ ਆਪਾਂ ਨੂੰ ਦਿੰਦਾ ਹੈ, ਉਹ ਵਡਿਆਈ ਵੀ ਆਪਣੀ ਜਿਹੜੀਆਂ ਹਨ ਉਹ ਵੀ ਜਿਹੜੀਆਂ ਹਨ ਗੁਪਤ ਰੱਖਦਾ ਹੈ ਕਿ ਇਸ ਨੂੰ ਇਹ ਵੀ ਨਾ ਪਤਾ ਲੱਗੇ ਵੀ ਉਹ ਪਰਮਾਤਮਾ ਕਰ ਰਿਹਾ ਹੈ। ਇਸ ਕਰਕੇ ਆਪਾਂ ਨੂੰ ਹਉਮੈ ਹੁੰਦੀ ਹੈ ਨਾ, ਹੰਕਾਰ ਹੁੰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸੱਚ ਨੂੰ, ਉਸ ਮੁਹਾਵਤ ਨੂੰ ਸਮਝਾ ਰਹੇ ਹਨ ਕਿ ਦੇਖੋ, ਪਰਮਾਤਮਾ ਜਿਹੜਾ ਹੈ ਬਹਾਨਾ ਬਣਾ ਕੇ ਹੀ ਰੋਜੀ ਦਿੰਦਾ ਹੈ। ਲਖ ਹੈ ਸੰਤ ਸ੍ਰੀ ਪ੍ਰਭ ਕੇ ਖੋਜੀ। ਇਸ ਕਰਕੇ ਇਹ ਗਿਆਨ ਨੂੰ ਸੰਤ ਲੋਕ ਜਾਣਦੇ ਨੇ, ਸੰਤ ਲੋਕ ਇਸ ਗਿਆਨ ਨੂੰ ਸਮਝਦੇ ਨੇ ਜੋ ਕਿ ਪਰਮਾਤਮਾ ਦੇ ਖੋਜੀ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਰਮਾਤਮਾ ਦਾ ਗਿਆਨ ਪ੍ਰਾਪਤ ਕੀਤਾ ਗੁਰੂ ਸਾਹਿਬ ਤੋਂ। ਜਿਹਨੇ ਗੁਰੂ ਤੋਂ ਗਿਆਨ ਪ੍ਰਾਪਤ ਕੀਤਾ ਉਹੀ ਪਰਮਾਤਮਾ ਦੇ ਖੋਜੀ ਹਨ। ਐਸੇ ਸੁਨੇ ਮੁਹਾਵਤ ਬੈਨਾ। ਜਦੋਂ ਐਸੇ ਗਿਆਨ ਵਾਲੇ ਬਚਨ ਉਹ ਮੁਹਾਵਤ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸੁਣੇ, ਪੂਰਨ ਸੰਤ ਲਖੇ ਸੁਖ ਦੇਨਾ। ਉਹਨੇ ਇੱਕ ਗੱਲ ਸਮਝ ਲਈ। ਦੇਖੋ, ਗਿਆਨ ਭਾਵੇਂ ਸਮਝ ਆਵੇ ਚਾਹੇ ਨਾ ਆਵੇ, ਪਰ ਉਹਨੇ ਇੱਕ ਗੱਲ ਜ਼ਰੂਰ ਆਪਣੇ ਮਨ ਵਿੱਚ ਨਿਸ਼ਚਾ ਕਰ ਲਿਆ ਕਿ ਇਹ ਪੂਰਨ ਸੰਤ ਨੇ, ਇਹ ਜਿਹੜੇ ਹਨ 100% ਸੇਂਟ ਨੇ, ਇਹਨਾਂ ਵਿੱਚ ਕੋਈ ਸ਼ੱਕ ਨਹੀਂ, ਤੇ ਇਹ ਸੁੱਖ ਦੇ ਸਕਦੇ ਨੇ, ਇਹ ਸੁੱਖਾਂ ਨੂੰ ਦੇਣ ਵਾਲੇ ਨੇ। ਮਤਲਬ ਕਿ ਜਦੋਂ ਆਪਾਂ ਕੋਈ ਰਾਜੇ ਨੂੰ ਮਿਲਣਾ ਹੋਵੇ ਨਾ, ਆਪਾਂ ਉਹ ਰਾਜੇ ਦੇ ਮਿਨਿਸਟਰ ਨੂੰ ਮਿਲਣਾ ਪੈਂਦਾ ਹੈ। ਫਿਰ ਉਹ ਮਿਨਿਸਟਰ ਰეკਮੈਂਡ ਕਰਦਾ ਉਹ ਰਾਜੇ ਨੂੰ ਵੀ ਭਾਈ ਆ ਫਲਾਣਾ ਬੰਦਾ ਖੜਾ, ਇਹਨੇ ਤੈਨੂੰ ਮਿਲਣਾ ਹੈ ਤੇ ਤੁਹਾਨੂੰ ਮਿਲਣਾ ਚਾਹੀਦਾ ਹੈ। ਹੁਣ ਉਹਨੇ ਗੁਰੂ ਨਾਨਕ ਸਾਹਿਬ ਨੂੰ ਸੰਤ ਜਾਣਿਆ ਵੀ ਇਹ ਪਰਮੇਸ਼ਰ ਦੇ ਸੰਤ ਨੇ, ਇਹ ਜੇ ਜੋ ਕਹਿਣਗੇ ਉਹ ਪਰਮਾਤਮਾ ਮੰਨੇਗਾ ਕਿਉਂਕਿ ਉਹਨਾਂ ਦੇ ਇਹ ਸੰਤ ਨੇ। ਸੋ ਇਸ ਕਰਕੇ ਕਹਿੰਦੇ ਪੂਰਨ ਸੰਤ ਉਹਨੇ ਜਾਣ ਲਿਆ। ਦੇਖੋ, ਇਸੇ ਕਰਕੇ ਜਿਹੜਾ ਹੈ ਕਈ ਵਾਰੀ ਇੱਕ ਸਿੱਖ ਵਾਸਤੇ ਭਾਵੇਂ ਆਪਾਂ ਨੂੰ ਗੁਰੂ ਦਾ ਗਿਆਨ ਨਹੀਂ ਨਾ ਵੀ ਸਮਝ ਆਵੇ, ਨਾ ਵੀ ਆਪਣੇ ਪੱਲੇ ਜਿਹੜਾ ਹਨ ਕੁਝ ਪਵੇ, ਪਰ ਇੱਕੋ ਇੱਕ ਗੱਲ ਹੈ, ਜਦੋਂ ਤੱਕ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਦਾ ਰੂਪ ਜਾਣ ਲਈਏ ਨਾ, ਇੱਥੇ ਇਹ ਜਿਹੜਾ ਹਨ ਬਿਗਨਿੰਗ ਪੁਆਇੰਟ ਹੈ। ਗੁਰੂ ਨਾਨਕ ਸਾਹਿਬ ਤੇ ਨਿਸ਼ਚਾ ਹੋ ਜਾਵੇ ਕਿ ਉਹੀ ਪਰਮੇਸ਼ਰ ਨੇ, ਬਾਕੀ ਸਭ ਕੁਝ ਆਪਣੇ ਆਪ ਹੋ ਜਾਣਾ। ਕਿਉਂਕਿ ਅਗਰ ਜੇ ਆਪਾਂ ਨੂੰ ਇੰਨਾ ਵੀ ਭਰੋਸਾ ਨਾ ਰਿਹਾ ਨਾ ਕਿ ਗੁਰੂ ਨਾਨਕ ਸਾਹਿਬ ਹੀ ਪਰਮੇਸ਼ਰ ਨੇ, ਫਿਰ ਜਿਹੜਾ ਹੈ ਆਪਣਾ ਬਿਗਨਿੰਗ ਸਟੈਪ ਵੀ ਹਜੇ ਨਹੀਂ ਹੋਇਆ, ਹਜੇ ਆਪਾਂ ਪਲੱਸ ਸਟੈਪ ਵੀ ਹਜੇ ਆਪਾਂ ਨਹੀਂ ਲਿਆ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਦੇਖੋ, ਇਹ ਮੁਹਾਵਤ ਦਾ ਪਹਿਲਾ ਸਟੈਪ ਹੋ ਗਿਆ। ਉਹਨੇ ਜਾਣ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਪੂਰਨ ਸੰਤ ਨੇ ਤੇ ਇਹ ਸੁੱਖ ਦੇਣ ਵਾਲੇ ਹਨ। ਹੱਥ ਬੰਦ ਪੁਨ ਬਚਨ ਉਚਾਰੇ। ਉਹਨੇ ਹੱਥ ਬੰਨ ਲਏ ਹੁਣ ਗੁਰੂ ਨਾਨਕ ਸਾਹਿਬ ਜੀ ਅੱਗੇ, ਕਿਉਂਕਿ ਭਰੋਸਾ ਆ ਗਿਆ ਹੁਣ
ਤੇ ਹੱਥ ਬੰਨ ਕੇ ਕਹਿਣ ਲੱਗਾ ਮਹਾਵਤ, ਕਿਉਂ ਹੋਵੇ ਮਨ ਸ਼ਾਂਤ ਹਮਾਰੇ। ਕਹਿਣਗੇ ਮਹਾਰਾਜ ਹੁਣ ਮੇਰਾ ਮਨ ਸ਼ਾਂਤ ਕਿਵੇਂ ਹੋਵੇ, ਮੈਨੂੰ ਤਾਂ ਆਪਣਾ ਦੁੱਖ ਏਡਾ ਵੱਡਾ ਲੱਗਦਾ ਹੈ ਕਿ ਮੈਨੂੰ ਲੱਗਦਾ ਕਿ ਜੇ ਹਾਥੀ ਮਰਿਆ ਤਾਂ ਮੈਂ ਵੀ ਮਰ ਜਾਣਾ ਹੈ। ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚ ਸ਼ਾਂਤੀ ਕਿਵੇਂ ਆਵੇ ਹੁਣ। ਦੋਹਰਾ ਰੋਜੀ ਹਮਰੀ ਆਜ ਤੇ ਭਈ ਬੰਦ ਦਰ ਸਾਹੇ। ਪਾਤਸ਼ਾਹ ਜੀ ਮੇਰੀ ਰੋਜੀ ਤਾਂ ਬੰਦ ਹੋ ਗਈ ਨਾ, ਮੇਰੀ ਤਨਖਾਹ ਬੰਦ ਹੋ ਗਈ, ਕਿਉਂਕਿ ਉਸ ਵੇਲੇ ਡੇਲੀ ਤਨਖਾਹ ਦਿੱਤੀ ਜਾਂਦੀ ਸੀ। ਸੋ ਉਸ ਵੇਲੇ ਦਾ ਐਸਾ ਸਿਸਟਮ ਹੋਇਆ ਕਰਦਾ ਸੀਗਾ। ਕਹਿੰਦੇ ਮਹਾਰਾਜ ਜੀ ਅੱਜ ਇਹ ਹਾਥੀ ਮਰ ਗਿਆ, ਮੇਰੀ ਤਾਂ ਰੋਜੀ ਅੱਜ ਤੋਂ ਹੀ ਬੰਦ ਹੋ ਗਈ। ਪਾਤਸ਼ਾਹ ਜੀ ਮੈਂ ਹੁਣ ਕੀ ਕਰਾਂਗਾ। ਤੁਮ ਤੇ ਸਭ ਕੁਛ ਹੋਤ ਹੈ ਸੰਤ ਹੋ ਬੇਪਰਵਾਹ। ਕਹਿੰਦੇ ਪਾਤਸ਼ਾਹ ਜੀ ਮੈਨੂੰ ਇੱਕ ਭਰੋਸਾ ਤੁਹਾਡੇ ਤੇ ਇਹ ਹੈ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਉਹ ਮਹਾਵਤ, ਕਹਿੰਦਾ ਸੰਤੋ ਬੇਪਰਵਾਹ, ਕਿਉਂਕਿ ਤੁਸੀਂ ਬੇਪਰਵਾਹ ਹੁੰਦੇ ਹੋ। ਤੁਹਾਨੂੰ ਜਿਹੜਾ ਹਨ ਤੁਹਾਨੂੰ ਕੋਈ ਰੁਚੀ ਸੰਸਾਰ ਵਿੱਚ ਨਹੀਂ ਹੁੰਦੀ, ਤੁਸੀਂ ਤਾਂ ਪਰਮੇਸ਼ਰ ਨਾਲ ਜੁੜੇ ਹੁੰਦੇ ਹੋ। ਇਸ ਕਰਕੇ ਤੁਹਾਡੇ ਤੋਂ ਸਭ ਕੁਝ ਹੋ ਸਕਦਾ ਹੈ, ਜੇ ਤੁਸੀਂ ਕਰੋ ਤਾਂ ਜ਼ਰੂਰ ਹੋ ਸਕਦਾ ਹੈ। ਚੌਪਈ ਜਿਉਂ ਚਾਕਰ ਹਮ ਹੈ ਪਤ ਸਾਹੇ। ਦੇਖੋ ਕਿੰਨਾ ਸੋਹਣਾ ਐਗਜ਼ਾਮਪਲ ਇਹ ਮਹਾਵਤ ਨੇ ਦਿੱਤਾ। ਕਹਿੰਦੇ ਦੇਖੋ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦਾ ਮੈਂ ਇੱਕ ਰਾਜੇ ਦਾ ਨੌਕਰ ਹਾਂ, ਜਿਵੇਂ ਤਿਉ ਖੁਦਾਏ ਸੇਵਕ ਤੁਮ ਆਹੇ। ਉਸੇ ਤਰ੍ਹਾਂ ਤੁਸੀਂ ਵੀ ਉਹ ਖੁਦਾ ਪਰਮੇਸ਼ਰ ਦੇ ਸੇਵਕ ਹੋ। ਜਿਵੇਂ ਮੈਂ ਆਪਣੇ ਰਾਜੇ ਦੀ ਸੇਵਾ ਕਰਦਾ ਹਾਂ, ਤਨਖਾਹ ਲੈਂਦਾ ਹੈ, ਤੁਸੀਂ ਵੀ ਸੰਤ ਲੋਕ ਹੋ, ਤੁਹਾਡਾ ਰਾਜਾ ਪਰਮਾਤਮਾ ਹੈ। ਜਿਵੇਂ ਮੈਂ ਖਿਦਮਤ ਕਰਦਾ ਹਾਂ ਪਾਤਸ਼ਾਹ ਜੀ, ਤੁਸੀਂ ਵੀ ਖਿਦਮਤ ਕਰਦੇ ਹੋ ਖੁਦਾ ਪਰਮਾਤਮਾ ਦੀ। ਹਮਰੋ ਕਾਜ ਅਟਕ ਜੇ ਜਾਏ। ਹੁਣ ਦੇਖੋ ਜੇ ਮੇਰਾ ਕੋਈ ਕਾਰਜ ਅੜ ਜਾਵੇ, ਅਟਕ ਜਾਵੇ, ਮੇਰੇ ਕਾਰਜ ਵਿੱਚ ਕੋਈ ਵਿਘਨ ਪੈ ਜਾਵੇ, ਬਿਨੈ ਕਰਤ ਅਗਰਜ ਨਿਜਰਾਈ। ਮੈਂ ਆਪਣੇ ਰਾਜੇ ਅਗਰ ਮੈਂ ਆਪਣੇ EMPLOYER ਅੱਗੇ ਜਾ ਕੇ ਬੇਨਤੀ ਕਰਦਾ ਹਾਂ ਕਿ ਮੇਰਾ ਇਹ ਪ੍ਰੋਬਲਮ ਹੈ, ਤੁਸੀਂ ਕਿਰਪਾ ਕਰਕੇ ਸੋਲਵ ਕਰ ਦਿਓ, ਮੇਰਾ ਇਹ ਦੁੱਖ ਹੈ, ਮੈਨੂੰ ਤੁਸੀਂ ਕਿਰਪਾ ਕਰਕੇ ਕੁਝ ਕੁ ਮਦਦ ਕਰ ਦਿਓ, ਮੈਂ ਆਪਣੇ ਰਾਜੇ ਕੋਲ ਜਾਵਾਂਗਾ। ਕਰ ਜੋਰ ਹੈ ਕਰਵਾਵ ਹੈ ਕਾਜਾ। ਦੇਖੋ ਮੈਂ ਹੱਥ ਜੋੜ ਕੇ ਆਪਣੇ ਰਾਜੇ ਨੂੰ ਮਨਾਈ ਲਵਾਂਗਾ ਕਿ ਮੇਰੀ ਮਦਦ ਕਰ ਦੇਵੇ। ਮੈਂ ਆਪਣਾ ਕਾਰਜ ਕਰਾਉਣ ਵਾਸਤੇ ਮੈਂ ਮਿੰਨਤਾਂ ਕਰਾਂਗਾ ਆਪਣੇ EMPLOYER ਅੱਗੇ, ਰਾਜੇ ਅੱਗੇ। ਮਨ ਹੈ ਸੇਵਕ ਕੀ ਸੁਭ ਰਾਜਾ। ਦੇਖੋ ਰਾਜਾ ਜਿਹੜਾ ਹੁੰਦਾ ਹੈ ਉਹਨੂੰ ਕਿਤੇ ਨਾ ਕਿਤੇ ਤਾਂ ਤਰਸ ਆ ਹੀ ਜਾਂਦਾ ਹੈ ਨਾ। ਉਹ ਰਾਜਾ ਮੰਨ ਲੈਂਦਾ ਵੀ ਚਲੋ ਜੇ ਤੇਰਾ ਇਹ ਦੁੱਖ ਆ ਤੂੰ ਇਹ ਕਰ ਲਾ, ਮੈਂ ਤੇਰੀ ਇਹ ਮਦਦ ਕਰ ਦਿੰਦਾ ਹਾਂ। ਹੈ ਤੁਮਰੋ ਪਤ ਸਾਹੇ ਖੁਦਾਏ। ਦੇਖੋ ਕਹਿੰਦੇ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਉਹ ਮਹਾਵਤ ਕਹਿੰਦਾ ਤੁਹਾਡਾ ਜਿਹੜਾ ਹੈ EMPLOYER, ਤੁਹਾਡਾ ਮਾਲਕ ਜਿਹੜਾ ਉਹ ਪਰਮਾਤਮਾ ਹੈ। ਉਹ ਜਿਹੜਾ ਹਨ ਤਿੰਨ ਲੋਕਾਂ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਖੁਦਾ ਪਰਮਾਤਮਾ ਆਪ ਹੈ। ਤੇ ਕਹਿ ਗਜ ਇਹੀ ਜਿਵਾਏ। ਮਹਾਰਾਜ ਆਪ ਆਪਣੇ ਪਰਮਾਤਮਾ ਅੱਗੇ ਬੇਨਤੀ ਕਰ ਦਿਓ ਕਿ ਮੇਰਾ ਮਰਿਆ ਹੋਇਆ ਹਾਥੀ ਜਿਹੜਾ ਇਹ ਜਿਉਂਦਾ ਹੋ ਜਾਵੇ, ਇਹ ਵਾਪਸ ਫੇਰ ਅਲਾਈਵ ਹੋ ਜਾਵੇ, ਇਹਨੂੰ ਵਾਪਸ ਫੇਰ ਜੀਵਨ ਦਿੱਤਾ ਜਾਵੇ, ਜਿਹਦੇ ਕਰਕੇ ਮੇਰਾ ਰੁਜ਼ਗਾਰ ਚੱਲ ਪਵੇ। ਮਨ ਹੈ ਬਚ ਤੁਮਰੋ ਕਰਤਾਰਾ। ਕਿਉਂਕਿ ਮੇਰਾ ਬਚਨ ਤਾਂ ਕੀ ਪਤਾ ਪਰਮਾਤਮਾ ਨਾ ਮੰਨੇ, ਪਰ ਤੁਹਾਡਾ ਬਚਨ ਤਾਂ ਨਹੀਂ ਮੋੜਦੇ ਨਾ ਪਰਮਾਤਮਾ, ਤੁਹਾਡਾ ਬਚਨ ਤਾਂ ਜ਼ਰੂਰ ਸੁਣਨਗੇ। ਜੇ ਤੁਸੀਂ ਮੇਰੇ ਵਾਸਤੇ ਬੇਨਤੀ ਕਰੋ ਤਾਂ ਪਰਮਾਤਮਾ ਸੁਣਨਗੇ। ਇਸੇ ਕਰਕੇ ਤਾਂ ਅਰਦਾਸ ਦਾ ਕਨਸੈਪਟ ਇੱਥੋਂ ਹੀ ਆ ਨਾ ਕਿ ਆਪਾਂ ਸੰਗਤ ਰੂਪ ਹੋ ਕੇ ਜਦੋਂ ਅਰਦਾਸ ਕਰਦੇ ਹਾਂ, ਆਪਾਂ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਅਰਦਾਸ ਸੁਣਦੇ ਹਨ, ਕਿਤੇ ਵੀ ਨਾ ਨਹੀਂ ਕਰਦੇ ਆਪਣੀ ਸੰਗਤ ਨੂੰ। ਕਰੋ ਸੰਤ ਜੀ ਇਹ ਉਪਕਾਰਾ। ਕਹਿਣਗੇ ਹੇ ਸੰਤ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਉਪਕਾਰ ਮੇਰੇ ਤੇ ਕਰ ਦਿਓ, ਮੇਰੇ ਤੇ ਮੇਰਾ ਇਹ ਭਲਾ ਕਰ ਦਿਓ ਤੁਸੀਂ ਹੁਣ। ਦਰਵੇਸ਼ਨ ਕੀ ਬਾਣ ਦਇਆਲਾ। ਕਿਉਂਕਿ ਦੇਖੋ ਦਰਵੇਸ਼ਾਂ ਦੀ, ਸੰਤਾਂ ਮਹਾਪੁਰਸ਼ਾਂ ਦੀ ਜਿਹੜੀ ਬਾਣ ਸੁਭਾਵ ਜਾਂ ਉਹਨਾਂ ਦੀ ਜਿਹੜੀ ਆਦਤ ਹੁੰਦੀ ਹੈ, ਉਹ ਹਮੇਸ਼ਾ ਦਇਆ ਦੇ ਘਰ ਵਿੱਚ ਹੁੰਦੇ ਨੇ, ਉਹ ਹਮੇਸ਼ਾ ਦੁਨੀਆ ਦਾ ਭਲਾ ਹੀ ਲੋਚਦੇ ਹਨ। ਹਮ ਤੇ ਅਪਰਨਾ ਦੁਖੀ ਬਸਾਲਾ। ਦੇਖੋ ਪਾਤਸ਼ਾਹ ਜੀ ਅੱਜ ਇਹ ਦੁਨੀਆ ਤੇ ਮੇਰੇ ਤੋਂ ਦੁਖੀ ਹੋਰ ਕੌਣ ਹੋਵੇਗਾ, ਸਭ ਤੋਂ ਦੁਖੀ ਤਾਂ ਮੈਂ ਹੀ ਹਾਂ ਨਾ। ਤੁਸੀਂ ਕਿਰਪਾ ਕਰੋ ਉਸ ਪਰਮੇਸ਼ਰ ਅੱਗੇ ਅਰਦਾਸ ਕਰਕੇ ਮੇਰਾ ਦੁੱਖ ਦੂਰ ਕਰ ਦਿਓ। ਦੋਹਰਾ ਦੀਨ ਭਇਓ ਬੰਧਨ ਕਰਤ ਬਾਰ ਬਾਰ ਸਿਰ ਨਾਏ। ਦੇਖੋ ਉਹ ਮਹਾਵਤ ਇਹ ਬੇਨਤੀ ਦੇ ਸ਼ਬਦ ਕਹਿ ਕੇ ਅਰਦਾਸ ਕਰਕੇ ਦੀਨ ਭਇਓ, ਕਹਿਣਗੇ ਬੜਾ ਦੀਨ ਹੋ ਗਿਆ, ਬੰਧਨ ਕਰਤ, ਕਹਿਣਗੇ ਮਹਾਰਾਜ ਨੂੰ ਮੁੜ ਮੁੜ ਕੇ ਨਮਸਕਾਰਾਂ ਮੱਥੇ ਟੇਕਣ ਲੱਗ ਪਿਆ, ਤੇ ਇੱਕ ਵਾਰ ਨਹੀਂ ਕਈ ਵਾਰ ਉੱਠ ਉੱਠ ਕੇ ਮੱਥੇ ਟੇਕੀ ਜਾਂਦਾ ਹੈ। ਦੇਖ ਮਹਾਵਤ ਕੀ ਦਸਾ ਬਿਗਸੇ ਪ੍ਰਭ ਸੁਖ ਦਾਏ। ਜਦੋਂ ਇਹ ਹਾਲਾਤ ਉਹ ਮਹਾਵਤ ਦੀ ਦੇਖੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਦਇਆ ਦੇ ਘਰ ਵਿੱਚ ਆ ਗਏ, ਉਹਨੂੰ ਸੁੱਖ ਦੇਣ ਵਾਸਤੇ ਸਤਿਗੁਰੂ ਜੀ ਤਿਆਰ ਹੋਏ। ਚੌਪੇ ਹੋਏ ਕਿਰਪਾਲ ਕਹਿ ਗੁਨੀ ਗਹੀਰੂ। ਉਸ ਵੇਲੇ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕਰਕੇ, ਜੋ ਸਤਿਗੁਰੂ ਜੀ ਗੁਨਾਹ ਕਰਕੇ ਬੜੇ ਡੂੰਘੇ ਨੇ, ਜਿਨ੍ਹਾਂ ਦੇ ਗੁਣ ਕੋਈ ਜਿਹੜਾ ਹੈ ਉਹਨਾਂ ਦਾ ਥਾ
ਨਹੀਂ ਪਾ ਸਕਦਾ, ਉਹਨਾਂ ਦੀ ਡੂੰਘਿਆਈ ਤੱਕ ਨਹੀਂ ਜਾ ਸਕਦਾ, ਕੋਈ ਜਾਣ ਨਹੀਂ ਸਕਦਾ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਦੇ ਘਰ ਵਿੱਚ ਆਏ, ਅੰਨ ਹੋ ਏਕ ਘਟਾ ਭਰ ਨੀਰੂ। ਪਾਤਸ਼ਾਹ ਜੀ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਇਹ ਕਿਹਾ ਕਿ ਅੰਨ ਹੋ ਏਕ ਘਟਾ, ਕਹਿਣਗੇ ਜਾ ਭਾਈ ਮਰਦਾਨਿਆ ਇੱਕ ਘੜਾ ਪਾਣੀ ਦਾ ਭਰ ਕੇ ਤੂੰ ਲਿਆ। ਗਇਓ ਬੇਗ ਤਿਹ ਭਰ ਕਰ ਆਨਾ। ਉਸ ਵੇਲੇ ਭਾਈ ਮਰਦਾਨਾ ਭੱਜ ਕੇ ਗਿਆ, ਜਾ ਕਰਕੇ ਕਟੋਰਾ ਪਾਣੀ ਦਾ ਉਸ ਜਮਨਾ ਦੀ ਨਦੀ ਵਿੱਚੋਂ ਪਾਣੀ ਕੱਢ ਲਿਆਂਦਾ। ਮਰਦਾਨੇ ਸੋ ਬਚਨ ਬਖਾਨਾ। ਤੇ ਘੜਾ ਜਦੋਂ ਲੈ ਕੇ ਆਇਆ ਭਾਈ ਮਰਦਾਨਾ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇਹ ਕਿਹਾ, ਸਤਨਾਮ ਕਹਿ ਇਹ ਘਟ ਲੀਜੈ। ਕਹਿਣਗੇ ਸਤਨਾਮ, ਸਤਨਾਮ ਪਰਮੇਸ਼ਰ ਦਾ ਨਾਮ ਵਾਹਿਗੁਰੂ, ਸਤਨਾਮ ਕਹਿ ਕਰਕੇ ਇਹ ਜਿਹੜਾ ਘੜਾ ਪਾਣੀ ਦਾ ਤੇਰੇ ਹੱਥ ਵਿੱਚ ਹੈ ਇਹਨੂੰ ਤੂੰ ਲੈ ਜਾ। ਮ੍ਰਿਤ ਮਤੰਗ ਪਰ ਛਿਰਕਨ ਕੀਜੈ। ਜਾ ਕਰਕੇ ਇਹੀ ਜਿਹੜਾ ਪਾਣੀ ਘੜੇ ਦੇ ਵਿੱਚ ਹੈ ਇਸ ਦੇ ਜਿਹੜਾ ਹਨ ਪਾਣੀ ਕੱਢ ਕੇ ਉਹ ਮਰੇ ਹੋਏ ਹਾਥੀ ਦੇ ਉੱਤੇ ਛਿੱਟੇ ਮਾਰ ਤੇ ਨਾਲ ਨਾਲ ਸਤਨਾਮ ਕਹਿ। ਸਤਨਾਮ ਵਾਹਿਗੁਰੂ ਉਹ ਪਰਮੇਸ਼ਰ ਦਾ ਨਾਮ ਲੈ ਕੇ ਸਤਨਾਮ ਕਹਿ ਕੇ ਉਹ ਛਿੱਟੇ ਜਿਹੜੇ ਹਨ ਉਹ ਮਰੇ ਹੋਏ ਹਾਥੀ ਤੇ ਪਾ ਦੇ ਪਾਣੀ ਦੇ। ਆਇਸ ਪਾਏ ਘਟਾ ਕਰ ਲਿਓ। ਇਹ ਆਗਿਆ ਪਾ ਕਰਕੇ ਘੜਾ ਪਾਣੀ ਦਾ ਆਪਣੇ ਹੱਥ ਵਿੱਚ ਲੈ ਕੇ ਭਾਈ ਮਰਦਾਨਾ ਕੁੰਚਰ ਕੇ ਸਮੀਪ ਚੱਲ ਗਇਓ। ਚੱਲ ਪਏ ਉੱਥੇ ਜਿੱਥੇ ਉਹ ਮਰੇ ਹੋਏ ਹਾਥੀ ਦਾ ਜਿਹੜਾ ਹੈ ਸਰੀਰ ਪਿਆ ਸੀ। ਵਾਹਿਗੁਰੂ ਕਹਿ ਛਿਰਕਾ ਦੀਨੋ। ਉਸ ਵੇਲੇ ਭਾਈ ਮਰਦਾਨੇ ਨੇ ਵਾਹਿਗੁਰੂ ਕਹਿ ਕਰਕੇ ਵਾਹਿਗੁਰੂ ਨਾਮ ਭਾਈ ਮਰਦਾਨੇ ਨੇ ਕਿਹਾ ਕਿ ਵਾਹਿਗੁਰੂ, ਤੇ ਇਸ ਜਿਹੜਾ ਹਨ ਪਾਣੀ ਦਾ ਜਿਹੜਾ ਹੈ ਇੱਕ ਬੁੱਕ ਭਰ ਕੇ ਉਹਦਾ ਛਿੱਟਾ ਦਿੱਤਾ। ਗੱਜ ਸਰੀਰ ਕੋ ਭੇਵਨ ਕੀਨੋ। ਸਾਰਾ ਉਹ ਹਾਥੀ ਦਾ ਸਰੀਰ ਭਿੱਜ ਗਿਆ ਕਿਉਂਕਿ ਬੁੱਕ ਪਾਣੀ ਦਾ ਵੱਡਾ ਸੀ। ਉਹਦੇ ਛਿੱਟੇ ਜਦੋਂ ਪਏ ਵਾਹਿਗੁਰੂ ਕਿਹਾ ਤਾਂ ਭਿੱਜ ਗਿਆ ਸਰੀਰ ਸਾਰਾ। ਪ੍ਰਾਨ ਪਰੇ ਜੀਵਿਓ ਤਤਕਾਲਾ। ਹੁਣ ਦੇਖਣ ਦੀ ਹੈਰਾਨਗੀ ਸੀਗੀ ਇਹ ਗੱਲ ਦੀ ਕਿ ਜਿਹੜਾ ਮਰਿਆ ਹੋਇਆ ਹਾਥੀ ਬਸ ਛਿੜਕੇ ਪੈਣ ਦੀ ਤੇ ਵਾਹਿਗੁਰੂ ਕਹਿਣ ਦੀ ਦੇਰ ਸੀ, ਉਹ ਜਿਉਂਦਾ ਹੋ ਗਿਆ। ਉਹ ਮੁੜ ਕੇ ਫੇਰ ਖੜ ਗਿਆ ਜੀ ਜਿਉਂਦਾ ਹੋ ਕੇ। ਭਇਓ ਮਹਾਵਤ ਹਰਖ ਬਿਸਾਲਾ। ਇਹ ਦੇਖ ਕਰਕੇ ਉਹ ਮਹਾਵਤ ਜਿਹੜਾ ਬੜਾ ਖੁਸ਼ ਹੋਇਆ। ਬਾਰ ਬਾਰ ਪਦ ਬੰਧਨ ਕਰਹੀ। ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਰ ਬਾਰ ਮੱਥੇ ਟੇਕਣ ਲੱਗਿਆ ਕਿ ਪਾਤਸ਼ਾਹ ਤੂੰ ਮੇਰਾ ਦੁੱਖ ਦੂਰ ਕਰ ਦਿੱਤਾ। ਉਸਤਤ ਕੇ ਮੁਖ ਬਚਨ ਉਚਰਹੀ। ਤੇ ਬੜੇ ਉਸਤਤ ਕੀਤੀ, ਉਸਨੇ ਪ੍ਰੇਸ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੈਠ ਕੇ। ਜਾਏ ਕਹੀ ਪਤ ਸਾਹੇ ਅਗਾਰੀ। ਤੇ ਇਹ ਮਹਾਵਤ ਆਪਣੇ ਹਾਥੀ ਨੂੰ ਲੈ ਕਰਕੇ ਉਹ ਬਾਗ ਵਿੱਚੋਂ ਨਿਕਲ ਕਰਕੇ ਰਾਜੇ ਕੋਲ ਚਲਿਆ ਗਿਆ। ਰਾਜੇ ਨੂੰ ਜਾ ਕੇ ਇਸ ਮਹਾਵਤ ਨੇ ਕਿਹਾ, ਮਰਿਓ ਸੋ ਜੀਵਿਓ ਕੁੰਚਰ ਭਾਰੀ। ਦੇਖੋ ਕਹਿੰਦੇ ਹੇ ਰਾਜਨ, ਇਹ ਹਾਥੀ ਅੱਜ ਜਿਹੜਾ ਮੇਰੀ ਸੰਭਾਲ ਦੇ ਵਿੱਚ ਸੀਗਾ ਇਹ ਮਾਰਿਆ ਗਿਆ ਸੀਗਾ, ਇਹ ਮਰ ਗਿਆ ਪਰ ਫੇਰ ਜਿਉਂਦਾ ਹੋ ਗਿਆ। ਹੁਣ ਇਹ ਫਕੀਰ ਹੈ ਆਪ ਖੁਦਾਏ। ਕਹਿਣਗੇ ਇੱਕ ਫਕੀਰ ਆਇਆ ਹੋਇਆ ਆਪ ਜੀ ਦੇ ਬਾਗ ਵਿੱਚ ਜੋ ਆਪ ਖੁਦਾ ਦਾ ਰੂਪ ਪਰਮੇਸ਼ਰ ਦਾ ਰੂਪ ਹੈ। ਬਿਨੈ ਸੁਣੀ ਤਿਨ ਦਿਓ ਜਿਵਾਏ। ਬਿਨੈ ਸੁਣੀ ਮਰੇ ਹੋਏ ਹਾਥੀ ਦੀ ਜਦੋਂ ਬੇਨਤੀ ਮੈਂ ਜਾ ਕੇ ਉਹਨਾਂ ਅੱਗੇ ਕੀਤੀ ਤਾਂ ਉਹਨਾਂ ਨੇ ਜਿਹੜੀ ਮੇਰੀ ਬੇਨਤੀ ਮੇਰੇ ਤੇ ਤਰਸ ਕਰਕੇ ਇਹ ਹਾਥੀ ਨੂੰ ਫੇਰ ਮੁੜ ਜਿਉਂਦਾ ਕਰ ਦਿੱਤਾ। ਇਉਂ ਸੁਣ ਕੇ ਬਿਸਮਾਦੇ ਸਭ ਹੀ। ਇਹ ਸੁਣ ਕਰਕੇ ਰਾਜਾ ਤੇ ਉਸਦੇ ਦਰਬਾਰ ਵਿੱਚ ਬੈਠੇ ਜਿੰਨੇ ਵੀ ਉਹਦੇ ਮੰਤਰੀ ਸਨ, ਮਿਨਿਸਟਰ ਸਨ, ਉਹ ਸਾਰੇ ਬੜੇ ਹੈਰਾਨ ਹੋਏ। ਦਰਸ਼ਨ ਕਰਨ ਉਦਿਤ ਭਾ ਤਬ ਹੀ। ਕਿਉਂਕਿ ਮਰੇ ਨੂੰ ਜਿਉਂਦਾ ਕਰਨਾ ਤਾਂ ਪਰਮੇਸ਼ਰ ਹੀ ਕਰ ਸਕਦਾ ਹੈ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ। ਜਦੋਂ ਇਹ ਗੱਲ ਸੁਣੀ ਤਾਂ ਉਹ ਹੈਰਾਨਗੀ ਦੇ ਵਿੱਚ ਤੇ ਉਹਨਾਂ ਦੇ ਮਨ 'ਚ ਜਿਹੜਾ ਹਨ ਬੜੀ ਅਚਰਜਤਾ ਆਈ ਕਿ ਇਹ ਕੀ ਹੋ ਗਿਆ, ਇਹ ਕਿਵੇਂ ਹੋ ਗਿਆ, ਕਿਹਦੇ ਵਿੱਚ ਐਡੀ ਸ਼ਕਤੀ ਹੈ। ਤੇ ਦਰਸ਼ਨ ਕਰਨ ਵਾਸਤੇ ਰਾਜਾ ਤੇ ਉਸਦੇ ਮੰਤਰੀ ਸਾਰੇ ਉੱਠ ਕੇ ਖੜੇ ਹੋ ਗਏ ਉਸੇ ਵੇਲੇ। ਤੇ ਚਲੋ ਵੀ ਭਾਈ ਆਪਾਂ ਚੱਲੀਏ ਉਹ ਫਕੀਰ ਦੇ ਦਰਸ਼ਨ ਕਰਨ ਵਾਸਤੇ। ਕਾਜੀ ਸੰਗ ਲਿਏ ਪਤ ਸਾਹੂ। ਤੇ ਪਾਤਸ਼ਾਹ ਉਹ ਰਾਜੇ ਨੇ ਆਪਣੇ ਨਾਲ ਆਪਣੇ ਕਾਜੀ ਵੀ ਲੈ ਲਏ, ਆਪਣੇ ਐਡਵਾਈਜ਼ਰ ਵੀ ਸਾਰੇ ਨਾਲ ਲੈ ਲਏ। ਚੱਲ ਆਏ ਸ੍ਰੀ ਨਾਨਕ ਪਾਹੂ। ਸਾਰੇ ਚੱਲ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਤਖਤ ਦੇ ਹੇਠ ਜਿਹੜੇ ਬਾਗ ਵਿੱਚ ਸਤਿਗੁਰੂ ਜੀ ਬੈਠੇ ਸਨ ਉੱਥੇ ਪਹੁੰਚ ਗਏ। ਕਰ ਪਦ ਬੰਧਨ ਗੁਰ ਟਿਗ ਬੈਸੇ। ਆ ਕਰਕੇ ਸਾਰਿਆਂ ਨੇ ਵਾਰੋ ਵਾਰੀ ਮੱਥਾ ਟੇਕ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਚੌਂਕੜਾ ਮਾਰ ਕਰਕੇ ਸਤਿਗੁਰਾਂ ਦੇ ਅੱਗੇ ਸੰਗਤ ਰੂਪ ਹੋ ਕੇ ਬੈਠ ਗਏ। ਕਾਜੀ ਬਚਨ ਕਹੇ ਤਬ ਐਸੇ। ਉਸ ਵੇਲੇ ਕਾਜੀ ਨੇ ਇੱਕ ਕੁਝ ਕਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿਹਾ। ਹੇਤ ਮਹਾਵਤ ਹਾਥੀ ਜੋ। ਕਹਿਣ ਲੱਗੇ ਜਿਹੜਾ ਹਨ ਹੇ ਫਕੀਰ, ਹੇ ਦਰਵੇਸ਼,
ਹੇਤ ਮਹਾਵਤ, ਕਹਿੰਦੇ ਇਹ ਮਹਾਵਤ ਵਾਸਤੇ ਤੁਸੀਂ ਹਾਥੀ ਨੂੰ ਜਿਉਂਦਾ ਕਰ ਦਿੱਤਾ ਮਰੇ ਹੋਏ ਨੂੰ। ਜੀਵਾਇਓ ਤੁਮ ਨਹੀਂ ਸੋ। ਕਹਿਣ ਲੱਗੇ ਉਹ ਹਾਥੀ ਤੁਸੀਂ ਜਿਉਂਦਾ ਕੀਤਾ ਸੀਗਾ ਜਾਂ ਕਿਸੇ ਹੋਰ ਨੇ ਕੀਤਾ ਸੀ? ਸੁਣ ਕੇ ਰਾਵਰ ਸਿਫਤ ਕਨੇਰੀ। ਕਹਿਣ ਲੱਗੇ ਸੁਣ ਕੇ, ਕਹਿੰਦੇ ਇਹ ਆਪ ਜੀ ਦੀ ਇਹ ਜਿਹੜੀ ਹੈ ਉਸਤਤ ਨੂੰ ਸੁਣ ਕੇ ਵੀ ਮਰੇ ਹੋਏ ਹਾਥੀ ਨੂੰ ਤੁਸੀਂ ਜਿਉਂਦਾ ਕੀਤਾ ਹੈ ਜਿਸ ਤਰ੍ਹਾਂ ਮਹਾਵਤ ਨੇ ਕਿਹਾ ਹੈ। ਕਹਿਣ ਲੱਗੇ ਆਪ ਜੀ ਦੀ ਸਿਫਤੀ ਨੂੰ ਸੁਣ ਕੇ ਜੋ ਬਹੁਤ ਵੱਡੀ ਹੈ। ਦਰਸ਼ਨ ਹਿਤ ਆਏ ਬਿਨ ਦੇਰੀ। ਇਸ ਕਰਕੇ ਅਸੀਂ ਸਾਰੇ ਬਿਨਾਂ ਦੇਰੀ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਏ ਹਾਂ ਇੱਥੇ। ਕਾਜੀ ਕੀ ਦਿਸ ਦੇਖ ਗੁਸਾਈ। ਉਸ ਵੇਲੇ ਕਾਜੀ ਦੇ ਇਹ ਜਿਹੜੇ ਹਨ ਉਹਨਾਂ ਦੇ ਜਿਹੜੇ ਹਨ ਇਹ ਗੱਲਾਂ ਸੁਣ ਕਰਕੇ, ਇਹ ਬਚਨ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੇਰਾ ਭਰੇ ਜਿਹੜੀ ਨਿਗਾਹ ਹੈ ਉਸ ਕਾਜੀ ਤੇ ਪਾਈ। ਉਹ ਕਾਜੀ ਨੂੰ ਦੇਖਿਆ। ਬਾਣੀ ਨਿਰਹੰਕਾਰ ਅਲਾਈ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਜਿਹੜੇ ਕੀਤੇ ਉਹ ਨਿਰਹੰਕਾਰ ਹੈ। ਨਿਰਹੰਕਾਰ ਉਹ ਬਚਨ ਹੁੰਦੇ ਨੇ ਜਿਹਦੇ ਵਿੱਚ ਮੈਂ ਨਾ ਹੋਵੇ, ਜਿਹਦੇ ਵਿੱਚ ਪਰਮਾਤਮਾ ਪ੍ਰਗਟ ਹੋਵੇ, ਜਿਹੜੀ ਗੱਲ ਦੇ ਵਿੱਚ ਆਪਾਂ ਆਪਣੇ ਆਪ ਨੂੰ ਜਿਹੜਾ ਹਨ ਗਵਾ ਦਈਏ ਤੇ ਪਰਮੇਸ਼ਰ ਨੂੰ ਪ੍ਰਗਟ ਕਰ ਦਈਏ, ਉਹਨੂੰ ਨਿਰਹੰਕਾਰ ਬਚਨ ਕਹਿੰਦੇ ਹਾਂ। ਉਹ ਬਚਨ ਜਿਹੜੇ ਕਿ ਪਰਮਾਤਮਾ ਦੀ ਸ਼ਕਤੀ ਨੂੰ ਪ੍ਰਗਟ ਕਰਨ ਵਾਲੇ ਹਨ। ਹਮ ਹੈ ਕੌਣ ਮ੍ਰਿਤਕ ਜੀਵਾਰ ਹੈ। ਸਤਿਗੁਰਾਂ ਨੇ ਬਚਨ ਕੀ ਕੀਤਾ ਦੇਖੋ, ਕਹਿੰਦੇ ਹਮ ਹੈ ਕੌਣ, ਮੈਂ ਕੌਣ ਹੁੰਦਾ ਹਾਂ ਮ੍ਰਿਤਕ ਜੀਵਾਲ ਵੀ ਮਰੇ ਹੋਈ ਜੀਵ ਨੂੰ ਮੈਂ ਜਿਉਂਦਾ ਕਰਨ ਵਾਲਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਕੌਣ ਹੁੰਦਾ ਹਾਂ। ਪਰ ਇਹ ਬਚਨ ਵੀ ਸੱਚੇ ਨੇ। ਹਮ ਮਹਾਰਾਜ ਨੇ ਹਮ ਵਰਤਿਆ। ਹਮ ਹੁੰਦਾ ਹੰਕਾਰ, ਮੈਂ। ਕਹਿਣਗੇ ਇਹ ਹੰਕਾਰ ਕੌਣ ਹੁੰਦਾ ਹੈ? ਮਰੇ ਹੋਏ ਨੂੰ ਜਿਉਂਦਾ ਕਰਨ ਵਾਲਾ। ਹੰਕਾਰ ਨਹੀਂ ਕਿਸੇ ਨੂੰ ਜਿਉਂਦਾ ਕਰ ਸਕਦਾ। ਜਿਉਂਦੇ ਨੂੰ ਮਾਰ ਜ਼ਰੂਰ ਸਕਦਾ ਹੈ ਪਰ ਮਰੇ ਨੂੰ ਕੋਈ ਜਿਉਂਦਾ ਨਹੀਂ ਕਰ ਸਕਦਾ। ਇਹ ਹੰਕਾਰ ਐਸੀ ਚੀਜ਼ ਹੈ ਕਿਉਂਕਿ ਹੰਕਾਰ ਉੱਥੇ ਜਾ ਕੇ ਹੰਕਾਰ ਦੀਆਂ ਵੱਖੀਆਂ ਟੁੱਟਦੀਆਂ ਹਨ ਜਿੱਥੇ ਮੌਤ ਆ ਜਾਂਦੀ ਹੈ। ਬੰਦਾ ਭਾਵੇਂ ਕਿੰਨਾ ਵੀ ਹੰਕਾਰੀ ਹੋਵੇ, ਜਦੋਂ ਮਰ ਜਾਂਦਾ ਉਹ ਕੀ ਕਰ ਸਕਦਾ ਹੈ? ਸੋ ਇਸ ਕਰਕੇ ਮੌਤ ਜਿਹੜੀ ਹੁੰਦੀ ਹੈ ਇਹ ਇੱਕ ਐਸੀ ਹੈ ਕਿਉਂਕਿ ਪ੍ਰਾਲਬੱਧ ਜਦੋਂ ਮੁੱਕ ਜਾਂਦੀ ਹੈ ਉਦੋਂ ਹੰਕਾਰ ਕੁਝ ਵੀ ਨਹੀਂ ਕਰ ਸਕਦਾ। ਉਹ ਜਿਹੜਾ ਹੈ ਉਹ ਕਰਨ ਜੋਗਾ ਹੀ ਨਹੀਂ ਕੁਝ ਰਹਿੰਦਾ। ਜਦੋਂ ਤੱਕ ਬੰਦੇ ਦੇ ਸਵਾਸ ਬਾਕੀ ਨੇ ਉਹਦੀ ਪ੍ਰਾਲਬੱਧ ਕਰਕੇ, ਉਦੋਂ ਤੱਕ ਬੰਦਾ ਹੰਕਾਰ ਕਰਦਾ ਹੈ ਕਿਉਂਕਿ ਉਹਦੀ ਪ੍ਰਾਲਬੱਧ ਹੈਗੀ, ਉਹਦੀ ਜੀਵਨ ਹੈਗਾ, ਉਹਦਾ ਲਾਈਫ ਟਾਈਮ ਹੈਗਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹਮ ਹੈ ਕੌਣ, ਮੈਂ ਕੌਣ ਹੁੰਦਾ ਹਾਂ ਮਰੇ ਹੋਏ ਨੂੰ ਜਿਉਂਦਾ ਕਰਨ ਵਾਲਾ। ਇੱਕ ਕਰਤਾਰ ਜਵਾਬ ਹੈ ਮਾਰ ਹੈ। ਦੇਖੋ ਇੱਕੋ ਇੱਕ ਪਰਮਾਤਮਾ ਹੀ ਹੈ ਜੋ ਜਿਉਂਦਾ ਵੀ ਕਰਦਾ ਹੈ ਤੇ ਮਾਰਦਾ ਵੀ ਹੈ। ਮਾਰਨ ਵਾਲਾ ਵੀ ਉਹੀ ਹੈ, ਜਿਉਂਦਾ ਕਰਨ ਵਾਲਾ ਵੀ ਉਹੀ ਹੈ। ਭਾਵੇਂ ਸਨਾਤਨ ਮਤ ਦੇ ਵਿੱਚ ਬ੍ਰਹਮਾ ਨੂੰ ਜਿਹੜਾ ਉਤਪਤੀ ਦਾ ਦੇਵਤਾ ਮੰਨਿਆ ਹੈ, ਵਿਸ਼ਨੂੰ ਨੂੰ ਜਿਹੜਾ ਪਾਲਣ ਵਾਲਾ ਮੰਨਿਆ ਹੈ ਤੇ ਜਿਹੜਾ ਨਾਸ਼ ਕਰਨ ਵਾਲਾ ਸ਼ਿਵ ਜੀ ਨੂੰ ਮੰਨਿਆ ਹੈ, ਪਰ ਇਹ ਸਾਰੀਆਂ ਤਿੰਨੇ ਸ਼ਕਤੀਆਂ ਦਾ ਮਾਲਕ ਤਾਂ ਪਰਮਾਤਮਾ ਹੀ ਹੈ ਨਾ। ਪਰਮਾਤਮਾ ਨੇ ਤਾਂ ਸ਼ਕਤੀ ਬ੍ਰਹਮਾ ਨੂੰ ਦਿੱਤੀ ਹੈ, ਉਹ ਜਿਹੜਾ ਹਨ ਫਿਰ ਉਹੀ ਸ਼ਕਤੀ ਵਿਸ਼ਨੂੰ ਨੂੰ ਦਿੱਤੀ ਹੈ, ਉਹੀ ਜਿਹੜਾ ਸ਼ਿਵ ਜੀ ਨੂੰ ਦਿੱਤੀ ਹੈ। ਹੁਣ ਇਹ ਤਾਂ ਨੌਕਰ ਹੋਏ ਨਾ ਪਰਮਾਤਮਾ ਦੇ, ਪਰ ਪਰਮਾਤਮਾ ਵਿੱਚ ਤਾਂ ਅਲਟੀਮੇਟ ਸ਼ਕਤੀ ਤਾਂ ਪਰਮਾਤਮਾ ਦੀ ਹੈ, ਮਾਰਨ ਤੇ ਜਿਉਣ ਦੀ। ਇਸ ਬਿਨ ਔਰ ਸਖਤ ਕਿਸ ਮਾਹੀ। ਕਹਿਣਗੇ ਇਸ ਤਰ੍ਹਾਂ ਦੀ ਸ਼ਕਤੀ ਜਿਹੜੀ ਹੈ ਹੋਰ ਕਿਸੇ ਵਿੱਚ ਕਿਵੇਂ ਹੋ ਸਕਦੀ ਹੈ? ਵਿਆਪਕ ਕਲਾ ਦੇਖੀਏ ਤੇ ਜਾਹੀ। ਦੇਖੋ ਵਿਆਪਤ ਕਲਾ, ਉਹ ਪਰਮਾਤਮਾ ਦੀ ਜਿਹੜੀ ਸ਼ਕਤੀ ਕਲਾ ਹੈ ਉਹ ਵਿਆਪਤ ਹੈ। ਉਹ ਜਿਹੜਾ ਸਾਰਿਆਂ ਦੇ ਵਿੱਚ ਅੰਦਰ ਵਿਚਰ ਰਹੀ ਹੈ, ਉਹੀ ਸ਼ਕਤੀ ਕਰਕੇ ਸਾਰੇ ਹੀ ਜਿਉਂਦੇ ਹਨ। ਉਹੀ ਸ਼ਕਤੀ ਦੇ ਨਾ ਹੋਣ ਕਰਕੇ ਹੀ ਮ੍ਰਿਤਕ ਹੁੰਦੇ ਨੇ। ਉਹੀ ਸ਼ਕਤੀ ਕਰਕੇ ਤਾਂ ਸਭ ਕੁਝ ਇਹ ਦੁਨੀਆ ਦਾ ਕਾਰਜ ਚੱਲਦੇ ਨੇ। ਉਹ ਵਿਆਪਕ ਸ਼ਕਤੀ ਜਿਹੜੀ ਹੈ ਦੇਖੇ ਜਾਹੀ। ਕਹਿੰਦੇ ਇਸ ਕਰਕੇ ਹੇ ਕਾਜੀ, ਜੇ ਤੂੰ ਦੇਖਣਾ ਚਾਹੁੰਦਾ ਹੈ ਨਾ ਕੁਝ ਇਹ ਜੀਵਨ ਦੇ ਵਿੱਚ, ਤਾਂ ਉਹ ਪਰਮਾਤਮਾ ਦੀ ਵਿਆਪਕ ਸ਼ਕਤੀ ਨੂੰ ਦੇਖ। ਇਹ ਜਿਹੜੇ ਹਨ ਉਤਲੇ ਉਤਲੇ ਸਰੀਰਾਂ ਨੂੰ ਨਾ ਦੇਖ, ਉਹਨਾਂ ਦੇ ਅੰਦਰ ਜਿਹੜੀ ਵਰਤਦੀ ਸ਼ਕਤੀ ਪਰਮਾਤਮਾ ਦੀ ਹੈ ਉਸ ਦੇ ਵਿੱਚ ਆਪਣਾ ਧਿਆਨ ਜੋੜਨਾ ਕਰ, ਦੇਖਣਾ ਕਰ। ਕਾਜੀ ਕਹੇ ਸਖਤ ਜੇ ਧਾਰ ਹੋ। ਹੁਣ ਕਾਜੀ ਕਹਿਣ ਲੱਗਾ, ਕਾਜੀ ਨੇ ਹੁਣ ਕਿਹਾ, ਕਹਿੰਦੇ ਜੇ ਤੁਹਾਡੇ ਵਿੱਚ ਸ਼ਕਤੀ ਹੈ, ਮੁਖ ਤੇ ਕਹਿ ਅਬ ਕਹਿ ਗੱਜ ਮਾਰ ਹੋ। ਕਹਿਣਗੇ ਹੁਣ ਆਪਣੇ ਮੂੰਹ ਤੋਂ ਬਚਨ ਕਰੋ ਤੇ ਇਹ ਹਾਥੀ ਜਿਹਦੇ ਕਰਕੇ ਫੇਰ ਮੁੜ ਕੇ ਮਰ ਜਾਵੇ, ਜਿਹੜਾ ਜਿਉਂਦਾ ਹਾਥੀ ਕੀਤਾ ਹੋਇਆ, ਕਹਿੰਦੇ ਹੁਣ ਬਚਨ ਕਰ ਦਿਓ, ਮੁਖ ਤੋਂ ਕਹਿ ਦਿਓ ਹਾਥੀ ਤੂੰ ਮਰ ਜਾ। ਕਹਿੰਦੇ ਫੇਰ ਦੇਖਦੇ ਆ ਮਰਦਾ ਕਿ ਨਹੀਂ ਮਰਦਾ। ਜੇ ਤੁਮ ਕਹੈ ਗਇਓ ਮਰ ਕੁੰਚਰ। ਜੇ ਤੁਹਾਡੇ ਕਹੇ ਤੋਂ ਇਹ ਹਾਥੀ ਜਿਹੜਾ ਜਿਉਂਦਾ ਹੈ ਖੜਾ ਖੜਾ ਇਸੇ ਵੇਲੇ ਮਰ ਜਾਵੇ, ਤਉ ਜਾਣੈ ਪ੍ਰਤੱਖ ਕਲਾ ਧਰ। ਫੇਰ ਅਸੀਂ ਜਾਣਾਂਗੇ ਕਿ ਤੁਹਾਡੇ ਵਿੱਚ ਜਿਹੜੀ ਹਨ ਪ੍ਰਤੱਖ ਪਰਮਾਤਮਾ, ਉਹ ਖੁਦਾ ਦੀ ਸ਼ਕਤੀ ਤੁਹਾਡੇ ਵਿੱਚ ਵਰਤਦੀ ਹੈ। ਕਲਾ ਧਾਰ, ਤੁਸੀਂ ਸ਼ਕਤੀਆਂ ਵਾਲੇ ਕਰਾਮਾਤੀ ਪੀਰ ਹੋ, ਤਾਂ ਅਸੀਂ ਮੰਨਾਂਗੇ। ਹੁਣ ਦੇਖੋ ਇਹ ਲੋਕਾਂ ਨੂੰ ਜਿਹੜਾ ਹੈ ਚਾਅ ਹੁੰਦਾ ਹੈ
ਇਹ ਜਿਹੜੇ ਹਨ ਐਸੀਆਂ ਖੇਡਾਂ ਦੇਖਣ ਦਾ। ਉਹਨਾਂ ਨੂੰ ਮਿਰੇਕਲ ਪਾਵਰਸ ਜਿਹੜੇ ਹੁੰਦੇ ਨੇ ਇੱਕ ਸਿਰਫ ਇੱਕ ਸ਼ੋਅ ਐਂਟਰਟੇਨਮੈਂਟ ਵਾਲੀ ਹੁੰਦੀ ਹੈ, ਵੀ ਦੇਖੀਏ ਤਾਂ ਸਹੀ ਵੀ ਮਰਿਆ ਹੋਇਆ ਹੁਣ ਮਰ ਜਾਊਗਾ ਫੇਰ ਜਿਉਂਦਾ ਕਰ। ਦੇਖੋ ਐਸੀਆਂ ਗੱਲਾਂ ਤਾਂ ਅੱਜ ਕੱਲ੍ਹ ਆਪਾਂ ਮੂਵੀਆਂ 'ਚ ਬੜਾ ਦੇਖਦੇ ਹਾਂ। ਮੂਵੀਆਂ ਵਿੱਚ ਬੰਦਾ ਮਰ ਜਾਂਦਾ ਹੈ ਪਰ ਹੁੰਦਾ ਤਾਂ ਜਿਉਂਦਾ ਹੀ ਹੈ, ਪਰ ਮੂਵੀ 'ਚ ਇਸ ਤਰ੍ਹਾਂ ਮਾਰ ਦਿੰਦੇ ਨੇ। ਸੋ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਬੜਾ ਚਾਅ ਹੁੰਦਾ ਹੈ। ਉਸ ਵੇਲੇ ਮੂਵੀਜ਼ ਨਹੀਂ ਹੁੰਦੀਆਂ ਸਨ, ਸੋ ਲੋਕੀ ਐਸਾ ਐਂਟਰਟੇਨਮੈਂਟ ਭਾਲਿਆ ਕਰਦੇ ਸਨ, ਕਰਾਮਾਤਾਂ ਦੇਖਣ ਦਾ। ਇਸੇ ਕਰਕੇ ਜਦੋਂ ਵੀ ਕੋਈ ਰਾਜਾ ਜਿਹੜਾ ਹੋਇਆ ਕਰਦਾ ਸੀ, ਉਹ ਐਸੇ ਬੰਦਿਆਂ ਨੂੰ ਆਪਣੇ ਦਰਬਾਰ 'ਚ ਸੱਦ ਕੇ ਲਿਆਉਂਦਾ ਸੀਗਾ ਵੀ ਕੋਈ ਸਾਧੂ ਹੋਵੇ, ਹਾਂਜੀ ਕੋਈ ਸਾਧੂ ਆ ਗਿਆ। ਉੱਤੋਂ ਪਰਮੇਸ਼ਰ ਦਾ ਉਹਨਾਂ ਨੇ ਕੋਈ ਉਪਦੇਸ਼ ਨਹੀਂ ਲੈਂਦੇ ਸਨ, ਉਹਨਾਂ ਨੂੰ ਇਹ ਨਹੀਂ ਪੁੱਛਦੇ ਸਨ ਉਹ ਪਰਮਾਤਮਾ ਨਾਲ ਕਿਵੇਂ ਇੱਕ ਹੋਈਏ, ਉਹ ਪਰਮਾਤਮਾ ਨੂੰ ਕਿਵੇਂ ਮਿਲੀਏ, ਆਪਣਾ ਜੀਵਨ ਕਿਵੇਂ ਸਫਲਾ ਕਰੀਏ, ਇਹ ਨਹੀਂ ਉਹਨਾਂ ਨੇ ਪੁੱਛਣਾ। ਉਹਨਾਂ ਨੇ ਕਹਿਣਾ ਭਈ ਸ਼ਕਤੀ ਦਿਖਾਓ, ਇਹ ਕਰਕੇ ਦਿਖਾਓ, ਜਿਹੜਾ ਕੋਈ ਨਹੀਂ ਕਰ ਸਕਦਾ ਤੁਸੀਂ ਕਰਕੇ ਦਿਖਾਓ। ਹੁਣ ਇਹ ਜਿਹੜੇ ਲੋਕ, ਜਿਹੜੇ ਸੰਤ ਲੋਕ ਉੱਥੇ ਸ਼ਕਤੀਆਂ ਦਿਖਾਉਂਦੇ ਸਨ, ਇਹ ਤਾਂ ਸਿਰਫ ਇੱਕ ਐਂਟਰਟੇਨਰਸ ਬਣ ਕੇ ਰਹਿ ਗਏ ਸਨ। ਇਹ ਸਿਰਫ ਰਾਜੇ ਨੂੰ ਐਂਟਰਟੇਨ ਕਰਿਆ ਕਰਦੇ ਸਨ, ਭਾਵੇਂ ਉਹ ਜਿਹੜੀਆਂ ਹਨ ਸ਼ਕਤੀਆਂ ਅਸਲੀ ਸ਼ਕਤੀਆਂ ਹੀ ਸੀਗੀਆਂ, ਪਰ ਵਰਤਦੇ ਤਾਂ ਐਂਟਰਟੇਨਮੈਂਟ ਵਾਸਤੇ ਹੈ। ਇਸ ਕਰਕੇ ਅੱਜ ਵੀ ਦੁਨੀਆ ਦਾ ਇਹੀ ਹਾਲ ਹੈ। ਹਰ ਕੋਈ ਜਿਹੜਾ ਹਨ ਹਿਪੋਕ੍ਰੇਸੀ ਦੇ ਪਿੱਛੇ ਪਿਆ ਹੋਇਆ ਹੈ, ਹਰ ਕੋਈ ਦਿਖਾਵੇ ਦੇ ਪਿੱਛੇ ਪਿਆ ਹੋਇਆ ਹੈ। ਕੋਈ ਬਾਬੇ ਕੋਲ ਜਾਓ, ਬਾਬਾ ਕੋਈ ਸ਼ਕਤੀ ਦਿਖਾ ਦੇਵੇ, ਹਾਂਜੀ ਦੀਕਦੇ ਰਹਿੰਦੇ ਨੇ ਦਰਬਾਰ ਦੇ ਸਾਹਮਣੇ, ਪਰ ਨਹੀਂ ਬਾਬੇ ਨੇ ਕਿਹੜੀ ਸ਼ਕਤੀ ਦਿਖਾ ਦੇਣੀ ਹੈ। ਪਰ ਕਿਸੇ ਨੇ ਵੀ ਜਾ ਕੇ ਬਾਬੇ ਨੂੰ ਪੁੱਛਿਆ ਕਿ ਮੈਨੂੰ ਉਹ ਤੂੰ ਉਪਦੇਸ਼ ਦੇ ਜਿਹਦੇ ਕਰਕੇ ਮੇਰੀ ਬਿਰਤੀ ਗੁਰਬਾਣੀ ਵਿੱਚ ਜੁੜ ਜਾਵੇ, ਮੈਂ ਪਰਮਾਤਮਾ ਨਾਲ ਮਿਲ ਜਾਵਾਂ, ਮੇਰੇ ਅੰਦਰੋਂ ਖਾਹਿਸ਼ਾਂ ਮੁੱਕ ਜਾਣ, ਮੈਨੂੰ ਮੇਰੇ ਅੰਦਰ ਉਹ ਚੀਜ਼ ਨਾ ਰਹੇ, ਮੇਰੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੁੱਕ ਜਾਵੇ। ਇਹ ਕੋਈ ਨਹੀਂ ਮੰਗਦਾ। ਅੱਜ ਵੀ ਉਹੀ ਬਿਮਾਰੀ ਹੈ, ਉਸ ਸਮੇਂ ਦੀ ਵੀ ਉਹੀ ਬਿਮਾਰੀ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਦੇਖੋ ਕਿਵੇਂ ਇਹ ਗੱਲ ਨੂੰ ਹੈਂਡਲ ਕਰਦੇ ਹਨ। ਸੁਣ ਪ੍ਰਭ ਬੋਲੇ ਸਹਿਜ ਸੁਭਾਏ। ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਅ ਵਿੱਚ ਬੋਲੇ, ਜਿਉਂ ਖੁਦਾਏ ਕੀ ਹੋਏ ਰਜਾ। ਮਹਾਰਾਜ ਨੇ ਇੱਕੋ ਬਚਨ ਕੀਤਾ, ਕਹਿੰਦੇ ਜਿਵੇਂ ਖੁਦਾ ਦੀ ਮਰਜ਼ੀ ਹੋਵੇਗੀ, ਜਿਵੇਂ ਉਸ ਦਾ ਭਾਣਾ ਵਰਤੇਗਾ, ਹੋਣਾ ਵੈਸਾ ਹੀ ਹੈ। ਤਤ ਛਿਨ ਕੁੰਚਰ ਗਿਰਿਓ ਬਹੋਰੀ। ਬਸ ਮਹਾਰਾਜ ਦੀ ਇਹ ਕਹਿਣ ਦੀ ਦੇਰ ਸੀ, ਉਹ ਜਿਹੜਾ ਜਿਉਂਦਾ ਹੋਇਆ ਹਾਥੀ ਫੇਰ ਮਰ ਗਿਆ ਵਿਚਾਰਾ, ਫੇਰ ਉਹ ਡਿੱਗ ਪਿਆ ਧਰਤੀ ਤੇ ਮਰ ਕੇ। ਪਰਿਓ ਮ੍ਰਿਤਕ ਹੋਏ ਤਿਸ ਹੀ ਠੌਰੀ। ਬਸ ਉਸੇ ਥਾਂ ਜਿੱਥੇ ਹਾਥੀ ਖੜਾ ਸੀ ਉੱਥੇ ਖੜਾ ਹੀ ਮਰ ਗਿਆ ਜੀ। ਪਾਤਸ਼ਾਹੇ ਕੇ ਬੈਠਿਓ ਤੀਰ। ਸੋ ਜਿਹੜਾ ਪਾਤਸ਼ਾਹ ਰਾਜਾ ਕੋਲ ਬੈਠਾ ਸੀ ਉਸ ਵੇਲੇ, ਹੋਤੋ ਨਜਾਮੁਦੀਨ ਇੱਕ ਪੀਰ, ਤੇ ਉਹਦੇ ਨਾਲ ਇੱਕ ਨਜਾਮਦੀਨ ਇੱਕ ਪੀਰ ਸੀਗਾ ਜੋ ਰਾਜੇ ਦੇ ਕੋਲ ਬੈਠਾ ਸੀ ਉਸ ਵੇਲੇ। ਕਾਜੀ ਸੋ ਬਚਨ ਉਚਾਰੇ। ਉਹ ਨਜਾਮਦੀਨ ਪੀਰ ਨੇ ਉਸ ਕਾਜੀ ਨੂੰ, ਜਿਹਨੇ ਕਾਜੀ ਨੇ ਕਿਹਾ ਸੀ ਨਾ ਗੁਰੂ ਨਾਨਕ ਸਾਹਿਬ ਨੂੰ ਵੀ ਇਹ ਹਾਥੀ ਨੂੰ ਹੁਣ ਮਾਰ ਦੇ, ਉਹ ਕਾਜੀ ਨੇ ਜਿਹੜਾ ਹਨ ਉਹ ਕਾਜੀ ਨੂੰ ਨਜਾਮਦੀਨ ਕਹਿਣ ਲੱਗਾ ਉਸ ਵੇਲੇ, ਇਹ ਖੁਦਾਏ ਹੈ ਨਰ ਤਨ ਧਾਰੇ। ਕਹਿਣ ਲੱਗੇ ਹੇ ਕਾਜੀ, ਨਜਾਮਦੀਨ ਕਹਿੰਦਾ ਇਹ ਜਿਹੜਾ ਤੇਰੇ ਸਾਹਮਣੇ ਬੈਠਾ ਨਾ ਗੁਰੂ ਨਾਨਕ ਸਾਹਿਬ ਵੱਲ ਇਸ਼ਾਰਾ ਕਰਕੇ, ਇਹ ਖੁਦਾ ਹੈ, ਇਹ ਆਪ ਸਾਡਾ ਅੱਲਾ ਹੈ, ਸਾਡਾ ਪਰਮਾਤਮਾ ਹੈ, ਇਹ ਆਪ ਵਾਹਿਗੁਰੂ ਹੈ। ਇਹ ਸਿਰਫ ਇੱਕ ਜਿਹੜਾ ਹੈ ਮਨੁੱਖੀ ਸਰੀਰ ਵਿੱਚ ਆਇਆ ਹੋਇਆ ਹੈ, ਇਹ ਆਪਾਂ ਨੂੰ ਮਨੁੱਖੀ ਸਰੀਰ ਦਿਖਾ ਰਿਹਾ ਹੈ, ਪਰ ਹੈ ਤਾਂ ਉਹੀ ਖੁਦਾ ਹੈ, ਪ੍ਰਤੱਖ ਉਹੀ ਪਰਮਾਤਮਾ ਆਪਣਾ ਸਰਗੁਣ ਰੂਪ ਧਾਰ ਕੇ ਆਇਆ ਹੈ। ਬਚਨ ਬੇਫਲ ਇਹ ਕੋ ਨਹਿ ਹੋਏ। ਇਸ ਕਰਕੇ ਇਹਨਾਂ ਦੇ ਬਚਨ ਜਿਹੜੇ ਹਨ ਬੇਅਰਥ ਨਹੀਂ ਜਾਂਦੇ, ਇਹਨਾਂ ਦੇ ਜਿਹੜੇ ਬਚਨ ਕਹੇ ਹੋਏ ਜਿਹੜੇ ਖਾਲੀ ਨਹੀਂ ਜਾਂਦੇ, ਇਹਨਾਂ ਦਾ ਜੋ ਕਿਹਾ ਹੋਇਆ ਬਚਨ ਉਹ ਪੂਰਾ ਹੁੰਦਾ ਹੈ। ਸਰਦਾ ਧਰ ਦੁੱਖ ਲੱਗੈ ਨਾ ਕੋਏ। ਇਸ ਕਰਕੇ ਨਜਾਮਦੀਨ ਪੀਰ ਕਹਿਣ ਲੱਗਾ ਕਾਜੀ ਨੂੰ, ਤੂੰ ਸ਼ਰਧਾ ਧਾਰ ਕੇ ਨਾ, ਕਹਿਣਗੇ ਇਹਨਾਂ ਦੇ ਚਰਨੀ ਲੱਗ ਜਾ, ਜਿਹਦੇ ਕਰਕੇ ਦੁੱਖ ਲੱਗੇ ਨਾ ਕੋਈ, ਤੈਨੂੰ ਫਿਰ ਕੋਈ ਦੁੱਖ ਮੁੜ ਕੇ ਨਹੀਂ ਲੱਗੇਗਾ। ਕਿਉਂਕਿ ਜਿਹੜੇ ਖੁਦਾ ਨੂੰ ਆਪਾਂ ਨਮਾਜ਼ਾਂ ਪੜ੍ਹਦੇ ਹਾਂ, ਜਿਹੜੇ ਖੁਦਾ ਨੂੰ ਆਪਾਂ ਚੇਤੇ ਕਰਦੇ ਹਾਂ, ਅੱਜ ਉਹ ਖੁਦਾ ਆਪਣੇ ਸਾਹਮਣੇ ਬੈਠਾ ਹੈ, ਅੱਜ ਇਹੀ ਸਰੀਰ ਦੇ ਵਿੱਚ ਬੈਠਾ, ਅੱਖਾਂ ਅੱਜ ਵਡਭਾਗਣਾ ਹਨ, ਇਹਨਾਂ ਵਿੱਚ ਇਹ ਅੱਜ ਖੁਦਾ ਦੇਖਣ ਦੀ ਸ਼ਕਤੀ ਆ ਗਈ ਹੈ। ਅੱਜ ਆਪਾਂ ਸਾਹਮਣੇ ਬੈਠੇ ਖੁਦਾ ਨੂੰ ਦੇਖ ਲਿਆ ਹੈ। ਪੁਨ ਕਾਜੀ ਕਹਿ ਦੇਹੋ ਜਿਵਾਏ। ਉਸ ਵੇਲੇ ਕਾਜੀ ਦੇ ਵਿੱਚ ਹਜੇ ਵੀ ਸ਼ਰਧਾ ਨਾ ਆਈ, ਇਹਦੇ ਵਿੱਚ ਹਜੇ ਵੀ ਸ਼ੋਅ ਦੇਖਣ ਦੀ, ਐਂਟਰਟੇਨਮੈਂਟ ਦੀ ਬੜੀ ਰੁਚੀ ਲੱਗੀ ਹੋਈ ਹੈ। ਦੇਖੋ ਕਾਜੀ ਤੇ ਨਜਾਮਦੀਨ ਪੀਰ ਦੀਆਂ ਗੱਲਾਂ ਇੱਕ ਵੀ ਅੰਦਰ ਨਹੀਂ ਗਈ, ਕਿਉਂਕਿ ਸਮਝੇ ਨਹੀਂ। ਦੇਖੋ ਇਹ ਗਿਆਨ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਤਾਂ ਬੜੀਆਂ ਸੁੰਦਰ ਨੇ। ਇਹ ਜਿਹੜੀਆਂ ਹਨ ਗਿਆਨ ਦੇ ਬਚਨ ਜਿਹੜੇ ਹੁੰਦੇ ਨੇ ਪਰਮਾਤਮਾ ਨਾਲ ਮਿਲਾਉਣ ਵਾਲੇ ਹੁੰਦੇ ਨੇ, ਪਰ ਹਰ ਕੋਈ ਇਹਨਾਂ ਨੂੰ ਸਮਝ ਨਹੀਂ ਸਕਦਾ, ਹਰ ਕਿਸੇ ਦੇ ਪੱਲੇ ਨਹੀਂ ਪੈਂਦੇ ਇਹ, ਕਿਉਂਕਿ ਬਿਰਤੀ ਹਜੇ ਮਾਇਆ ਵਿੱਚ ਰੁੱਝੀ ਹੋਈ ਹੈ। ਉਹਨਾਂ ਨੂੰ ਮਾਇਆ ਤੋਂ ਬਗੈਰ ਤਾਂ ਕੁਝ ਸੁਣਦਾ ਹੀ ਨਹੀਂ। ਸੋ ਜਿਹੜਾ ਹੈ ਮਾਇਆ ਤਾਰੀ ਅਤ ਅੰਨਾ ਬੋਲਾ, ਇਸ ਕਰਕੇ ਬਾਣੀ ਨੇ ਕਿਹਾ ਹੈ ਨਾ। ਸੋ ਇਸ ਕਰਕੇ ਹੁਣ ਉਹ ਕਾਜੀ ਜਿਹੜਾ ਦੇਖੋ ਏਡਾ ਵੱਡਾ ਉਪਦੇਸ਼ ਨਜਾਮਦੀਨ ਨੇ ਕਹਿ ਦਿੱਤਾ,
ਦਿੱਤਾ, ਪਰ ਹਜੇ ਵੀ ਇਹ ਕਾਜੀ ਕਹਿੰਦਾ ਹੈ ਦੇਹੋ ਜਿਵਾਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੁੜ ਕੇ ਫਿਰ ਜਿਉਂਦਾ ਕਰ ਦੋ ਹੁਣ। ਤੋ ਜਾਨੋ ਮੈਂ ਆਪ ਖੁਦਾ ਹਾਂ, ਫਿਰ ਮੈਂ ਜਾਣਾਂਗਾ ਤੁਸੀਂ ਖੁਦਾ ਹੋ। ਦੇਖੋ ਆਪਾਂ ਖੁਦਾ ਨੂੰ, ਪਰਮਾਤਮਾ ਨੂੰ ਜਾਣਨ ਵਾਸਤੇ ਵੀ ਸ਼ਰਤਾਂ ਰੱਖਦੇ ਹਾਂ। ਆਪਾਂ ਕਹਿੰਦੇ ਜੇ ਇਹ ਹੋਵੇਗਾ ਤਾਂ ਰੱਬ ਹੈ, ਜੇ ਇਹ ਨਾ ਹੋਇਆ ਰੱਬ ਨਹੀਂ ਹੈ। ਆਪਾਂ ਕਹਿੰਦੇ ਮੈਂ ਅਰਦਾਸ ਕੀਤੀ ਹੈ ਜੋ ਗੁਰਦੁਆਰੇ ਵਿੱਚ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਾਂਗਾ ਜੇ ਮੇਰਾ ਕੰਮ ਹੋ ਜਾਏ। ਦੇਖੋ ਆਪਾਂ ਸ਼ਰਤ ਰੱਖਦੇ ਹਾਂ, ਆਪਾਂ ਸ਼ਰਤ ਉਹਦੇ ਤੇ ਰੱਖਦੇ ਹਾਂ ਜਿਹਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ, ਜਿਹੜਾ ਕਿ ਸਾਰਿਆਂ ਵਿੱਚ ਵਰਤਦਾ, ਆਪਣੇ ਵਿੱਚ ਵੀ ਵਰਤ ਰਿਹਾ ਹੈ, ਜਿਹਦੇ ਕਰਕੇ ਆਪਾਂ ਜਿਉਂਦੇ ਹਾਂ, ਜਿਹਦੇ ਕਰਕੇ ਆਪਾਂ ਗੱਲਾਂ ਕਰਨ ਜੋਗੇ ਹਾਂ। ਉਸ ਪਰਮਾਤਮਾ ਨੂੰ ਵੀ ਜਾਣਨ ਵਾਸਤੇ ਆਪਾਂ ਸ਼ਰਤਾਂ ਰੱਖਦੇ ਹਾਂ। ਇਹ ਬਹੁਤ ਗਲਤ ਹੈ। ਆਪਾਂ ਪਰਮਾਤਮਾ ਨੂੰ ਕੋਈ ਸ਼ਰਤ ਨਹੀਂ ਦੇ ਸਕਦੇ, ਕਿਉਂਕਿ ਪਰਮਾਤਮਾ ਦਾ ਆਪਾਂ ਕੀ ਵਿਗਾੜ ਲਵਾਂਗੇ। ਆਪਾਂ ਜਿਹੜਾ ਹੈ ਪਰਮਾਤਮਾ ਦਾ ਕੁਝ ਵੀ ਵਿਗਾੜ ਨਹੀਂ ਸਕਦੇ, ਤੇ ਪਰਮਾਤਮਾ ਜਿਹੜਾ ਹੈ ਉਹ ਤਾਂ ਵਿਆਪਕ ਹੈ। ਸੋ ਇਸ ਕਰਕੇ ਉਹ ਕਹਿੰਦੇ ਤੋ ਜਾਣੋ ਮੈਂ ਆਪ ਖੁਦਾਏ, ਮੈਂ ਆਪ ਨੂੰ ਖੁਦਾ ਉਸ ਵੇਲੇ ਜਾਣਾਂਗਾ ਜੇ ਇਹ ਜਿਉਂਦਾ ਹੋ ਗਿਆ ਹੁਣ। ਸੁਨ ਗੁਣ ਐਨ ਸੋ ਬੈਨ ਉਚਾਰੇ। ਇਹ ਜਿਹੜੀਆਂ ਹਨ ਉਹਨਾਂ ਦੇ ਜਿਹੜੇ ਹਨ ਇਹ ਕਾਜੀ ਦੇ ਜਿਹੜੇ ਹਨ ਫੋਕੇ ਬਚਨ ਸੁਣ ਕਰਕੇ ਗੁਣਾ ਦੀ ਐਨ ਗੁਣਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੰਤ ਬਚਨ ਕੇ ਜੇਊ ਮਾਰੇ। ਕਹਿਣਗੇ ਸੰਤ ਬਚਨ ਕੇ ਜਊ ਮਾਰੇ। ਕਹਿਣਗੇ ਇਹ ਸੰਤ ਦੇ ਬਚਨ ਹਨ। ਸੰਤ ਦੇ ਬਚਨ ਜਿਹੜੇ ਹਨ ਜਿਉਂਦਾ ਤੇ ਮਰਨਾ। ਸੋ ਜਿਉਂਦਾ ਕਰਨਾ ਤੇ ਮਰਨਾ ਜਿਹੜਾ ਹੈ ਸੰਤ ਦੇ ਬਚਨ ਨਾਲ ਹੋ ਸਕਦਾ ਹੈ। ਤਿੰਨ ਕੋ ਕੋਈ ਨਾ ਸਕੈ ਜਿਵਾਏ। ਦੇਖੋ ਕਹਿੰਦੇ ਉਹ ਸੰਤ ਦੇ ਬਚਨ ਜਿਹੜੇ ਹੁੰਦੇ ਹਨ ਨਾ, ਉਹਨਾਂ ਨੇ ਜੇ ਕਿਸੇ ਨੂੰ ਜਿਉਂਦਾ ਕਰਤਾ ਜਾਂ ਕਿਸੇ ਨੂੰ ਮਾਰ ਦਿੱਤਾ, ਤਿੰਨ ਕੋ ਕੋਈ ਨਾ ਸਕੇ ਜਿਵਾਏ, ਉਹਨੂੰ ਕੋਈ ਵੀ ਜਿਉਂਦਾ ਨਹੀਂ ਕਰ ਸਕਦਾ। ਜੇ ਸੰਤ ਦੇ ਬਚਨ ਨਾਲ ਕੋਈ ਮਰ ਜਾਵੇ ਤਾਂ ਕੋਈ ਜਿਉਂਦਾ ਹੋ ਜਾਵੇ, ਉਹ ਬਦਲਿਆ ਨਹੀਂ ਜਾ ਸਕਦਾ। ਮੇਟੀ ਜਾਏ ਨਾ ਕਬਹਿ ਰਜਾਏ। ਦੇਖੋ ਇਹ ਰਜਾ ਜਿਹੜੀ ਪਰਮਾਤਮਾ ਦੇ ਭਾਣੇ ਦੇ ਵਿੱਚ ਜੋ ਸੰਤ ਪਰਮਾਤਮਾ ਦੇ ਭਾਣੇ ਨੂੰ ਮੰਨ ਕਰਕੇ ਕਰਦਾ ਹੈ, ਕਹਿੰਦੇ ਉਹ ਮੇਟੀ ਨਹੀਂ ਜਾਂਦੀ। ਈਸ਼ਵਰ ਆਇਸ ਸੰਤ ਹਟਾਵੇ। ਦੇਖੋ ਜੋ ਈਸ਼ਵਰ ਕਰਦਾ ਹੈ, ਜੋ ਈਸ਼ਵਰ ਕਰਦਾ ਹੈ ਉਹ ਸੰਤ ਹਟਾ ਸਕਦਾ ਹੈ। ਸੋ ਸੰਤ ਦੇ ਵਿੱਚ ਇਹ ਸ਼ਕਤੀ ਹੈ ਜੇ ਈਸ਼ਵਰ ਦਾ ਕੀਤਾ ਹੋਇਆ। ਹੁਣ ਈਸ਼ਵਰ ਇੱਕ ਵਾਰੀ ਹੋਰ ਆਪਾਂ ਵਿਚਾਰ ਕਰ ਲਈਏ ਕਿ ਈਸ਼ਵਰ ਉਹ ਹੈ ਜਦੋਂ ਪਰਮਾਤਮਾ ਇਸ ਸੰਸਾਰ ਨੂੰ ਬਣਾਉਂਦਾ ਹੈ, ਪਰਮਾਤਮਾ ਈਸ਼ਵਰ ਰੂਪ ਬਣਦਾ ਹੈ, ਪਰਮਾਤਮਾ ਇਸ ਜਗਤ ਦਾ ਮਾਲਕ ਬਣਦਾ ਹੈ। ਇਸ ਕਰਕੇ ਆਪਾਂ ਨੂੰ ਈਸ਼ਵਰ ਕਹਿੰਦੇ ਹਾਂ, ਭਗਵਾਨ ਕਹਿੰਦੇ ਹਾਂ, ਕਿਉਂਕਿ ਉਹ ਸੰਸਾਰ ਦਾ ਮਾਲਕ ਹੈ। ਸੋ ਕਹਿੰਦੇ ਈਸ਼ਵਰ ਦੀ ਆਗਿਆ ਨੂੰ ਸੰਤ ਤਾਂ ਹਟਾ ਸਕਦਾ ਹੈ। ਈਸ਼ਵਰ ਕੁਝ ਕਰੇ ਸੰਤ ਹਟਾ ਦਿੰਦੇ ਨੇ, ਸੰਤ ਜਿਹੜਾ ਕਰ ਦਿੰਦੇ ਨੇ, ਹੋਰ ਜਿਹੜਾ ਹਨ ਉਹ ਚੀਜ਼ ਨੂੰ ਚੇਂਜ ਕਰ ਸਕਦੇ ਹਨ। ਸੰਤ ਕਹੇ ਕੋ ਕੌਣ ਮਿਟਾਵੇ। ਪਰ ਜਿਹੜਾ ਸੰਤ ਦਾ ਕਿਹਾ ਉਹ ਕੋਈ ਨਹੀਂ ਮੇਟ ਸਕਦਾ। ਉਹ ਜਿਹੜਾ ਸੰਤ ਨੇ ਕਹਿਤਾ ਉਹ ਅਲਟੀਮੇਟ ਹੋ ਜਾਂਦਾ ਹੈ, ਉਹ ਨਹੀਂ ਕੋਈ ਮੇਟ ਸਕਦਾ। ਹੁਣ ਗੱਲ ਇੱਥੇ ਸਮਝਣ ਵਾਲੀ ਇੱਕ ਹੈ, ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੁੱਟੈ ਮੋਹ ਹੈ। ਸੋ ਇਸ ਪ੍ਰਕਾਰ ਕਰਕੇ ਇਹ ਸਾਖੀ ਇੱਕ ਹੋਰ ਵੀ ਹੈ, ਜਿਵੇਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਜਦੋਂ ਮਾਤਾ ਗੰਗਾ ਜੀ ਨੇ ਪੁੱਤਰ ਦੀ ਜਾਚਨਾ ਕੀਤੀ ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਾਡੇ ਭਰਾ ਪ੍ਰਿਥੀ ਚੰਦ ਨੇ ਬਚਨ ਕਰਤਾ ਕਿ ਸਾਡੇ ਘਰ 'ਚ ਔਲਾਦ ਨਹੀਂ ਹੋਏਗੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਹਨਾਂ ਦਾ ਬਚਨ ਨਹੀਂ ਹਟਾ ਸਕਦਾ, ਪਰ ਕਹਿੰਦੇ ਉਹਨਾਂ ਦਾ ਬਚਨ ਹਟਾਉਣ ਵਾਸਤੇ ਇੱਕ ਸਿੱਖ ਕਰ ਸਕਦਾ ਹੈ। ਇਸ ਕਰਕੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ, ਜੇ ਉਹ ਬਚਨ ਕਰ ਦੇਣ ਤਾਂ ਜਿਹੜਾ ਹਨ ਤੁਹਾਡੇ ਘਰ 'ਚ ਪੁੱਤਰ ਦਾ ਜਨਮ ਹੋਵੇਗਾ, ਤੁਹਾਡੇ ਘਰ 'ਚ ਪੁੱਤਰ ਪ੍ਰਗਟ ਹੋਵੇਗਾ। ਕਹਿਣਗੇ ਵੀ ਸੰਤ ਹਟਾ ਸਕਦਾ ਹੈ, ਈਸ਼ਵਰ ਦਾ ਕੀਤਾ ਹੋਇਆ ਸੰਤ ਹਟਾ ਸਕਦਾ, ਪਰ ਸੰਤ ਦਾ ਕੀਤਾ ਈਸ਼ਵਰ ਨਹੀਂ ਹਟਾ ਸਕਦਾ। ਕਹਿੰਦੇ ਐਸਾ ਜਿਹੜਾ ਹੈ ਇਹ ਰੀਤ ਹੈ ਸੰਸਾਰ ਦੀ। ਦੇਖੋ ਪਰਮਾਤਮਾ ਕਿੰਨੀ ਜਿਹੜੀ ਹੈ ਵਡਿਆਈ ਆਪਣੇ ਸੰਤਾਂ ਨੂੰ ਦਿੰਦਾ ਹੈ, ਉਹ ਸੰਤ ਦੇ ਕੀਤੇ ਨੂੰ ਕੋਈ ਹਟਾ ਨਹੀਂ ਸਕਦਾ। ਸੋ ਇਸ ਕਰਕੇ ਕਹਿੰਦੇ ਸੰਤ ਕਹੇ ਕੋ ਕੌਣ ਮਿਟਾਵੇ, ਕੌਣ ਮਿਟਾ ਸਕਦਾ ਹੈ, ਕਿਸੇ ਤੋਂ ਵੀ ਨਹੀਂ ਮਿਟਿਆ ਜਾਂਦਾ। ਦੋਹਰਾ ਜੈਸੇ ਜਗ ਅੰਧਾ ਕਰਿਓ ਮਾਇਆ ਸੰਗ ਭੁਲਾਏ। ਦੇਖੋ ਜੈਸੇ ਜਗ ਅੰਧਾ ਕਰਿਓ, ਜਿਵੇਂ ਇਹ ਜਗਤ ਨੂੰ ਅੰਨਾ ਕਰ ਦਿੱਤਾ ਮਾਇਆ ਨੇ, ਆਪਣਾ ਮੋਹ ਦਾ ਜਾਲ ਪਾ ਕੇ ਇਹ ਸਾਰੇ ਇਹ ਸੰਸਾਰ ਨੂੰ ਅੰਨਾ ਕਰ ਦਿੱਤਾ, ਅਗਿਆਨਤਾ ਦਾ ਹਨੇਰਾ ਛਾ ਗਿਆ। ਸੋ ਜਿਹਦੇ ਕਰਕੇ ਇਨਸਾਨ ਨੂੰ ਦੇਖਣ ਦੀ ਗਿਆਨ ਰੂਪੀ ਨੇਤਰ ਉਹਦੇ ਕੋਲ ਹੈ ਨਹੀਂ ਦੇਖਣ ਵਾਸਤੇ। ਮਾਇਆ ਸੰਗ ਭੁਲਾਏ, ਇਹ ਮਾਇਆ ਦੇ ਨਾਲ ਸਾਰੇ ਸੰਸਾਰ ਨੂੰ ਅੰਨਾ ਕਰ ਦਿੱਤਾ। ਸਤਿਗੁਰ ਬਚਨ ਸੁਚੇਤ ਕਰ ਦੇਵ ਹੈ ਨਾਮ ਦ੍ਰਿੜਾਏ। ਦੇਖੋ ਜੋ ਗੁਰੂ ਦਾ ਬਚਨ ਹੈ ਨਾ, ਇਹ ਜਿਹੜਾ ਅੰਨਾ ਕੀਤਾ ਹੋਇਆ ਜਗਤ ਹੈ ਅਗਿਆਨਤਾ ਦਾ,
ਮਾਇਆ ਨੇ ਉਹਨਾਂ ਨੂੰ ਸੁਚੇਤ ਕਰਨ ਵਾਸਤੇ, ਉਹਨਾਂ ਨੂੰ ਦੇਖਣ ਦੀ ਸ਼ਕਤੀ ਦੇਣ ਵਾਸਤੇ ਸਤਿਗੁਰੂ ਬਚਨ ਸੁਚੇਤ ਕਰ। ਸਤਿਗੁਰਾਂ ਦੀ ਜਿਹੜੀ ਗੁਰਬਾਣੀ ਹੈ, ਗੁਰਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਹਨ, ਕਹਿੰਦੇ ਉਹਨਾਂ ਦੇ ਬਚਨ ਜਿਹੜੇ ਹਨ ਉਹ ਸੁਚੇਤ ਕਰ। ਉਹ ਦੂਜਿਆਂ ਦੇ ਜਿਹੜੇ ਹਨ ਇਹ ਅੰਨੇ ਕੀਤੇ ਹੋਏ ਮਾਇਆ ਦਿਆਂ ਨੂੰ, ਉਹਨਾਂ ਨੂੰ ਮੁੜ ਕੇ ਸੁਜਾਖਾ ਕਰਨ ਵਾਸਤੇ ਸ਼ਕਤੀ ਰੱਖਦੇ ਨੇ, ਉਹਨਾਂ ਨੂੰ ਗਿਆਨ ਦੇ ਕੇ ਉਹਨਾਂ ਦੀਆਂ ਅੱਖਾਂ ਖੋਲ੍ਹਦੇ ਨੇ। ਦੇਵੇ ਨਾਮ ਦ੍ਰਿੜਾਏ, ਜੋ ਅੱਖਾਂ ਖੁੱਲ੍ਹ ਜਾਂਦੀਆਂ ਨੇ, ਜਦੋਂ ਸੱਚ ਦਿਸਣ ਲੱਗ ਪੈਂਦਾ ਹੈ ਤਾਂ ਉਸ ਵੇਲੇ ਆਪਣਾ ਸਿੱਖ ਜਾਣ ਕੇ ਗੁਰੂ ਫਿਰ ਉਹਨੂੰ ਨਾਮ ਦ੍ਰਿੜ ਕਰਾਉਂਦਾ ਹੈ। ਫਿਰ ਉਹਦੇ ਵਿੱਚ ਉਹਨਾਂ ਨੂੰ ਨਾਮ ਦੀ ਦਾਤ ਦੇ ਕੇ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਜਿਹੜਾ ਪਰਮੇਸ਼ਰ ਵਿੱਚ ਮਿਲਾਉਂਦਾ ਹੈ। ਚੌਪਈ ਜਿਸ ਕੋ ਚਾਹੈ ਕਰੈ ਉਧਾਰਾ। ਦੇਖੋ ਇਸ ਕਰਕੇ ਪਰਮੇਸ਼ਰ ਆਪਣੀ ਸ਼ਕਤੀ ਦੇ ਕਰਕੇ ਜਿਸ ਨੂੰ ਚਾਹੇ ਉਸ ਦਾ ਉਧਾਰ ਕਰ ਦਿੰਦਾ ਹੈ, ਉਸ ਨੂੰ ਮੁਕਤ ਕਰ ਦਿੰਦਾ ਹੈ। ਉਹ ਪਰਮਾਤਮਾ ਦੀ ਆਪਣੀ ਮਰਜ਼ੀ ਹੈ। ਬੰਧਨ ਦੇਹ ਸਰਬ ਨਿਰਵਾਰਾ। ਤੇ ਸਾਰੇ ਹੀ ਬੰਧਨਾਂ ਨੂੰ ਕੱਟਣ ਵਾਲਾ ਵੀ ਤਾਂ ਉਹ ਪਰਮਾਤਮਾ ਆਪ ਹੀ ਹੈ, ਕਿਉਂਕਿ ਮਾਇਆ ਵੀ ਤਾਂ ਉਹਦੀਓ ਦਾਸੀ ਹੈ ਨਾ, ਉਹਦੀਓ ਬਣਾਈ ਹੋਈ ਹੈ। ਜੇ ਪਰਮਾਤਮਾ ਚਾਹੇ ਤਾਂ ਮਾਇਆ ਦੇ ਜਾਲ ਤੋੜ ਦਿੰਦਾ ਹੈ। ਇਸ ਕਰਕੇ ਬੰਧਨ ਦੇਹ ਸਰਬ ਨਿਰਵਾਰਾ, ਸਾਰੇ ਹੀ ਬੰਧਨਾਂ ਨੂੰ ਦੂਰ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਜੋ ਅੰਬਰੀਕ ਭਗਤ ਢਿਗ ਆਇਓ। ਹੁਣ ਇੱਥੇ ਇੱਕ ਐਗਜ਼ਾਮਪਲ ਦਿੰਦੇ ਹਨ ਭਗਤ ਜਿਹੜਾ ਹਨ ਅੰਬਰੀਕ ਦਾ। ਕਹਿੰਦੇ ਦੇਖੋ ਦੁਰਵਾਸਾ ਰਿਸ਼ੀ ਨੇ ਜਿਹੜਾ ਹੈ ਉਸ ਦਾ ਵਰਤ ਜਿਹੜਾ ਸੀਗਾ ਅੰਬਰੀਕ ਨੂੰ ਕਿਹਾ ਕਿ ਮੈਂ ਨਹਾ ਕੇ ਆਉਂਦਾ ਹਾਂ। ਜਦੋਂ ਵਾਪਸ ਉਹ ਨਹਾ ਕੇ ਆਇਆ, ਉਹਨੇ ਜਾਣ ਬੁੱਝ ਕੇ ਬਹੁਤ ਜਿਹੜੀ ਦੇਰੀ ਲਾਤੀ। ਸੋ ਉਹ ਵਰਤ ਤੋੜਨ ਦਾ ਸਮਾਂ ਆ ਗਿਆ। ਅੰਬਰੀਕ ਨੇ ਪਾਣੀ ਪੀ ਕੇ ਉਸ ਵਰਤ ਨੂੰ ਤੋੜ ਲਿਆ ਤੇ ਭੋਜਨ ਛਕਣ ਵਾਸਤੇ ਦੁਰਵਾਸਾ ਦੀ ਉਡੀਕ ਕੀਤੀ। ਜਦੋਂ ਦੁਰਵਾਸਾ ਆਇਆ, ਉਹਨੇ ਦੇਖਿਆ ਕਿ ਅੰਬਰੀਕ ਨੇ ਤਾਂ ਆਪਣਾ ਵਰਤ ਤੋੜ ਲਿਆ, ਤਾਂ ਦੁਰਵਾਸਾ ਬੜੇ ਗੁੱਸੇ ਵਿੱਚ ਆਇਆ ਤੇ ਕਹਿੰਦੇ ਜਿਵੇਂ ਕਹਿੰਦੇ ਅੰਬਰੀਕ ਭਗਤ ਦੇ ਕੋਲ ਦੁਰਵਾਸਾ ਆਇਆ ਤੇ ਜਾਣ ਬੁੱਝ ਕੇ ਉਸ ਦਾ ਜਿਹੜਾ ਨੇਮ ਤੋੜਨ ਵਾਸਤੇ ਆਇਆ, ਤਾਂ ਫਿਰ ਦੁਰਵਾਸਾ ਜਿਹੜਾ ਸੀਗਾ ਉਸਨੇ ਜਿਹੜਾ ਗੁੱਸੇ ਵਿੱਚ ਆ ਕੇ ਉਸ ਵੇਲੇ ਅੰਬਰੀਕ ਜਿਹੜਾ ਹੈ ਇਸ ਨੂੰ ਜਿਹੜਾ ਮਾਰਨਾ ਚਾਹਿਆ। ਦੁਰਵਾਸਾ ਔਰ ਕ੍ਰੋਧ ਵਧਾਇਓ। ਦੇਖੋ ਦੁਰਵਾਸਾ ਨੇ ਐਸਾ ਕ੍ਰੋਧ ਕੀਤਾ ਉਸ ਵੇਲੇ ਅੰਬਰੀਕ ਤੇ। ਤਪਤ ਚੱਕਰ ਤੇ ਪਿੱਛੇ ਲਾਗਿਓ। ਦੇਖੋ ਜਦੋਂ ਉਹਨੇ ਮਾਰਨਾ ਚਾਹਿਆ ਜਿਹੜਾ ਦੁਰਵਾਸਾ ਨੇ ਅੰਬਰੀਕ ਨੂੰ, ਤਾਂ ਅੰਬਰੀਕ ਦੀ ਰੱਖਿਆ ਵਾਸਤੇ ਜਿਹੜਾ ਹਨ ਵਿਸ਼ਨੂੰ ਨੇ ਆਪਣਾ ਚੱਕਰ ਜਿਹੜਾ ਹੈ ਦੁਰਵਾਸਾ ਦੇ ਪਿੱਛੇ ਲਾ ਦਿੱਤਾ। ਜਦੋਂ ਅੰਬਰੀਕ ਨੇ ਜਿਹੜਾ ਪ੍ਰਾਰਥਨਾ ਕੀਤੀ ਕਿ ਹੇ ਪਰਮਾਤਮਾ ਮੈਨੂੰ ਬਚਾ ਲਓ, ਤਾਂ ਉਹ ਚੱਕਰ ਜਿਹੜਾ ਸੀਗਾ ਵਿਸ਼ਨੂੰ ਦਾ ਉਹ ਦੁਰਵਾਸਾ ਦੇ ਪਿੱਛੇ ਲੱਗ ਤੁਰਿਆ। ਅੱਗ ਵਾਲਾ ਚੱਕਰ ਜਿਹੜਾ ਸੀ। ਜਰਤ ਅੰਗ ਔਰ ਡਰ ਕਰ ਭਾਗਿਓ। ਸੋ ਜਦੋਂ ਦੁਰਵਾਸਾ ਨੇ ਦੇਖਿਆ ਕਿ ਇਹ ਚੱਕਰ ਜਿਹੜਾ ਹੈ ਅੱਗ ਦਾ ਚੱਕਰ ਜਿਹੜਾ ਪਿੱਛੇ ਆ ਰਿਹਾ ਹੈ ਵੀ ਮੇਰੇ ਸਰੀਰ ਨੂੰ ਸਾੜ ਦੇਵੇਗਾ, ਡਰਦਾ ਹੋਇਆ ਦੁਰਵਾਸਾ ਨੂੰ ਭੱਜਣਾ ਪੈ ਗਿਆ ਉਲਟਾ। ਸੱਸ ਸਵਤਾ ਨਹਿ ਰਾਖਿਓ ਜਿਸ ਨੂੰ। ਹੁਣ ਦੁਰਵਾਸਾ ਜਿਹੜਾ ਹੈ ਆਪਣੀ ਰੱਖਿਆ ਵਾਸਤੇ ਚੰਦਰਮਾ ਦੇਵਤੇ ਕੋਲ ਗਿਆ, ਸੂਰਜ ਦੇਵਤੇ ਕੋਲ ਗਿਆ ਕਿ ਮੇਰੀ ਰੱਖਿਆ ਕਰੋ, ਇੰਦਰ ਕੋਲ ਗਿਆ ਕਿ ਮੇਰੀ ਰੱਖਿਆ ਕਰ ਲੋ। ਹੁਣ ਦਰੋਹਣ ਗਿਰੀਸ ਗਇਓ ਢਿਗ ਵਿਸ਼ਨੂੰ। ਦੇਖੋ ਫਿਰ ਬਰਮਾ ਕੋਲ ਵੀ ਗਿਆ, ਸ਼ਿਵ ਜੀ ਕੋਲ ਵੀ ਜਾ ਕੇ ਉਹਨੇ ਬੇਨਤੀ ਕੀਤੀ ਕਿ ਮੈਨੂੰ ਇਹ ਵਿਸ਼ਨੂੰ ਦੇ ਚੱਕਰ ਤੋਂ ਬਚਾ ਲਓ। ਹੁਣ ਇੱਕ ਛਿਨ ਰਾਖ ਸਖਿਓ ਨਹਿ ਕੋ। ਦੇਖੋ ਇੱਥੋਂ ਤੱਕ ਕਿ ਵਿਸ਼ਨੂੰ ਨੇ ਉਹ ਚੱਕਰ ਭੇਜਿਆ ਤੇ ਵਿਸ਼ਨੂੰ ਕੋਲ ਜਾ ਕੇ ਜਦੋਂ ਉਹਨੇ ਕਿਹਾ ਕਿ ਇਹ ਚੱਕਰ ਨੂੰ ਕਿਰਪਾ ਕਰਕੇ ਮੇਰੇ ਪਿੱਛੋਂ ਹਟਾ ਦਿਓ, ਵਿਸ਼ਨੂੰ ਕਹਿਣ ਲੱਗਾ ਹੁਣ ਮੈਂ ਵੀ ਨਹੀਂ ਹਟਾ ਸਕਦਾ ਇਸ ਨੂੰ। ਇੱਕ ਛਿਨ ਭੂਪ ਸਰਨ ਆਇਓ ਪੁਨ ਸੋ। ਕਹਿੰਦੇ ਇੱਕ ਛਿਨ ਵਾਸਤੇ ਵੀ ਉਹਦੀ ਰੱਖਿਆ ਨਾ ਕਰ ਸਕੇ। ਭੂਪ ਸ਼ਰਨ ਆਇਓ ਪੁਨ ਸੋ। ਅਖੀਰ ਕਰ ਵਿਸ਼ਨੂੰ ਨੇ ਇਹੀ ਕਿਹਾ ਦੁਰਵਾਸਾ ਨੂੰ, ਤੂੰ ਜਾ ਕੇ ਅੰਬਰੀਕ ਤੋਂ ਮਾਫੀ ਮੰਗ, ਜਾ ਕਰਕੇ ਅੰਬਰੀਕ ਦੀ ਸ਼ਰਨ ਲੈ, ਉਹਦੇ ਚਰਨਾਂ ਤੇ ਜਾ ਕੇ ਤੂੰ ਮੱਥਾ ਟੇਕ, ਤਾਂ ਇਹ ਜਿਹੜਾ ਚੱਕਰ ਤੇਰੇ ਪਿੱਛੋਂ ਹਟੇਗਾ। ਜਰਤ ਚੱਕਰ ਤੇ ਤਾਹੇ ਉਬਾਰਾ। ਤੇ ਇਸ ਤਰ੍ਹਾਂ ਕਰਕੇ ਜਦੋਂ ਉਹਨੇ ਅੰਬਰੀਕ ਦੀ ਆ ਕੇ ਸ਼ਰਨ ਲਈ ਤਾਂ ਦੁਰਵਾਸਾ ਬਚਿਆ, ਨਹੀਂ ਤਾਂ ਦੁਰਵਾਸਾ ਵੀ ਬਚ ਨਹੀਂ ਸਕਦਾ ਸੀ। ਦੇਖੋ ਐਸਾ ਜਿਹੜਾ ਹੈ ਇਹ ਪਰਮਾਤਮਾ ਦੀ ਖੇਡ ਹੈ। ਪਰਮਾਤਮਾ ਦੇਖੋ ਆਪਣੇ ਸੰਤਾਂ ਨੂੰ ਕਿੰਨੀ ਵਡਿਆਈ ਦਿੰਦਾ ਹੈ। ਇਸ ਕਰਕੇ ਜਿਹੜਾ ਹੈ ਇਹ ਜਿਹੜਾ ਸਾਰਾ ਹੀ ਚੱਕਰ ਹੁੰਦਾ ਹੈ, ਇਹ ਪਰਮਾਤਮਾ ਆਪਣੇ ਸੰਤਾਂ ਨੂੰ ਵਡਿਆਈ ਦੇਣ ਵਾਸਤੇ ਹੀ ਇਹ ਸੰਸਾਰ ਦੀ ਉਤਪਤੀ ਕੀਤੀ ਹੈ। ਇਹੋ ਸੰਤਨ ਕੀ ਸਿਫਤ ਅਪਾਰਾ। ਦੇਖੋ ਸੰਤਾਂ ਦੀ ਸਿਫਤੀ ਬੜੀ ਵੱਡੀ ਹੈ। ਜਿਹੜੀ ਹਨ ਸਿਫਤ ਜਿਹੜਾ ਹਨ ਪਰਮਾਤਮਾ ਨੇ ਆਪਣੇ ਸੇਵਕਾਂ ਦੀ ਦਿੱਤੀ ਬਹੁਤ ਵੱਡੀ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਭਗਤੀ ਦਾ ਮਾਰਗ ਜਿਹੜਾ ਹੈ ਇਸ ਦਾ ਇੱਕ ਅਸੂਲ ਵੀ ਹੈ। ਜਿਵੇਂ ਇੱਕ ਮੁਸਲਮਾਨ ਸੂਫੀ ਫਕੀਰਾਂ ਦੇ ਵਿੱਚੋਂ ਸ਼ਮਸ ਤਬਰੇਜ਼ ਹੈ। ਕਹਿਣ ਲੱਗੇ ਉਹਨਾਂ ਨੇ ਜਿਹੜਾ ਹੈ ਇੱਕ ਮੋਏ ਹੋਏ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਹੈ ਉਹਨੂੰ ਜਿਉਂਦਾ ਕਿਵੇਂ ਕੀਤਾ। ਉਹਨਾਂ ਨੇ ਇੱਕ ਜਿਹੜਾ ਹਨ ਇਹ ਕਿਹਾ ਕਿ ਕੁਮ ਬਿਜਨੀ,
ਸੋ ਉਹਨੇ ਕੁੰਭ ਬਿਜਨੀ ਕਿਹਾ। ਸੋ ਕੁੰਭ ਬਿਜਨੀ ਹੁੰਦਾ ਹੈ ਉਸਦਾ ਅਰਥ ਉੱਠ ਮੇਰੇ ਹੁਕਮ ਦੇ ਨਾਲ। ਉਹਨੇ ਉਹ ਜਿਹੜਾ ਮਰੇ ਹੋਏ ਬੱਚੇ ਨੂੰ ਜਿਉਂਦਾ ਕਰਤਾ ਇਹ ਕਹਿ ਕਰਕੇ ਕਿ ਕੁੰਭ ਬਿਜਨੀ ਕਹਿਣਗੇ ਮੇਰੇ ਹੁਕਮ ਨਾਲ ਤੂੰ ਉੱਠ, ਬਸ ਇੰਨਾ ਕਿਹਾ। ਕਾਜ਼ੀਆਂ ਨੇ ਉਸ ਵੇਲੇ ਸ਼ਮਸ ਤਬਰੇਜ਼ ਨੂੰ ਕਾਫਰ ਕਿਹਾ। ਤੇ ਕਾਫਰ ਉਹ ਹੁੰਦਾ ਜੋ ਰੱਬ ਤੋਂ ਉਲਟ ਚੱਲਦਾ, ਜੋ ਰੱਬ ਦਾ ਸ਼ਰੀਕ ਹੁੰਦਾ ਹੈ। ਕਹਿੰਦੇ ਤੂੰ ਕਾਫਰ ਹੈ। ਕਾਫਰ ਦਾ ਜਿਹੜਾ ਹੈ ਉਹਨਾਂ ਨੇ ਕਰਾਰ ਦੇ ਦਿੱਤਾ। ਕਾਜੀ ਕਹਿਣ ਲੱਗੇ ਸ਼ਮਸ ਤਬਰੇਜ਼ ਨੂੰ ਤੂੰ ਕੁੰਭ ਬਿਜਨੀ ਨਹੀਂ ਕਹਿਣਾ ਸੀਗਾ, ਤੂੰ ਕੁੰਭ ਜਿਹੜਾ ਹਨ ਬਿਜਨੱਲਾ ਤੂੰ ਇਹ ਕਹਿਣਾ ਸੀ ਵੀ ਤੂੰ ਅੱਲਾ ਦੀ ਸ਼ਕਤੀ ਨਾਲ ਉੱਠ ਜਾਂ ਅੱਲਾ ਦੇ ਹੁਕਮ ਨਾਲ ਤੂੰ ਉੱਠ, ਤੂੰ ਕਿਉਂ ਕਿਹਾ ਮੇਰੇ ਹੁਕਮ ਨਾਲ ਉੱਠ। ਇਸ ਕਰਕੇ ਉਹਨਾਂ ਨੇ ਸ਼ਮਸ ਤਬਰੇਜ਼ ਨੂੰ ਜਿਹੜਾ ਹੈ ਇਹ ਕਰਾਰ ਜਿਹੜਾ ਦਿੱਤਾ ਕਿ ਤੂੰ ਕਾਫਰ ਹੈ। ਸ਼ਮਸ ਤਬਰੇਜ਼ ਨੇ ਵੀ ਜਿਹੜਾ ਹੈ ਇਹੋ ਜਿਹੜਾ ਹੈ ਉਹਨਾਂ ਨੇ ਕਾਰਨ ਦੱਸਿਆ। ਕਹਿੰਦੇ ਕਿ ਅੱਲਾ ਜਿਹੜਾ ਪਰਮਾਤਮਾ ਹੈ ਨਾ, ਕਹਿੰਦਾ ਉਹਦਾ ਹੁਕਮ ਜਿਹੜਾ ਹੈ ਜਦੋਂ ਚੱਲਦਾ ਹੈ ਉਹ ਸੰਤ ਬਦਲ ਸਕਦਾ ਹੈ, ਪਰਮਾਤਮਾ ਆਪ ਵੀ ਨਹੀਂ ਬਦਲਦਾ, ਉਹ ਸੰਤ ਦੇ ਕਹੇ ਤੋਂ ਬਦਲ ਸਕਦਾ ਹੈ। ਇਸ ਕਰਕੇ ਕਹਿੰਦੇ ਮੈਂ ਇਹ ਗੱਲ ਕਹੀ ਹੈ। ਸੋ ਇਸ ਕਰਕੇ ਜਿਹੜਾ ਉਹ ਕਾਜੀ ਤਾਂ ਇਹ ਗੱਲ ਨੂੰ ਨਾ ਸਮਝ ਸਕਦੇ ਹਨ। ਸੋ ਪਰਮਾਤਮਾ ਜਿਹੜਾ ਹੈ ਦੇਖੋ ਐਸਾ ਜਿਹੜਾ ਹੈ ਮਾਣ ਆਪਣੇ ਸੇਵਕਾਂ ਨੂੰ ਦਿੰਦਾ, ਜਿਵੇਂ ਗੁਰਬਾਣੀ ਵਿੱਚ ਆਉਂਦਾ ਸਤਿਗੁਰ ਮੇਰਾ ਮਾਰ ਜੀਵਾਲੇ। ਸ਼ਕਤੀ ਹੈ ਗੁਰੂ ਸਾਹਿਬ ਦੇ ਵਿੱਚ, ਪਰ ਮਹਾਰਾਜ ਦੇਖੋ ਆਪਣੇ ਸੇਵਕਾਂ ਨੂੰ ਵਡਿਆਈ ਦਿੰਦੇ ਹਨ। ਦੋਹਰਾ ਕਰਨੋ ਏਕੰਕਾਰ ਜੋ ਸੰਤ ਸੋ ਦੇਤ ਹਟਾਏ। ਦੇਖੋ ਜੋ ਏਕੰਕਾਰ ਉਹ ਪਰਮਾਤਮਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਕਰਦਾ ਹੈ, ਉਸ ਨੂੰ ਸੰਤ ਹਟਾ ਸਕਦਾ ਹੈ, ਬਦਲ ਸਕਦਾ ਹੈ। ਸੰਤਨ ਕੇ ਜੋ ਬਚਨ ਹੈ ਕੋਈ ਨਾ ਸਕਹਿ ਮਿਟਾਏ। ਪਰ ਜੇ ਸੰਤ ਕੋਈ ਬਚਨ ਕਰਦੇ ਨੇ ਉਹਨਾਂ ਨੂੰ ਨਹੀਂ ਕੋਈ ਹਟਾ ਸਕਦਾ, ਉਹਨਾਂ ਨੂੰ ਨਹੀਂ ਕੋਈ ਮੇਟਦਾ। ਦੇਖੋ ਜਿਵੇਂ ਦੁਰਬਾਸ਼ਾ ਦੀ ਇਹ ਸਾਖੀ ਦੱਸੀ ਸੀ ਨਾ, ਜਿਵੇਂ ਉਹਨੇ ਅਮਰੀਕ ਨਾਲ ਕੀਤਾ। ਦੇਖੋ ਫਿਰ ਦੁਰਬਾਸ਼ਾ ਨੂੰ ਬਚਾਉਣ ਵਾਸਤੇ ਉਹਦੇ ਇਸ਼ਟ ਦੇਵਤੇ ਵੀ ਉਹਨੂੰ ਨਹੀਂ ਬਚਾ ਸਕੇ ਤੇ ਵਾਪਸ ਉਹਨੂੰ ਅਮਰੀਕ ਦੇ ਜਾ ਕੇ ਚਰਨੀ ਪੈਣਾ ਪਿਆ, ਤਾਂ ਉਹ ਬਚਿਆ। ਇਸੇ ਪ੍ਰਕਾਰ ਕਰਕੇ ਕਹਿੰਦੇ ਸੰਤਾਂ ਕੇ ਜੋ ਬਚਨ ਹੈ ਕੋਈ ਨਾ ਸਕੇ ਮਿਟਾਏ। ਸੰਤਾਂ ਦੇ ਬਚਨ ਨਹੀਂ ਕੋਈ ਮੇਟ ਸਕਦਾ, ਤੇ ਸੰਤ ਬਚਨ ਅਟਲਾਦਾ। ਸੋ ਪਰਮੇਸ਼ਰ ਨੇ ਜਿਹੜਾ ਹੈ ਐਸਾ ਸ਼ਕਤੀ ਦਿੱਤੀ ਹੈ ਕਿ ਸੰਤਾਂ ਦਾ ਬਚਨ ਜਿਹੜਾ ਅਟਲਾਦਾ ਹੁੰਦਾ ਹੈ, ਭਾਵੇਂ ਦੁਨੀਆ ਮੁੱਕੇ, ਭਾਵੇਂ ਬਣੇ, ਭਾਵੇਂ ਖਤਮ ਹੋਵੇ, ਕਹਿੰਦੇ ਸੰਤ ਦਾ ਬਚਨ ਜਿਹੜਾ ਅਟਲ ਰਹਿੰਦਾ ਹੈ। ਸੰਤ ਦਾ ਬਚਨ ਹੀ ਹੈ ਐਡਾ ਪਾਵਰਫੁਲ ਬਚਨ ਹੁੰਦਾ ਹੈ, ਜੋ ਉਹ ਕਹਿ ਦੇਣ ਉਹ ਹੋ ਜਾਣਾ ਹੈ। ਇਸ ਕਰਕੇ ਜਿਹੜਾ ਹਨ, ਪਰ ਸੰਤ ਲੋਕ ਜਿਹੜੇ ਹਨ ਨਾ ਉਹ ਸਹਿਜ ਸੁਭਾਅ ਵਿੱਚ ਕਹਿੰਦੇ ਹਨ, ਉਹ ਕੋਈ ਮਿੱਥ ਕੇ ਨਹੀਂ ਕਹਿੰਦੇ, ਉਹ ਘਰੋਂ ਯਾਦ ਕਰਕੇ ਆ ਕੇ ਨਹੀਂ ਕਹਿੰਦੇ। ਉਹਨਾਂ ਦਾ ਬਚਨ ਜਿਹੜਾ ਸਹਿਜ ਸੁਭਾਅ ਹੁੰਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਨਾ ਕੋਈ ਵਿਕਾਰ ਹੁੰਦੇ ਨੇ, ਨਾ ਕੋਈ ਖਾਹਿਸ਼ ਹੁੰਦੀ ਹੈ, ਨਾ ਕੋਈ ਉਮੰਗ ਹੁੰਦੀ ਹੈ, ਉਹ ਤਾਂ ਪਰਮੇਸ਼ਰ ਨਾਲ ਜੁੜੇ ਹੁੰਦੇ ਹਨ। ਸੋ ਇਸ ਕਰਕੇ ਜੋ ਸੰਤ ਲੋਕ ਨੇ ਉਹਨਾਂ ਦਾ ਬਚਨ ਨਹੀਂ ਕੋਈ ਹਟਾ ਸਕਦਾ। ਚੌਪੇ ਗੁਣ ਖਾਨੀ ਕੇ ਬੈਨਨ ਸੁਨ ਕੇ। ਜਦੋਂ ਗੁਨਾਹ ਦੀ ਖਾਨ ਗੁਰੂ ਨਾਨਕ ਸਾਹਿਬ ਦੇ ਐਸੇ ਬਚਨ ਸੁਣੇ, ਬੰਧਨ ਕਰਹਿ ਚਰਨ ਗੁਰ ਗੁਣ ਕੈ। ਉਸ ਵੇਲੇ ਕਾਜੀ ਨੇ ਬੰਧਨਾ ਕਰ ਦਿੱਤੀ, ਮੱਥਾ ਟੇਕ ਦਿੱਤਾ ਸਤਿਗੁਰਾਂ ਨੂੰ ਗੁਣ ਕਹਿ। ਗੁਣਾ ਦੀ ਵਿਚਾਰ ਕਰਕੇ ਵੀ ਇਹ ਤਾਂ ਵੱਡੇ ਗੁਣ ਵੱਡੀ ਅਵਸਥਾ ਦੇ ਮਾਲਕ ਹਨ। ਬੰਦਨਾ ਕੀਤੀ ਜੀ, ਨਮਸਕਾਰ ਕੀਤੀ। ਪੀਰ ਨਿਜਾਮ ਦੀਨ ਕਰ ਜੋਰੀ। ਉਸ ਵੇਲੇ ਪੀਰ ਨਿਜਾਮ ਦੀਨ ਸਤਿਗੁਰਾਂ ਦੇ ਕੋਲ ਆ ਕੇ ਹੱਥ ਜੋੜ ਕੇ ਬੋਲਿਓ ਹੋਇਆ ਕਰ ਦੀਨ ਬਹੋਰੀ। ਬੋਲਿਆ ਸਤਿਗੁਰਾਂ ਨੂੰ, ਮਹਾਰਾਜ ਨੂੰ ਕੁਝ ਬੇਨਤੀ ਦੇ ਸ਼ਬਦ ਕਹੇ, ਬੜੇ ਗਰੀਬ, ਬੜੀ ਨਿਮਰਤਾ ਦੇ ਵਿੱਚ। ਸਭ ਹੀ ਸਰਨ ਤੁਮਾਰੀ ਆਏ। ਹੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਸਾਰੇ ਹੀ ਅਸੀਂ ਚੱਲ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਬ ਪੁਨ ਕੁੰਚਰ ਦੇਹੋ ਜਿਵਾਏ। ਪਾਤਸ਼ਾਹ ਜੀ ਕਿਰਪਾ ਕਰ ਦਿਓ, ਹੁਣ ਇਹ ਮਰੇ ਹੋਏ ਹਾਥੀ ਨੂੰ ਜਿਉਂਦਾ ਕਰ ਦਿਓ ਫਿਰ। ਤਬ ਖੁਦਾਏ ਮੈਂ ਭੇਦ ਨਾ ਕੋ। ਕਿਉਂਕਿ ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ ਹੈ। ਚਾਹੋ ਔਰ ਮੈਂ ਜੋ ਕਰ ਹੋ ਸੋ। ਮਹਾਰਾਜ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਇਹ ਸਭ ਕੁਝ ਤੁਹਾਡੇ ਹੀ ਹੱਥ ਵਿੱਚ ਹੈ। ਬੋਲੇ ਪ੍ਰਭ ਉਠੋ ਮਰਦਾਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਕੋਲੇ ਬੈਠੇ ਸਨ। ਮਹਾਰਾਜ ਨੇ ਕਿਹਾ ਉਠੋ ਮਰਦਾਨਾ। ਕਹਿਣਗੇ ਮਰਦਾਨਿਆ ਉੱਠ ਹੁਣ। ਛਿਰਕੋ ਜਲ ਤੁਮ ਲੈ ਨਿਜ ਪਾਨਾ। ਕਹਿਣਗੇ ਜਲ ਲੈ ਕੇ ਆਪਣੇ ਹੱਥ ਵਿੱਚ ਪਾਣੀ ਲੈ ਕੇ ਜਾ ਕੇ ਹਾਥੀ ਤੇ ਛੜਕਣਾ ਕਰ। ਕਹੇ ਪੀਰ ਕੇ ਅਬ ਕੀ ਵਾਰੀ। ਕਹਿਣਗੇ ਕਹੇ ਪੀਰ ਕੇ ਅਬ ਕੀ ਵਾਰੀ। ਕਹਿਣਗੇ ਕਹੇ ਇਹ ਪੀਰ ਦੇ ਜਿਹੜੇ ਹਨ ਨਿਮਰਤਾ ਸਹਿਤ ਇਹਨੇ ਬੇਨਤੀ ਕੀਤੀ ਹੈ ਨਾ, ਕਹਿੰਦੇ ਇਸ ਵਾਰੀ ਇਹਦੀ ਗੱਲ ਮੰਨ ਲਈਏ ਤੇ ਜਾ ਕੇ ਹਾਥੀ ਨੂੰ ਜਿਉਂਦਾ ਕਰਦੇ ਹੁਣ। ਦੇਹ ਜਿਵਾਏ ਮਰਿਓ ਗੱਜ ਭਾਰੀ। ਹਾਂ ਕਹਿਣਗੇ ਜਾ ਜਿਉਂਦਾ ਕਰਦੇ ਜਿਹੜਾ ਮਰਿਆ ਹੋਇਆ ਹਾਥੀ ਹੈ। ਦੇਖੋ ਇੱਥੇ ਇੱਕ ਗੱਲ ਹੈ ਸਮਝਣ ਵਾਲੀ, ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਆਪ ਹਨ। ਦੇਖੋ
ਹੁਣ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨਾਲ ਹਾਥੀ ਮਰ ਗਿਆ ਸੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਭਾਈ ਮਰਦਾਨੇ ਨੂੰ ਕਿਹਾ ਕਿ ਉੱਠ ਮਰਦਾਨਿਆ, ਜਾ ਕੇ ਹਾਥੀ ਨੂੰ ਜਿਉਂਦਾ ਕਰ। ਹੁਣ ਮਹਾਰਾਜ ਨੇ ਉਹਨੂੰ ਉਪਦੇਸ਼ ਨਹੀਂ ਦਿੱਤਾ ਭਾਈ ਮਰਦਾਨੇ ਨੂੰ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ, ਕੀ ਕਹਿਣਾ ਤੇ ਨਹੀਂ ਕਰਨਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਸੰਤ ਰੂਪ ਹੈ। ਹੁਣ ਉਹ ਸੰਤ ਰੂਪ ਹੈ, ਗੁਰੂ ਨਾਨਕ ਪਰਮੇਸ਼ਰ ਰੂਪ ਹਨ, ਤੇ ਭਾਈ ਮਰਦਾਨਾ ਸੰਤ ਰੂਪ ਨੂੰ ਕਿਹਾ ਕਿ ਜਾ ਕੇ ਹਾਥੀ ਨੂੰ ਤੂੰ ਜਿਉਂਦਾ ਕਰ, ਕਿਉਂਕਿ ਮੈਂ ਮਾਰਿਆ, ਹੁਣ ਮੈਂ ਨਹੀਂ ਜਿਉਂਦਾ ਕਰਨਾ। ਕਹਿੰਦੇ ਹੁਣ ਇਹਨੂੰ ਜਿਉਂਦਾ ਤੂੰ ਕਰ ਸਕਦਾ ਕਿਉਂਕਿ ਤੂੰ ਸੰਤ ਹੈ। ਹੁਣ ਭਾਈ ਮਰਦਾਨੇ ਨੂੰ ਦੇਖੋ, ਇੱਕ ਕਿਤਾਬ ਸੰਤ ਦਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਕਹਿੰਦੇ ਉੱਠ ਮਰਦਾਨੀਆਂ, ਜਾ ਪਾਣੀ ਛਿੜਕ ਜਿਹੜਾ ਹਨ ਉਸ ਹਾਥੀ ਤੇ। ਦੋਹਰਾ ਉਠਤ ਭਇਓ ਤਤ ਕਾਲ ਪੁੰਨ, ਜਲ ਲੈ ਕਹਿ ਸਤਨਾਮ। ਦੇਖੋ ਭਾਈ ਮਰਦਾਨੇ ਨੇ ਜਾ ਕੇ ਸਤਨਾਮ ਕਹਿ ਕੇ ਪਾਣੀ ਛਿੜਕ ਦਿੱਤਾ ਉਸ ਮਰੇ ਹੋਏ ਹਾਥੀ ਦੇ ਉੱਤੇ, ਤੇ ਹਾਥੀ ਤੇ ਉੱਤੇ ਜਦੋਂ ਪਾਣੀ ਛਿੜਕਿਆ ਸਤਨਾਮ ਕਿਹਾ ਭਾਈ ਮਰਦਾਨੇ ਨੇ। ਦੇਖੋ ਗੁਰੂ ਮਹਾਰਾਜ ਜੀ ਐਸੇ ਹਨ, ਮਹਾਰਾਜ ਜੀ ਜਿਹੜੇ ਹਨ ਕਰਾਮਾਤਾਂ ਨਹੀਂ ਕਰਦੇ। ਸਤਿਗੁਰੂ ਜੀ ਜੋ ਕਰਦੇ ਹਨ ਨਾ, ਸਿਰਫ ਕਰਾਮਾਤਾਂ ਇਸ ਕਰਕੇ ਨਹੀਂ ਕਰਦੇ ਕਿ ਲੋਕ ਸਾਡੀ ਵਡਿਆਈ ਕਰਨ, ਨਹੀਂ, ਜਿਹਦੇ ਉਹ ਕਰਾਮਾਤ ਦੇ ਵਿੱਚ ਪਰਮਾਤਮਾ ਦੀ ਸ਼ਕਤੀ ਦਾ ਜਿਹੜਾ ਹਨ ਇੱਕ ਡੈਮੋਨਸਟ੍ਰੇਸ਼ਨ ਕਰਦੇ ਵੀ ਉਹ ਪਰਮਾਤਮਾ ਕਿੰਨਾ ਸ਼ਕਤੀਸ਼ਾਲੀ ਹੈ। ਜਿਹਦੇ ਸੰਤਾਂ ਵਿੱਚ ਇੰਨੀ ਸ਼ਕਤੀ ਆ ਜਾਂਦੀ, ਉਹ ਆਪ ਕਿੰਨਾ ਸ਼ਕਤੀਸ਼ਾਲੀ ਹੈ। ਤੇ ਗੁਰੂ ਨਾਨਕ ਮਹਾਰਾਜ ਨੇ ਇਹੀ ਕਿਹਾ, ਜਿਵੇਂ ਬਾਣੀ ਵਿੱਚ ਆਇਆ, ਜਿਹੜਾ ਹਨ ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਖ ਕਰਾਈ। ਦੇਖੋ ਮਹਾਰਾਜ ਜੀ ਇਹ ਸ਼ਕਤੀ ਹੈ, ਇੰਨਾ ਤਾਣ ਰੱਖਣ ਵਾਲੇ ਨੇ। ਆਪ ਤਾਂ ਜੋ ਮਰਜ਼ੀ ਕਰ ਲੈਣ, ਪਰ ਮਹਾਰਾਜ 'ਚ ਇੰਨੀ ਸ਼ਕਤੀ ਹੈ ਕਿ ਦੂਸਰੇ ਨੂੰ ਕਹਿ ਕੇ ਵੀ ਕਰਾ ਸਕਦੇ ਨੇ, ਮਹਾਰਾਜ ਦੂਸਰੇ ਤੋਂ ਵੀ ਕਰਾ ਦਿੰਦੇ ਨੇ। ਐਸੀ ਸ਼ਕਤੀ ਨੂੰ ਰੱਖਣ ਵਾਲੇ ਪਰਮਾਤਮਾ ਰੂਪ ਗੁਰੂ ਨਾਨਕ ਸਾਹਿਬ ਜੀ ਹਨ। ਛਿੜਕੇ ਤੇ ਜੀਵਿਓ ਤੁਰਤ, ਜੋ ਕੁੰਚਰ ਅਬਿਰਾਮ। ਬਸ ਭਾਈ ਮਰਦਾਨੇ ਦਾ ਪਾਣੀ ਛਿੜਕਣਾ ਤੇ ਸਤਨਾਮ ਕਹਿਣ ਦੀ ਦੇਰ ਸੀ ਕਿ ਹਾਥੀ ਜਿਹੜਾ ਮੁੜ ਕੇ ਫੇਰ ਜਿਉਂਦਾ ਹੋ ਗਿਆ। ਚੌਪੇ ਕੌਤਕ ਦੇਖ ਬਿਸਮ ਭੇ ਸਭ ਹੀ। ਹੁਣ ਇਹ ਕੌਤਕ ਨੂੰ ਦੇਖ ਕੇ ਸਾਰੇ ਜਿਹੜੇ ਹਨ ਬੜੇ ਹੈਰਾਨ ਹੋਏ। ਬਾਰ ਬਾਰ ਬੰਦਹਿ ਪਦ ਤਬ ਹੀ। ਉਹਨਾਂ ਨੇ ਸਾਰਿਆਂ ਨੇ ਆ ਕੇ ਇੱਕ ਵਾਰ ਨੇ ਕਈ ਵਾਰੀ ਆ ਕੇ ਸਤਿਗੁਰਾਂ ਨੂੰ ਨਮਸਕਾਰ ਮੱਥਾ ਟੇਕਿਆ। ਕਹਿਣ ਲੱਗੇ ਨਿਜ ਦੇਹੋ ਉਪਦੇਸਾ। ਮਹਾਰਾਜ ਦੇ ਅੱਗੇ ਹੁਣ ਹੱਥ ਜੋੜ ਕੇ ਕਹਿੰਦੇ ਆਪਣਾ ਉਪਦੇਸ਼ ਸਾਨੂੰ ਬਖਸ਼ਣਾ ਕਰੋ, ਦੋ ਉਪਦੇਸ਼ ਸਾਨੂੰ ਹੁਣ। ਤੁਮ ਖੁਦਾਏ ਤਨ ਧਰ ਦਰਵੇਸਾ। ਕਿਉਂਕਿ ਸਾਨੂੰ ਇਹ ਭਰੋਸਾ ਹੋ ਗਿਆ ਤੁਸੀਂ ਆਪ ਖੁਦਾ ਰੂਪ ਹੋ, ਜੋ ਇਹ ਸਰੀਰਕ ਰੂਪ ਵਿੱਚ ਆ ਕੇ ਸਾਨੂੰ ਦਰਸ਼ਨ ਦਿੱਤੇ ਹਨ, ਤੇ ਤੁਸੀਂ ਆਪ ਹੀ ਪਰਮਾਤਮਾ ਸਰੂਪ ਹੋ। ਸ੍ਰੀ ਗੁਰ ਭਨੈ ਸੁਨਹੁ ਪਤ ਸਾਹੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਜੀ ਨੇ ਕਿ ਹੇ ਪਾਤਸ਼ਾਹ, ਹੇ ਰਾਜਨ, ਇਹ ਗੱਲ ਸੁਣ। ਧਰਮ ਨਿਆਏ ਕੀਚੈ ਚਿਤ ਚਾਹੇ। ਦੇਖੋ ਕਹਿੰਦੇ ਤੇਰਾ ਰਾਜ ਹੈ, ਪਰਮੇਸ਼ਰ ਨੇ ਤੈਨੂੰ ਰਾਜ ਦਿੱਤਾ ਹੈ, ਤੈਨੂੰ ਸੇਵਾ ਦਿੱਤੀ ਹੈ ਇਹ ਖਲਕਤ ਦੀ। ਇਸ ਕਰਕੇ ਕਹਿੰਦੇ ਧਰਮ ਨਿਆਏ, ਤੂੰ ਜਸਟਿਸ ਕਰ, ਧਰਮ ਦਾ ਜਸਟਿਸ ਕਰ, ਸਾਰਿਆਂ ਨਾਲ ਜਿਹੜਾ ਹੈ ਚੰਗਾ ਵਰਤਾਓ ਕਰ, ਇਨਸਾਨ ਨੂੰ ਇਨਸਾਨ ਜਾਣ ਕੇ, ਪਰਮਾਤਮਾ ਦੀ ਜੋਤ ਜਾਣ ਕੇ ਇਹਨਾਂ ਦੀ ਸੇਵਾ ਕਰ, ਧਰਮ ਦਾ ਨਿਆਏ ਕਰ। ਕੀ ਜੇ ਚਿਤ ਚਾਹੇ, ਇਹੀ ਤੇਰੇ ਮਨ ਵਿੱਚ, ਚਿੱਤ ਵਿੱਚ ਇਹੀ ਚਾਹਨਾ ਹੋਣੀ ਚਾਹੀਦੀ ਹੈ ਕਿ ਮੈਂ ਦੂਜਿਆਂ ਦਾ ਭਲਾ ਕਰਾਂ, ਦੂਜਿਆਂ ਨੂੰ ਸੁੱਖ ਦੇਵਾਂ। ਕਾਜੀ ਨਹਿ ਰਿਸ਼ਵਤ ਕਬ ਲੀਜੈ। ਤੇ ਕਾਜੀ ਨੂੰ ਇਹ ਉਪਦੇਸ਼ ਦਿੱਤਾ ਕਿ ਕਾਜੀ ਤੂੰ ਕਿਤੇ ਕਰਪਸ਼ਨ ਨਹੀਂ ਲੈਣੀ, ਤੂੰ ਕਿਤੇ ਰਿਸ਼ਵਤ ਨਹੀਂ ਲੈਣੀ, ਤੂੰ ਕਿਤੇ ਜਿਹੜਾ ਅਨਿਆਈ ਨਹੀਂ ਕਰਨਾ ਇਹ ਰਿਸ਼ਵਤ ਲੈ ਕੇ। ਰੱਖੋ ਧਰਮ ਨਾ ਕਿਹ ਦੁਖ ਦੀਜੈ। ਦੇਖੋ ਧਰਮ ਨੂੰ ਰੱਖਣਾ ਕਰੋ ਕਿ ਕਿਸੇ ਨੂੰ ਦੁੱਖ ਨਾ ਦਿਓ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ, ਤੁਸੀਂ ਸਾਰਿਆਂ ਨੂੰ ਸੁੱਖ ਦੇਣਾ ਹੈ। ਸਤ ਸੰਗਤ ਮਿਲ ਸੇਵਾ ਕਰਨੀ। ਇਸ ਕਰਕੇ ਸਤ ਸੰਗਤ ਕਰਨੀ ਹੈ ਤੇ ਹਰ ਵੇਲੇ ਸੇਵਾ ਕਰਨੀ ਹੈ। ਮਨ ਮਲੀਨਤਾ ਸਕਲੀ ਹਰਨੀ। ਇਸ ਕਰਕੇ ਹੀ ਮਨ ਦੀ ਮਲੀਨਤਾ, ਮਨ ਦੀ ਗੰਦਗੀ, ਮਨ ਤੋਂ ਵਿਕਾਰ ਤਾਂ ਹੀ ਦੂਰ ਹੋਣਗੇ ਸਾਰੇ। ਸਤਨਾਮ ਸਿਮਰੋ ਦਿਨ ਰਾਤੀ। ਤੇ ਸਤਨਾਮ ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਜਿਹੜਾ ਹੈ ਉਸ ਨੂੰ ਦਿਨ ਰਾਤ ਸਿਮਰਨਾ ਕਰੋ, ਜਪਣਾ ਕਰੋ। ਹਿਰਦੇ ਸਰਦਾ ਧਰ ਭਲ ਭਾਂਤੀ। ਤੇ ਹਿਰਦੇ ਵਿੱਚ ਹਮੇਸ਼ਾ ਹੀ ਪਰਮੇਸ਼ਰ ਦੀ ਸ਼ਰਧਾ ਰੱਖਣੀ ਹੈ ਤੇ ਭਲ ਭਾਂਤੀ ਹਰ ਵੇਲੇ ਤੇ ਸ਼ਰਧਾਵਾਨ ਹੋ ਕੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਜਿਹੜਾ ਹੈ ਹਰ ਵੇਲੇ ਜਿਹੜਾ ਹੈ ਵਸਾਉਣਾ ਹੈ। ਦੋਹਰਾ ਹਿਤ ਖੁਦਾਏ ਦਸਵੰਦ ਦੇ, ਕੀਜੈ ਧਰਮ ਨਿਆਏ। ਦੇਖੋ ਹਿਤ ਖੁਦਾਏ, ਹਿਤ ਖੁਦਾਏ, ਖੁਦਾ ਪਰਮਾਤਮਾ ਵਾਸਤੇ ਦਸਵੰਦ ਦੇਣਾ ਹੈ। 10ਵਾਂ ਹਿੱਸਾ 10% ਆਫ ਦਾ ਨੈਟ ਜਿਹੜੀ ਅਰਨਿੰਗ ਹੈ ਉਹਦੇ ਵਿੱਚੋਂ ਤੁਸੀਂ ਖੁਦਾ ਨੂੰ ਦੇਣਾ ਹੈ। ਸੋ ਖੁਦਾ ਦੇ ਅੱਗੇ ਜਿਹੜਾ ਹਨ ਖੁਦਾ ਦੇ ਕਾਰਜਾਂ ਵਾਸਤੇ, ਖੁਦਾ ਦੀ ਖਲਕਤ ਵਾਸਤੇ
ਤੇ ਪਰਮਾਤਮਾ ਦੇ ਜਿਹੜਾ ਹਨ ਨਾਮ ਦੇ ਉੱਤੇ ਤੁਸੀਂ ਦੂਜਿਆਂ ਨੂੰ ਦੇਣਾ ਹੈ ਕਿ ਜੇ ਧਰਮ ਨਿਆਂ ਤੇ ਧਰਮ ਦਾ ਨਿਆਂ ਹੀ ਕਰਨਾ ਹੈ। ਗਤ ਪ੍ਰਾਪਤ ਹੋਵਹਿ ਤੁਮ ਹੈ ਇਸ ਬਿਦ ਕਰਤ ਕਮਾਏ। ਇਸ ਕਰਕੇ ਹੀ ਤੁਹਾਡੀ ਗਤੀ ਜਿਹੜੀ ਹੈ ਤੁਹਾਡੀ ਮੁਕਤੀ ਹੋਵੇਗੀ। ਤੁਸੀਂ ਮੁਕਤ ਹੋਵੋਗੇ ਇਸ ਜੀਵਨ ਕਾਲ ਦੇ ਵਿੱਚੋਂ ਤੇ ਪਰਮੇਸ਼ਰ ਨਾਲ ਇੱਕਮਿਕ ਹੋਵੋਗੇ ਇਸ ਬਿਦ ਕਰਤ ਕਮਾਏ। ਜੇ ਇਸ ਤਰ੍ਹਾਂ ਦੀ ਕਮਾਈ ਕਰੋਗੇ। ਚੌਪਈ ਅਸ ਉਪਦੇਸ਼ ਦੀਨ ਤਿਨ ਨੀਕਾ। ਦੇਖੋ ਐਸਾ ਚੰਗਾ ਉਪਦੇਸ਼ ਕਲਿਆਣ ਦੇਣ ਵਾਲਾ ਮੁਕਤੀ ਕਰਨ ਵਾਲਾ ਉਪਦੇਸ਼ ਸਤਿਗੁਰਾਂ ਨੇ ਬਖਸ਼ਣਾ ਕੀਤਾ। ਕਰ ਸੰਤੋਖ ਤਹਾਂ ਸਭ ਹੀ ਕਾ। ਦੇਖੋ ਸਾਰਿਆਂ ਨੂੰ ਉੱਥੇ ਮਹਾਰਾਜ ਨੇ ਸੰਤੋਖ ਬਖਸ਼ਿਸ਼ ਕੀਤਾ। ਮਹਾਰਾਜ ਨੇ ਸਾਰਿਆਂ ਨੂੰ ਹੀ ਸੰਤੋਖ ਦਿੱਤਾ ਕਿ ਇਹ ਸੰਤੋਖ ਜਿਹੜਾ ਹੈ ਸਾਰਿਆਂ ਦੇ ਹਿਰਦੇ ਵਿੱਚ ਵਸਾਇਆ ਵੀ ਸੰਤੋਖ ਰੱਖੋ। ਹੁਣ ਇਹੀ ਜਗ੍ਹਾ ਹੈ ਜਿੱਥੇ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ, ਹਾਥੀ ਨੂੰ ਜਿਉਂਦਾ ਕੀਤਾ। ਉਹੀ ਜਿਹੜਾ ਅਸਥਾਨ ਹੈ ਮਹਾਰਾਜ ਦਾ ਜਿਹੜਾ ਅੱਜ ਦਿੱਲੀ ਦੇ ਵਿੱਚ ਜਿਹਨੂੰ ਮਜਨੂ ਦਾ ਟਿੱਲਾ ਕਹਿੰਦੇ ਹਾਂ, ਉਹੀ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਰਹੇ ਹਨ। ਇਹ ਜਿਹੜਾ ਹਨ ਉਸ ਨਦੀ ਦੇ ਕਿਨਾਰੇ ਹੈ ਜਮਨਾ ਦੇ, ਤੇ ਕਹਿੰਦੇ ਇਹਨੂੰ ਚਰਨ ਪਾਦਕਾ ਵੀ ਇਸ ਥਾਂ ਦਾ ਨਾਂ ਉਸ ਵੇਲੇ ਕਿਹਾ ਜਾਂਦਾ ਸੀ ਕਿ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਉੱਥੇ ਗਏ ਸਨ। ਤੇ ਇਹਨੂੰ ਮਜਨੂ ਦਾ ਟਿੱਲਾ ਤਾਂ ਕਿਹਾ ਜਾਂਦਾ ਹੈ ਕਿਉਂਕਿ ਮਜਨੂ ਇੱਕ ਸਿੱਖ ਬਣਿਆ ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਉਹੀ ਅਸਥਾਨ ਤੇ ਬਹਿ ਕੇ ਲੋਕਾਂ ਦੀ ਸੇਵਾ ਕੀਤੀ, ਸਿਮਰਨ ਕੀਤਾ, ਪਰਮੇਸ਼ਰ ਦਾ ਨਾਮ ਜਪਿਆ ਤੇ ਪੂਰਨ ਸੰਤ ਬਣਿਆ। ਸੋ ਇਸ ਪ੍ਰਕਾਰ ਕਰਕੇ ਇਹ ਅਸਥਾਨ ਅੱਜ ਤੱਕ ਵੀ ਦਿੱਲੀ ਵਿੱਚ ਹੈ। ਵਿਦਾ ਭਏ ਤਿਨ ਤੇ ਬਰਿਆਈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਰੋ ਜਰਬੀ ਉਹਨਾਂ ਤੋਂ ਵਿਦਾ ਹੋਏ ਔਰ ਜਾਣ ਨਹੀਂ ਦਿੰਦੇ ਸਨ। ਸਤਿਗੁਰੂ ਜੀ ਕਹਿੰਦੇ ਅਸੀਂ ਹੋਰ ਵੀ ਕਿਤੇ ਜਾਣਾ ਹੈ। ਗਮਨ ਕੀਨ ਮਾਰਗ ਜਗ ਸਾਈ। ਜਗਤ ਦੇ ਸੁਆਮੀ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣ ਗਮਨ ਕੀਤਾ, ਉੱਥੋਂ ਜਾਣਾ ਕੀਤਾ ਅੱਗੇ। ਕੀਨ ਮਨੋਰਥ ਮਨ ਮਰਦਾਨੇ। ਉਸ ਵੇਲੇ ਤੁਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਆਪਣੇ ਮਨ ਵਿੱਚ ਇੱਕ ਸੰਕਲਪ, ਇੱਕ ਟੁੱਟ ਆਇਆ। ਕੁਝ ਸੋਚ ਰਹੇ ਹਨ ਭਾਈ ਮਰਦਾਨਾ, ਕੋਈ ਖਾਹਿਸ਼, ਕੋਈ ਇੱਛਾ ਕੀਤੀ। ਮਮ ਮਨਤਾ ਕਿਮ ਹੋਏ ਮਹਾਨੇ। ਦੇਖੋ ਸੰਕਲਪ ਕੀ ਆਇਆ ਕਿ ਗੁਰੂ ਮਹਾਰਾਜ ਦੀ ਦੇਖੋ ਕਿੰਨੀ ਲੋਕੀ ਵਡਿਆਈ ਕਰਦੇ ਹਨ, ਕਿਵੇਂ ਸਤਿਗੁਰਾਂ ਨੂੰ ਮੱਥਾ ਟੇਕਦੇ ਹਨ, ਕਿਵੇਂ ਭੇਟਾਵਾਂ ਚੜਾਉਂਦੇ ਹਨ। ਤੇ ਭਾਈ ਮਰਦਾਨੇ ਦੇ ਮਨ ਵਿੱਚ ਇਹ ਇੱਛਾ ਜਾਗੀ ਕਿ ਕਿਤੇ ਸਤਿਗੁਰੂ ਜੀ ਜਿਹੜੇ ਹਨ ਮੈਨੂੰ ਵੀ ਜਿਹੜਾ ਹਨ ਗੁਰੂ ਦੇ ਜਿਵੇਂ ਮਹਾਰਾਜ ਦੀ ਕੋਈ ਜਿਹੜੇ ਹਨ ਨਮਸਕਾਰ ਕਰ ਮੈਨੂੰ ਵੀ ਕਰਨ, ਜਿਵੇਂ ਗੁਰੂ ਨਾਨਕ ਸਾਹਿਬ ਦੀ ਪੂਜਾ ਹੁੰਦੀ ਮੇਰੀ ਵੀ ਪੂਜਾ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਲੋਕ ਇੰਨਾ ਮਾਣ ਦਿੰਦੇ ਹਨ ਵੀ ਮੈਨੂੰ ਵੀ ਦੇਣ, ਜਿਵੇਂ ਜਿਹੜੇ ਮਮਤਾ ਕਿਮ ਹੋਏ ਮਹਾਨੇ ਵੀ ਮੇਰੀ ਵੀ ਕਿਸੇ ਤਰ੍ਹਾਂ ਕਰਕੇ ਮੇਰੀ ਵੀ ਮਹਾਨਤਾ ਹੋ ਜਾਵੇ। ਮੁਝ ਕੋ ਬੰਦ ਹੈ ਸਭ ਨਰ ਨਾਰੀ। ਦੇਖੋ ਮੈਨੂੰ ਵੀ ਲੋਕ ਆ ਕੇ ਮੱਥਾ ਟੇਕਿਆ ਕਰਨ ਜਿਵੇਂ ਗੁਰੂ ਨਾਨਕ ਨੂੰ ਮੱਥਾ ਟੇਕਦੇ ਨੇ। ਮੈਨੂੰ ਵੀ ਆ ਕੇ ਲੋਕ ਨਰ ਤੇ ਨਾਰੀਆਂ, ਇਸਤਰੀ ਤੇ ਪੁਰਸ਼ ਆ ਕੇ ਮੈਨੂੰ ਵੀ ਮੱਥਾ ਟੇਕਿਆ ਕਰਨ ਪ੍ਰੇਮ ਦੇ ਨਾਲ ਗੁਰੂ ਜਾਣ ਕੇ। ਭੇਟਾ ਉੱਤਮ ਧਰ ਹੈ ਅਗਾਰੀ। ਹਾਂ ਤੇ ਸਭ ਤੋਂ ਵੱਡੀ ਗੱਲ ਵੀ ਬੜੀ ਜਿਹੜੀਆਂ ਹਨ ਕੀਮਤ ਦੀਆਂ ਭੇਟਾਂ ਜਿਹੜੀਆਂ ਹਨ ਲੈ ਕੇ ਆ ਕੇ ਚੜਾਇਆ ਕਰ ਮੈਨੂੰ ਵੀ, ਮੇਰੇ ਅੱਗੇ ਵੀ ਭੇਟਾ ਰੱਖਣ ਤੇ ਮੈਨੂੰ ਵੀ ਮੱਥਾ ਟੇਕਣ। ਤੇ ਇਸ ਪ੍ਰਕਾਰ ਕਰਕੇ ਇਹ ਸੰਕਲਪ ਆਇਆ ਮਨ ਵਿੱਚ। ਅੰਤਰਯਾਮੀ ਔਰ ਕੀ ਜਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਤਰ ਦੀਆਂ ਜਾਣਨ ਵਾਲੇ ਹਨ। ਮਹਾਰਾਜ ਅੰਤਰਜਾਮੀ ਜੋ ਹੋਏ, ਮਹਾਰਾਜ ਨੇ ਉਸ ਦੇ ਮਨ ਦੇ ਵਿੱਚ ਇਹ ਚੱਲਦਾ ਫੁਰਨਾ ਜਿਹੜਾ ਸੀ ਮਹਾਰਾਜ ਨੇ ਜਾਣ ਲਿਆ। ਮੁਸਕਤ ਮੰਦ ਕਹੀ ਮ੍ਰਿਦ ਬਾਨੀ। ਮਹਾਰਾਜ ਜੀ ਮੁਸਕਰਾਉਂਦੇ ਹੋਏ ਭਾਈ ਮਰਦਾਨੇ ਨੂੰ ਕਹਿੰਦੇ ਹਿਰਦੇ ਵਿਚਾਰਤ ਜੋ ਤੁਮ ਆਵ ਹੋ। ਬੜੇ ਮਿੱਠੇ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਜੋ ਮਰਦਾਨਿਆਂ ਤੇਰੇ ਹਿਰਦੇ ਵਿੱਚ ਤੂੰ ਵਿਚਾਰ ਕਰ ਰਿਹਾ ਹਾਂ, ਜੋ ਤੂੰ ਹੁਣ ਤੁਰਦਾ ਹੋਇਆ ਤੇ ਮਨ ਵਿੱਚ ਜਿਹੜਾ ਤੇਰਾ ਸੰਕਲਪ ਫੁਰਨਾ ਆਇਆ ਹੈ। ਅਗਰਜ ਪੁਰ ਮਨ ਭਾਵਤ ਪਾਵ ਹੋ। ਕਹਿਣ ਲੱਗੇ ਕੋਈ ਨਹੀਂ ਮਰਦਾਨਿਆ, ਅਗਲਾ ਜਿਹੜਾ ਪੁਰ ਆ ਰਿਹਾ, ਅਗਲਾ ਜਿਹੜਾ ਸ਼ਹਿਰ ਆ ਰਿਹਾ ਹੈ ਨਾ, ਉੱਥੇ ਜਾ ਕੇ ਤੇਰੀ ਕਾਮਨਾ ਪੂਰੀ ਹੋ ਜਾਵੇਗੀ। ਜੋ ਤੂੰ ਸੋਚਿਆ ਉਹੀ ਹੋਵੇਗਾ। ਅਗਲੇ ਪੁਰ, ਅਗਲੇ ਟਾਊਨ ਵਿੱਚ ਜਾ ਕੇ ਉਹ ਵੀ ਤੇਰਾ ਹੋ ਜਾਏਗਾ ਸਾਰਾ। ਇਹ ਸਭ ਕੂਰ ਕਾਜ ਨਹਿ ਸਰ ਈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਇਹ ਵੀ ਕਹਿ ਦਿੱਤੀ, ਇਹ ਜਿਹੜਾ ਤੇਰੇ ਮਨ 'ਚ ਫੁਰਨਾ ਆਇਆ ਹੈ ਨਾ, ਕਹਿਣ ਲੱਗੇ ਇਹਨਾਂ ਦੀ ਭਾਵੇਂ ਲੋਕਾਂ ਨੂੰ, ਸਾਰੇ ਲੋਕਾਂ ਨੂੰ ਇਹਦੀ ਖਾਹਿਸ਼ ਹੈ। ਕੌਣ ਨਹੀਂ ਆਪਣੀ ਵਡਿਆਈ ਚਾਹੁੰਦਾ, ਕੌਣ ਨਹੀਂ ਚਾਹੁੰਦਾ ਕਿ ਉਹਦੀ ਪੂਜਾ ਹੋਵੇ, ਕੌਣ ਨਹੀਂ ਚਾਹੁੰਦਾ ਉਹਨੂੰ ਲੋਕ ਮੱਥਾ ਟੇਕਣ, ਉਹਦੇ ਅੱਗੇ ਭੇਟਾਵਾਂ ਰੱਖਣ। ਕਹਿੰਦੇ ਸਾਰਿਆਂ ਨੂੰ ਇਹ ਇੱਛਾ ਹੁੰਦੀ ਹੈ। ਪੋਲੀਟੀਸ਼ਨਾਂ ਤੋਂ ਲੈ ਕੇ ਸੰਤ ਲੋਕ ਜਿਹੜੇ ਹੁੰਦੇ ਹਨ ਭੇਖੀ, ਉਹਨਾਂ ਸਾਰਿਆਂ ਨੂੰ ਹੀ ਹੁੰਦੀ ਹੈ। ਸਾਰਿਆਂ ਨੂੰ ਇਹ ਇੱਛਾ ਹੈ, ਆਮ ਬੰਦੇ ਨੂੰ ਵੀ ਹੁੰਦੀ ਹੈ। ਤੇ ਕਹਿੰਦੇ ਇਹੋ ਸਭ ਕੂਰ, ਕਹਿੰਦੇ ਸਾਰਾ ਝੂਠਾ ਕਾਰਜ ਹੈ। ਨਹਿ ਸਰਈ ਇਹ ਹਮੇਸ਼ਾ ਨਹੀਂ ਰਹਿੰਦਾ। ਥੋੜ੍ਹਾ ਚਿਰ ਵਾਸਤੇ ਵਡਿਆਈ ਮਿਲਦੀ ਹੈ ਤੇ ਬਾਅਦ ਵਿੱਚ ਤਾਂ ਲੋਕਾਂ ਨੇ ਉਹੀ ਲੱਤਾਂ ਗਾਲਾਂ ਹੀ ਕੱਢਣੀਆਂ ਨੇ। ਕਹਿੰਦੇ ਥੋੜ੍ਹੇ ਚਿਰ ਦੀ ਹੁੰਦੀ ਹੈ। ਜੇ ਸੱਚ
ਯਾਰ ਇਹ ਜੀਵਨ ਕਾਲ ਵਿੱਚ ਵੀ ਹੋ ਜਾਵੇ ਤਾਂ ਇਹ ਜੀਵਨ ਕਿੰਨਾ ਕੁ ਛੋਟਾ ਹੈ ਨਾ, ਛੋਟਾ ਜਿਹਾ ਜੀਵਨ ਹੈ। ਇਹ ਜੀਵਨ ਕਾਲ ਦੇ ਵਿੱਚ ਜਿੰਨਾ ਮਰਜ਼ੀ ਹੋ ਜਾਵੇ ਤੇ ਇਹ ਗੱਲ ਹਮੇਸ਼ਾ ਨਹੀਂ ਰਹਿੰਦੀ। ਹਾਂਜੀ, ਹਮੇਸ਼ਾ ਤਾਂ ਹੋਣੀ ਨਹੀਂ। ਜਦੋਂ ਤੱਕ ਬੰਦਾ ਜਿਉਂਦਾ ਲੋਕ ਮੱਥਾ ਟੇਕਦੇ ਨੇ, ਫਿਰ ਬਾਅਦ ਵਿੱਚ ਜੋ ਮਰ ਜਾਂਦਾ ਉਹ ਹੋਰ ਕੋਈ ਲੱਭ ਲੈਂਦੇ ਨੇ, ਹੋਰਾਂ ਨੂੰ ਜਾ ਕੇ ਮੱਥਾ ਹੀ ਟੇਕੀ ਜਾਂਦੇ ਹਨ। ਮੁਕਤ ਪੰਥ ਤੇ ਵਰਜਨ ਕਰੇ। ਪਰ ਕਹਿੰਦੇ ਇਹ ਚੀਜ਼ ਜਿਹੜੀ ਹੈ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਇਹ ਚੀਜ਼ ਜਿਹੜੀ ਇਹ ਖਾਹਿਸ਼ ਫੁਰਨਾ ਜਿਹੜਾ ਤੇਰੇ ਮਨ ਵਿੱਚ ਆਇਆ ਨਾ, ਕਹਿੰਦੇ ਇਹ ਮੁਕਤੀ ਦੇ ਮਾਰਗ ਤੋਂ ਰੋਕਦਾ ਹੈ। ਬੰਦਾ ਮੁਕਤ ਹੋਣ ਤੋਂ ਪਰੇ ਰਹਿ ਜਾਂਦਾ ਹੈ, ਉਰਾਂ ਹੀ ਰਹਿ ਜਾਂਦਾ ਹੈ। ਉਹ ਆਪਣੀ ਵਡਿਆਈ 'ਚ ਪੈ ਜਾਂਦਾ ਹੈ ਤੇ ਆਪਣਾ ਨਾਮ ਜਪਣਾ ਤੇ ਪਰਮੇਸ਼ਰ ਵਿੱਚ ਲੀਨ ਹੋਣਾ ਉਹ ਭੁੱਲ ਜਾਂਦਾ ਹੈ। ਉਹ ਆਪਣੀ ਵਡਿਆਈ ਵਿੱਚ ਹੀ ਖੱਚਤ ਹੋ ਜਾਂਦਾ ਹੈ। ਚਹਿਤ ਰਹਿ ਜਗ ਮਹਿ ਵਡਿਆਈ। ਤੇ ਬੰਦੇ ਵਿੱਚ ਇਹ ਖਾਹਿਸ਼ ਫਿਰ ਬਣੀ ਰਹਿੰਦੀ ਹੈ ਕਿ ਮੇਰੇ ਜਗਤ ਵਿੱਚ ਵਡਿਆਈ ਹੋਵੇ, ਹੋਰ ਹੋਵੇ। ਇੱਕ ਟਾਊਨ ਵਿੱਚ ਹੋ ਗਈ, ਹੁਣ ਇੱਕ ਕੰਟਰੀ ਵਿੱਚ ਹੋ ਜਾਵੇ, ਫਿਰ ਵਰਲਡ ਵਾਈਡ ਹੋ ਜਾਵੇ। ਫਿਰ ਜਿਹੜਾ ਹਨ ਸਵਰਗਾਂ ਵਿੱਚ ਵੀ ਜਿਹੜੇ ਹਨ ਦੇਵਤੇ ਬੈਠੇ ਉਹ ਵੀ ਮੈਨੂੰ ਮੱਥਾ ਟੇਕਣ, ਜਿਹੜੇ ਅੰਡਰ ਵਰਲਡ ਦੈਂਤ ਨੇ ਉਹ ਵੀ ਮੈਨੂੰ ਆ ਕੇ ਮੱਥਾ ਟੇਕਣ। ਸੋ ਇਹ ਖਾਹਿਸ਼ ਕਿਤੇ ਮੁੱਕਦੀ ਨਹੀਂ। ਅਲਪ ਕਾਲ ਜਿਸ ਵਿੱਚ ਰਹਾਈ। ਕਹਿਣ ਲੱਗੇ ਜਿਹਦੇ ਅੰਦਰ ਥੋੜੀ ਬਹੁਤੀ ਵੀ ਇਹ ਰਹਿ ਜਾਵੇ ਨਾ ਵਡਿਆਈ ਦੀ ਇੱਛਾ ਜਿਹੜੀ ਹੁੰਦੀ ਹੈ, ਫਿਰ ਕੀ ਹੁੰਦਾ ਹੈ? ਜਹ ਜਾਵਨ ਲਹਿਨੋ ਸੁਖ ਭਾਰੀ। ਦੇਖੋ ਕਹਿੰਦੇ ਅਲਪ ਕਾਲ ਜਿਸ ਵਿੱਚ ਜਿਹੜਾ ਹਨ ਰਹਾਈ, ਕਹਿਣਗੇ ਇਹ ਜਗ ਵਿੱਚ ਥੋੜਾ ਬਹੁਤਾ ਵੀ ਜਿਹਦੇ ਵਿੱਚ ਰਹਿ ਜਾਵੇ ਉਹ ਦੁੱਖ ਪਾਉਂਦੇ ਨੇ, ਫਿਰ ਉਹਨਾਂ ਨੂੰ ਜਨਮ ਮਰਨ ਵਿੱਚ ਆਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਜਹ ਜਾਵਣ, ਕਹਿੰਦੇ ਜਿੱਥੇ ਵੀ ਜਗਤ ਵਿੱਚ ਜਾਣਾ ਕਰੋ ਲਹਿਨੋ ਸੁਖ ਭਾਰੀ। ਕਹਿੰਦੇ ਜਗਤ ਵਿੱਚ ਤਾਂ ਉਹਨੂੰ ਸੁੱਖ ਮਿਲਦਾ ਹੈ, ਲੋਕੀ ਵਡਿਆਈਆਂ ਦਿੰਦੇ, ਪੈਸੇ ਦਿੰਦੇ ਹਨ। ਤਹਿ ਕੀ ਗਤ ਨਹਿ ਕਰਹਿ ਵਿਚਾਰੀ। ਪਰ ਕਹਿੰਦੇ ਤਹਿ ਕੀ ਗਤ ਨਹਿ ਕਰੇ ਵਿਚਾਰੀ। ਪਰ ਜਿਹੜਾ ਦੇਣ ਵਾਲਾ ਉਹ ਪਰਮਾਤਮਾ ਹੈ ਉਹਨੂੰ ਤਾਂ ਨਹੀਂ ਨਾ ਜਾਣਿਆ। ਆਪਣੀ ਵਡਿਆਈ ਵਿੱਚ ਫਸ ਗਿਆ, ਲੋਕਾਂ ਤੋਂ ਆਪਣੀਆਂ ਹੀ ਵਡਿਆਈਆਂ ਕਰਾਉਣ ਲੱਗ ਪਿਆ। ਫਿਰ ਪਰਮੇਸ਼ਰ ਦਾ ਨਾਮ ਕਿਤੋਂ ਜਪਾਵੇਗਾ? ਉਹਨੇ ਨਾ ਤਾਂ ਆਪਣੀ ਗਤੀ ਕਰਨੀ ਹੈ ਨਾ ਕਿਸੇ ਦੀ ਕਰਨੀ ਹੈ। ਮਾਨਹੀਨ ਰਹਿ ਜਗ ਮਹਿ ਜੋਈ। ਕਹਿਣਗੇ ਜੋ ਵੀ ਜਿਹੜੇ ਹਨ ਸੰਤ ਲੋਕ, ਦਰਵੇਸ਼ ਲੋਕ ਜਿਹੜੇ ਹੁੰਦੇ ਹਨ, ਮਹਾਂਪੁਰਸ਼ ਜਿਹੜੇ ਮਾਨਹੀਨ, ਜਿਹੜਾ ਹਨ ਨਿਮਰਤਾ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ, ਪਰਮੇਸ਼ਰ ਦਾ ਨਾਮ ਦਿਨ ਰਾਤ ਜਪਦੇ ਹਨ, ਰਹਿ ਜਗ ਮੈਂ ਜੋਈ। ਕਹਿਣਗੇ ਉਹ ਮਾਨਹੀਨ, ਉਹ ਕਿਤੇ ਵੀ ਨਹੀਂ ਚਾਹੁੰਦੇ ਕਿ ਕੋਈ ਮੇਰੀ ਅਵਸਥਾ ਬਾਰੇ ਜਾਣੇ, ਕੋਈ ਮੈਨੂੰ ਆ ਕੇ ਮੱਥਾ ਟੇਕੇ, ਉਹ ਨਹੀਂ ਚਾਹੁੰਦੇ। ਉਹ ਕਹਿੰਦੇ ਹਨ ਵੀ ਉਹ ਲੁਕੇ ਰਹਿੰਦੇ ਹਨ, ਉਹ ਸਾਰੀ ਚੀਜ਼ ਨੂੰ ਛਪਾਉਂਦੇ ਹਨ। ਜਿਹਨੇ ਪਾਇਆ ਤੈਨੇ ਛਪਾਇਆ। ਸੋ ਇਹ ਗੱਲ ਹੋ ਜਾਂਦੀ ਹੈ ਕਿ ਉਹ ਛਪਾਉਂਦੇ ਨੇ, ਉਹ ਦਿਖਾਉਣਾ ਨਹੀਂ ਚਾਹੁੰਦੇ। ਕਹਿੰਦੇ ਇਸ ਪ੍ਰਕਾਰ ਕਰਕੇ ਉਹ ਨਿਮਰਤਾ ਵਿੱਚ ਰਹਿੰਦੇ ਹਨ ਸੰਸਾਰ ਵਿੱਚ। ਚਾਹੇ ਮਾਨ ਪਰ ਲੋਕ ਹੈ ਸੋਈ। ਪਰ ਦੇਖੋ ਚਾਹੇ ਮਾਨ, ਕਹਿਣਗੇ ਉਹਨਾਂ ਦਾ ਮਾਨ ਜਿਹੜਾ ਹੈ, ਚਾਹੇ ਉਹ ਚਾਹੁੰਦੇ ਨੇ ਵੀ ਪ੍ਰਲੋਕ ਵਿੱਚ ਸਾਡਾ ਮਾਨ ਹੋਵੇ, ਇਹ ਜਗਤ ਵਿੱਚ ਨਾ ਹੋਵੇ। ਸੁਣ ਕੇ ਸਕੁਚ ਕਹਿਓ ਮਰਦਾਨੇ। ਸੋ ਇਹ ਸੁਣ ਕਰਕੇ ਦੇਖੋ ਹੁਣ ਜਿਹੜਾ ਪ੍ਰਲੋਕ ਵਿੱਚ ਜਿਹੜਾ ਹੈ ਮਾਨ, ਜਿਹੜਾ ਉਹ ਕੀ ਹੈ? ਉਹ ਪਰਮਾਤਮਾ ਦੇ ਮਿਲਾਪ ਦਾ, ਪਰਮਾਤਮਾ ਨਾਲ ਜੋਤੀ ਵਿੱਚ ਜੋਤ ਮਿਲਾਉਣ ਦਾ, ਉਹਦੇ ਵਿੱਚ ਇੱਕਮਿਕ ਹੋਣ ਦਾ ਕਹਿੰਦੇ ਉਹ ਮਾਣ ਚਾਹੁੰਦੇ ਨੇ। ਉਹ ਸੰਸਾਰ ਦਾ ਝੂਠਾ ਮਾਣ ਨਹੀਂ ਚਾਹੁੰਦੇ, ਕਿਉਂਕਿ ਅਸਲੀ ਮਾਣ ਤਾਂ ਉਹੀ ਹੈ। ਸੋ ਸੁਣ ਕਹਿ ਸੋ ਜੈ ਸਕੁਚ ਕਹਿਓ ਮਰਦਾਨਾ। ਹੁਣ ਮਰਦਾਨੇ ਨੂੰ ਲੱਗਿਆ ਵੀ ਹਾਂ ਮੇਰੇ ਤੋਂ ਗਲਤੀ ਹੋ ਗਈ, ਤੇ ਬੜਾ ਵਿਚਾਰਾ ਜਿਹੜਾ ਹੈ ਉਹ ਉਹਦੇ ਮਨ ਵਿੱਚ ਇਹ ਗੱਲ ਆਈ ਕਿ ਮੈਂ ਤਾਂ ਕੋਈ ਗਲਤ ਫੁਰਨਾ ਕਰ ਲਿਆ, ਮੇਰੇ ਮਨ 'ਚ ਕੋਈ ਗਲਤ ਗੱਲ ਆ ਗਈ ਜਿਹੜੀ ਚੰਗੀ ਨਹੀਂ ਹੈਗੀ। ਤੇ ਸਕੁਚ ਉਹ ਸੰਕੋਚ ਕਰਕੇ ਹੋਇ ਕਰਨਾ ਤੁਮ ਤਬ ਅਸ ਜਾਣੇ। ਭਾਈ ਮਰਦਾਨੇ ਨੇ ਇਹ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ, ਹੋਇ ਕਰਨਾ ਤੁਮ, ਹੇ ਪਾਤਸ਼ਾਹ ਜਿਹਦੇ ਉੱਤੇ ਤੁਹਾਡੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਤਾਂ ਗਿਆਨ ਪ੍ਰਾਪਤ ਹੁੰਦਾ ਹੈ ਨਾ ਪਾਤਸ਼ਾਹ। ਨਹੀਂ ਤਾਂ ਲੋਕੀ ਤਾਂ ਆਪਣੀ ਵਡਿਆਈ ਵਿੱਚ ਹੀ ਫਸੇ ਰਹਿੰਦੇ ਨੇ, ਆਪਣੀਆਂ ਕਾਮਨਾਵਾਂ ਵਿੱਚ ਹੀ ਫਸੇ ਰਹਿੰਦੇ ਨੇ, ਆਪਣੀ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਨੇ। ਪਾਤਸ਼ਾਹ ਜਿਹਦੇ ਉੱਤੇ ਤੇਰੀ ਕਿਰਪਾ ਹੁੰਦੀ ਆ ਨਾ, ਇਹ ਪਰਮਾਤਮਾ ਦਾ ਗਿਆਨ ਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਇਹ ਖੁਸ਼ੀਆਂ ਤੋਂ ਵੀ ਉਤਲੀ ਜਿਹੜਾ ਹਨ ਇਹਨਾਂ ਨੂੰ ਛੱਡ ਕਰਕੇ ਵੀ ਪਰਮੇਸ਼ਰ ਨੂੰ ਧਿਆਉਂਦੇ ਨੇ। ਹੁਣ ਲੋਕੀ ਪਰਮਾਤਮਾ ਦਾ ਸਿਮਰਨ ਕਿਉਂ ਕਰਦੇ ਹਨ? ਕਿਉਂਕਿ ਉਹ ਸੁੱਖ ਚਾਹੁੰਦੇ ਨੇ। ਹੁਣ ਜੇ ਸੁੱਖ ਮਿਲਿਆ ਹੋਇਆ ਵੀ ਹੈ ਤਾਂ ਵੀ ਉਹ ਸੁੱਖ ਨੂੰ ਛੱਡ ਕੇ ਵੀ ਪਰਮਾਤਮਾ ਨੂੰ ਧਿਆਉਣਾ ਉਹ ਚੀਜ਼ ਹੈ। ਸੋ ਦੇਖੋ ਨਾ, ਆਪਾਂ ਤਾਂ ਪਰਮਾਤਮਾ ਨੂੰ ਕਿਉਂ ਚਾਹੁੰਦੇ ਹਾਂ? ਆਪਾਂ ਕਿਉਂ ਨਾਮ ਜਪਦੇ ਹਾਂ? ਆਪਾਂ ਕਿਉਂ ਬਾਣੀ ਪੜ੍ਹਦੇ ਹਾਂ? ਸੁੱਖ ਲੈਣ ਵਾਸਤੇ। ਪਰ ਇੱਥੇ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਕੀ ਦਿੰਦੇ ਹਨ ਕਿ ਉਹ ਸੁੱਖ ਤੋਂ ਉੱਤੇ ਵੀ, ਉਹ ਸੁੱਖ ਨੂੰ ਵੀ ਛੱਡੋ, ਪਰਮਾਤਮਾ ਨੂੰ ਪਾਓ। ਸੋ ਕਹਿੰਦੇ ਇਹ ਇਸ ਕਰਕੇ ਪਾਤਸ਼ਾਹ ਜੀ ਇਹ ਤੁਹਾਡੀ ਕਰਨਾ ਕਰਕੇ, ਕਿਰਪਾ ਕਰਕੇ ਹੋ ਸਕਦਾ ਹੈ। ਕਰਤ ਬਾਤ ਤਹਿ ਪੁਰ ਨਿਹਰਾਇਆ। ਸੋ ਇਸ ਤਰ੍ਹਾਂ ਦੀਆਂ ਜਿਹੜੇ ਹਨ ਬਚਨ ਬਿਲਾਸ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਤੇ ਭਾਈ ਬਾਲਾ ਉਹ ਇੱਕ ਸ਼ਹਿਰ ਵਿੱਚ ਪਹੁੰਚ ਗਏ ਜੀ, ਨੇੜੇ ਆ ਕੇ। ਰੱਬ ਬੈਠੇ ਪਿਕ ਇੱਕ ਤੁਰ ਛਾਇਆ। ਮਹਾਰਾਜ ਇੱਕ ਦਰਖਤ ਨੂੰ ਦੇਖ ਕਰਕੇ ਉਹਦੇ ਥੱਲੇ ਸਤਿਗੁਰੂ ਜੀ ਨੇ ਬਿਰਾਜਣਾ ਕੀਤਾ, ਬੈਠ ਗਏ ਸਤਿਗੁਰੂ ਜੀ। ਦਈ ਨਿਦੇਸ਼ ਜਾਹੋ ਮਰਦਾਨੇ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ।
ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ, ਜਾਹੋ ਮਰਦਾਨਿਆ ਤੂੰ ਜਾ ਹੁਣ, ਇਹ ਸ਼ਹਿਰ ਵਿੱਚ ਜਾ ਹੁਣ, ਨਗਰ ਬਿਲੋ ਕਹੋ ਹੋਇ ਮਨ ਭਾਨੇ। ਇਹ ਸ਼ਹਿਰ ਜਾ ਕੇ ਦੇਖ ਕੇ ਆਓ ਤੇ ਆਪਣੇ ਮਨ ਭਾਣੇ ਜੋ ਤੇਰੇ ਮਨ ਵਿੱਚ ਆਉਂਦਾ ਤੂੰ ਉੱਥੇ ਜਾ ਕੇ ਕਰ। ਉਹ ਸ਼ਹਿਰ ਜਾ, ਸ਼ਹਿਰ ਨੂੰ ਦੇਖ, ਜੋ ਮਰਜ਼ੀ ਤੇਰੇ ਮਨ ਵਿੱਚ ਆਉਂਦਾ ਹੈ, ਮਤਲਬ ਤੂੰ ਖਾਣਾ ਪੀਣਾ ਜੋ ਮਰਜ਼ੀ, ਇਹ ਸ਼ਹਿਰ ਨੂੰ ਤੂੰ ਜਾ ਹੁਣ। ਜਾਏ ਨਾ ਬਹੁਰ ਪੱਠਿਓ ਬਰੇ ਆਈ। ਹੁਣ ਭਾਈ ਮਰਦਾਨੇ ਨੂੰ ਤਾਂ ਥੋੜਾ ਗਿਆਨ ਹੋ ਗਿਆ। ਹੁਣ ਗਿਆਨ ਹੋਣ ਕਰਕੇ ਭਾਈ ਮਰਦਾਨਾ ਜਾਂਦਾ ਨਹੀਂ। ਕਹਿੰਦੇ ਮਹਾਰਾਜ ਮੈਂ ਨਹੀਂ ਜਾਣਾ, ਬਹੁਰ ਪੱਠਿਓ ਬਰਿਆਈ। ਪਰ ਮਹਾਰਾਜ ਨੇ ਜੋਰੋ ਜਰਬੀ ਭੇਜਿਆ ਕਿ ਜਾ ਮਰਦਾਨਿਆ ਹੁਣ ਤੈਨੂੰ ਜਾਣਾ ਹੀ ਪਵੇਗਾ। ਸ੍ਰੀ ਪ੍ਰਭ ਤੇ ਬਹੁਤ ਸੁਖ ਚਾਇ। ਮਹਾਰਾਜ ਤੋਂ ਬੜਾ ਸੁਖ ਚਾਹੁੰਦਾ ਸੀ, ਬੜਾ ਸ਼ਰਮਸ਼ਾਰ ਜਾ ਲੱਜਾ ਜਿਹੜਾ ਸ਼ਰਮ ਜੀ ਆਉਂਦੀ ਸੀ ਵੀ ਇਹ ਕੈਸੀ ਮੈਂ ਫੁਰਨਾ ਕਰ ਲਿਆ, ਮੈਂ ਆਪਣੇ ਗੁਰੂ ਦੀ ਬਰਾਬਰੀ ਬਾਰੇ ਸੋਚ ਲਿਆ, ਤੇ ਇਹਦੇ ਕਰਕੇ ਉਹ ਸ਼ਰਮਸ਼ਾਰ ਹੋ ਰਿਹਾ ਸੀ ਭਾਈ ਮਰਦਾਨਾ। ਪੁਰ ਕੇ ਧਰਮ ਹੈ ਪਰਵਿਸਿਓ ਜਬ ਹੀ। ਪਰ ਜਦੋਂ ਗੁਰੂ ਨਾਨਕ ਮਹਾਰਾਜ ਜੋਰੋ ਜਰਬੀ ਭੇਜਿਆ, ਭਾਈ ਮਰਦਾਨਾ ਹੁਣ ਆਗਿਆ ਵੀ ਤਾਂ ਨਹੀਂ ਮੋੜ ਸਕਦਾ ਸੀ ਨਾ। ਭਾਈ ਮਰਦਾਨਾ ਜੀ ਹੁਣ ਤੁਰ ਭੇਜਿਓ ਸ਼ਹਿਰ ਵੱਲ। ਜਦੋਂ ਸ਼ਹਿਰ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ, ਮਾਨਵ ਦਰਸ ਕਰਹਿ ਤਹਿ ਤਬ ਹੀ। ਤੇ ਉੱਥੇ ਜਿੰਨੇ ਵੀ ਲੋਕਾਂ ਨੇ ਭਾਈ ਮਰਦਾਨੇ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਭਾਈ ਮਰਦਾਨੇ ਵੱਲ ਇੱਕ ਵਾਰ ਦੇਖਿਆ, ਉੱਥੇ ਆਵਨ ਉਪਾਇ ਨ ਤਰਹਿ ਅਗਾਰੀ। ਲੋਕੀ ਤਾਂ ਭੱਜ ਕੇ ਜਿੰਨਾ ਉਹਨਾਂ ਕੋਲ ਜਿਹੜੀ ਭੇਟਾ ਸੀ ਉਹਨਾਂ ਦੇ ਜਿਹੜਾ ਹਨ ਭਾਈ ਮਰਦਾਨੇ ਦੇ ਪੈਰਾਂ ਉੱਤੇ ਧਰ ਕੇ ਮੱਥਾ ਟੇਕਣ ਲੱਗੇ ਜੀ। ਜਿਹਨੇ ਵੀ ਭਾਈ ਮਰਦਾਨੇ ਨੂੰ ਦੇਖਿਆ ਉਹਨੇ ਆ ਕੇ ਜਿਹੜਾ ਵੀ ਕੁਝ ਉਹਦੇ ਕੋਲ ਸੀਗਾ ਉਹ ਸਾਰਾ ਹੀ ਧਰ ਦਿੱਤਾ ਉਹਦੇ ਭਾਈ ਮਰਦਾਨੇ ਦੇ ਪੈਰਾਂ ਤੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਪੂਜਨ ਹੇਤ ਨਾ ਗਿਰਾ ਉਚਾਰੀ। ਕਿਸੇ ਨੇ ਵੀ ਨਹੀਂ ਪੁੱਛਿਆ ਭਾਈ ਮਰਦਾਨੇ ਤੂੰ ਕੌਣ ਹੈ, ਕਿਹੜਾ ਫਕੀਰ ਹੈ, ਕਿਹੜਾ ਸਾਧੂ ਹੈ, ਜਾਂ ਕਿਸੇ ਨੇ ਟੈਸਟ ਵੀ ਕੋਈ ਨਾ ਲਿਆ। ਉਹਨਾਂ ਨੇ ਚੁੱਪ ਕਰਕੇ ਆ ਕੇ ਬਸ ਮੱਥਾ ਟੇਕਣ ਦੀ ਗੱਲ ਕੀਤੀ ਤੇ ਭੇਟਾਵਾਂ ਚੜਾਉਣ ਦੀ ਗੱਲ ਕੀਤੀ। ਭਿਖਤ ਪਰਸ ਪਰ ਘਰ ਨਿਜ ਜਾਹੀ। ਫੇਰ ਜਿਹੜੇ ਵੀ ਬੰਦੇ ਭਾਈ ਮਰਦਾਨੇ ਨੂੰ ਮੱਥਾ ਟੇਕ ਕੇ ਭੇਟਾ ਚੜਾ ਕੇ ਜਾਂਦੇ, ਉਹ ਘਰ ਜਾ ਕੇ ਦੱਸਦੇ ਨੇ, ਹੋਰਾਂ ਨੂੰ ਦੱਸਦੇ ਨੇ, ਗੁਆਂਢੀਆਂ ਨੂੰ ਦੱਸਦੇ ਨੇ ਵੀ ਇੱਕ ਫਕੀਰ ਆਇਆ, ਭਾਈ ਤੁਸੀਂ ਵੀ ਆ ਜਾਓ। ਨਾਨਾ ਬਿੰਜਨ ਅੰਨ ਹੈ ਪਾਹੀ। ਦੇਖੋ ਤਰ੍ਹਾਂ ਦੇ ਫਿਰ ਭੋਜਨ ਲੈ ਕੇ ਆਏ ਭਾਈ ਮਰਦਾਨੇ ਵਾਸਤੇ ਕਿ ਸੰਤ ਜੀ ਛਕੋ ਜੀ, ਛਕੋ ਜੀ, ਛਕੋ ਜੀ। ਉਹ ਤਰ੍ਹਾਂ ਦੇ ਜਿਹੜੇ ਖਾਣੇ ਵੀ ਆ ਗਏ। ਹੁਣ ਰੁਚਿਰ ਸਥਲ ਬੈਠਿਓ ਮਰਦਾਨਾ। ਭਾਈ ਮਰਦਾਨੇ ਨੂੰ ਇੱਕ ਉੱਚਾ ਸੋਹਣਾ ਬੜਾ ਸੁੰਦਰ ਥਾਂ ਜਿਹੜਾ ਸ਼ਹਿਰ ਦਾ ਸੀ ਸਭ ਤੋਂ ਸੁੰਦਰ, ਉੱਥੇ ਲਿਆ ਕੇ ਬਿਠਾ ਦਿੱਤਾ। ਬਿਠਾ ਕਰਕੇ ਲੋਕਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਹੋਵਨ ਪੂਜਾ ਲਗੀ ਮਹਾਨਾ। ਇਸ ਪ੍ਰਕਾਰ ਕਰਕੇ ਵੱਡੀ ਮਹਾਨ ਪੂਜਾ ਹੋਣ ਲੱਗੀ ਭਾਈ ਮਰਦਾਨੇ ਦੀ ਉੱਥੇ। ਬਹੁ ਰੰਗਨ ਕੇ ਬਸਤਰ ਅਮੋਲੇ। ਬੜੇ ਤਰ੍ਹਾਂ ਦੇ ਜਿਹੜੇ ਹਨ ਬੇਕੀਮਤੀ, ਜਿਨ੍ਹਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ, ਪ੍ਰਾਈਸਲੈਸ ਜਿਹੜੇ ਹਨ, ਉਹ ਜਿਹੇ ਬਸਤਰ ਕਲੋਥਿੰਗ ਜਿਹੜੇ ਹਨ ਲਿਆ ਕੇ ਉਹਨਾਂ ਨੇ ਭੇਟਾ ਦਿੱਤੇ। ਆਨ ਸਮਰਪ ਹੈ ਕਛ ਨਾ ਹੈ ਬੋਲੇ। ਤੇ ਆਨ ਸਮਰਪ ਹੈ, ਸਾਰੇ ਆ ਕੇ ਭਾਈ ਮਰਦਾਨੇ ਨੂੰ ਭੇਟਾ ਰੱਖਦੇ ਨੇ, ਪਰ ਕੋਈ ਬੋਲਦਾ ਨਹੀਂ। ਕੋਈ ਇਹ ਵੀ ਨਹੀਂ ਕਹਿੰਦਾ ਮੇਰਾ ਇਹ ਕਾਰਜ ਕਰ ਦਿਓ, ਮੇਰਾ ਉਹ ਕਾਰਜ ਕਰ ਦਿਓ, ਅਰਦਾਸ ਕਰ ਦਿਓ, ਨਹੀਂ। ਉਹਨਾਂ ਨੇ ਰੱਖ ਕੇ ਬਸ ਮੱਥਾ ਟੇਕਣ ਦੀ ਗੱਲ ਕਰਦੇ ਹਨ। ਕੇਤਕ ਦਰਬ ਚੜਾਵ ਹੈ ਆਨੀ। ਤੇ ਕਈਆਂ ਨੇ ਆ ਕੇ ਮਾਇਆ ਚੜਾ ਦਿੱਤੀ, ਕਈ ਸੋਨਾ ਲੈ ਕੇ ਆ ਗਏ, ਕਈ ਗਹਿਣੇ ਲੈ ਕੇ ਆ ਗਏ, ਕਈ ਹੀਰੇ ਮੋਤੀ ਲੈ ਕੇ ਆ ਗਏ, ਪ੍ਰੈਸ਼ਰ ਸਟੋਨਸ ਲੈ ਕੇ ਆ ਗਏ, ਤਰ੍ਹਾਂ ਦੀਆਂ ਭੇਟਾਵਾਂ ਚੜੀਆਂ ਜੀ। ਹੋਏ ਰਹੇ ਸੇਵਕ ਮਨ ਬਾਨੀ। ਤੇ ਸਾਰੇ ਹੀ ਮਨ ਬਚਨਾ ਕਰਕੇ ਭਾਈ ਮਰਦਾਨੇ ਦੇ ਸੇਵਕ ਬਣ ਗਏ ਜੀ। ਸਾਰੇ ਹੱਥ ਜੋੜ ਕੇ ਖੜੇ ਹਨ ਜੀ, ਹੁਕਮ ਕਰੋ ਜੀ, ਹੁਕਮ ਕਰੋ। ਸਾਰੇ ਬੈਠੇ ਹਨ। ਹਿੰਦੂ ਤੁਰਕ ਜੇ ਦੇਖੇ ਹੈ ਆਈ। ਹੁਣ ਦੇਖੋ ਨਾ ਉੱਥੇ ਜਿਹੜਾ ਹਨ ਭਾਈ ਮਰਦਾਨੇ ਨੂੰ ਜਿਹੜਾ ਹਨ ਦੋਨਾਂ ਨੇ ਸੰਤ ਮੰਨਿਆ, ਹਿੰਦੂਆਂ ਨੇ ਵੀ ਤੇ ਉੱਥੇ ਰਹਿਣ ਵਾਲੇ ਮੁਸਲਮਾਨਾਂ ਨੇ ਵੀ। ਉਹਨਾਂ ਨੇ ਕੋਈ ਫਰਕ ਨਾ ਸਮਝਿਆ। ਹਿੰਦੂ ਵੀ ਉਵੇਂ ਮੱਥਾ ਟੇਕਦੇ ਹਨ, ਤੁਰਕ ਲੋਕ ਵੀ ਆ ਕੇ ਮੱਥਾ ਟੇਕੇ, ਮੁਸਲਮਾਨ ਵੀ ਆ ਕੇ ਮੱਥਾ ਟੇਕਦੇ ਹਨ। ਤੇ ਦੋਨਾਂ ਨੂੰ ਲੱਗਦਾ ਹੈ ਕਿ ਸਾਡਾ ਹੀ ਪੀਰ, ਸਾਡਾ ਹੀ ਜਿਹੜਾ ਹੈ ਇਹ ਸੰਤ ਮਹਾਪੁਰਸ਼ ਹੈ। ਮਹਾਪੁਰਖ ਲਖ ਪਰ ਹੈ ਪਾਈ। ਸਾਰੇ ਪੈਰੀ ਪੈਂਦੇ ਹਨ ਮਹਾਪੁਰਖ ਜਾਣ ਕੇ ਭਾਈ ਮਰਦਾਨੇ ਨੂੰ। ਸੁਣ ਹੈ ਅਪਰ ਤੇ ਅਪਰ ਜੇ ਮਾਨਵ। ਦੇਖੋ ਹੋਰ ਵੀ ਜਿਹੜੇ ਸੁਣਦੇ ਹਨ ਹੋਰਾਂ ਤੋਂ, ਉਹ ਵੀ ਚੱਲ ਕੇ ਭੱਜੇ ਆਉਂਦੇ ਹਨ। ਦੌਰ ਹੈ ਦੌਰ ਉਪਾਇ ਨ ਆਨਵ। ਤੇ ਆਉਂਦੇ ਹਨ ਭੱਜੇ ਭਾਈ ਮਰਦਾਨੇ ਕੋਲ। ਜੋ ਵੀ ਸੁਣ ਲੈਂਦਾ ਵੀ ਫਕੀਰ ਆਇਆ ਹੈ, ਇਹ ਸੰਤ ਆਇਆ ਹੈ, ਉਹ ਦੌੜ ਕੇ ਆਉਂਦੇ ਹਨ, ਆਪਣੀਆਂ ਭੇਟਾਵਾਂ ਲਿਆਉਂਦੇ ਹਨ। ਕਹੈ ਕਿ ਸੰਤ ਬੜੋ ਹੈ ਕੋਈ। ਕਹਿਣਗੇ ਕਹਿੰਦੇ ਹਨ ਇੱਕ ਦੂਜੇ ਨੂੰ ਕੋਈ ਵੱਡਾ ਸੰਤ ਆਇਆ ਹੋਇਆ ਹੈ। ਇਸ ਦਰਸ਼ਨ ਤੇ ਹਮਗਤ ਹੋਈ। ਦੇਖੋ ਉਹਨਾਂ ਦੇ ਦਰਸ਼ਨਾਂ ਮਾਤਰ ਹੀ ਸਾਡੀ ਮੁਕਤੀ ਹੋ ਜਾਣੀ ਆ। ਲੋਕਾਂ ਨੇ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਭਾਈ ਮਰਦਾਨੇ ਦੇ ਦਰਸ਼ਨ ਕਰਦਿਆਂ ਸਾਰ ਹੀ ਮੁਕਤੀ ਮਿਲ ਜਾਂਦੀ ਹੈ। ਇਸ ਕਰਕੇ ਭਾਈ ਵੱਡਾ ਮਹਾਪੁਰਸ਼ ਹੈ ਇਹ। ਜੋ ਇਸ ਪਾਸ ਚੜਾਏ ਪਦਾਰਥ। ਜੋ ਵੀ ਇਹਨਾਂ ਦੇ ਅੱਗੇ ਜਾ ਕੇ ਅਸੀਂ ਚੜਾਉਂਦੇ ਹਾਂ ਨਾ ਪਦਾਰਥ, ਕਿਉਂਕਿ ਆਪਾਂ ਵੀ ਦਾਨ ਪੁੰਨ ਕਰਦੇ ਹਾਂ ਨਾ, ਆਪਾਂ ਵੀ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ, ਪਰ ਆਪਾਂ ਕੀ ਕਰਦੇ ਹਾਂ, ਇੱਕ ਜਿਹੜਾ ਹਨ ਆਪਾਂ ਥੋੜੇ ਰੱਖਦੇ ਹਾਂ ਤੇ ਮੰਗਦੇ ਬਹੁਤਾ ਹਾਂ। ਬਹੁਤੀ ਜਾਚਨਾ ਆਪਾਂ ਕਰਦੇ ਹਾਂ, ਥੋੜਾ ਆਪਾਂ ਚੜਾਉਂਦੇ ਹਾਂ ਤੇ ਮੰਗਦੇ ਬਹੁਤ ਜ਼ਿਆਦੇ ਹਾਂ। ਤੇ ਇਹ ਕਹਿੰਦੇ ਹਨ, ਕਹਿੰਦੇ ਜੋ ਵੀ ਪਦਾਰਥ ਤੁਸੀਂ ਜਾ ਕੇ ਉਹ ਸੰਤ ਨੂੰ ਮਰਦਾਨੇ ਨੂੰ ਚੜਾਉਂਗੇ ਜਾ ਕੇ, ਸੋ ਹਮ ਜਾਣ ਹੈ ਹੋਏ ਸਕਾਰਥ। ਉਹ ਅਸੀਂ ਜਾਣਦੇ ਵੀ ਸਫਲ ਹੋ ਗਿਆ ਜੀ। ਸਾਡੇ ਪਦਾਰਥ, ਸਾਡੀ ਜਿਹੜੀ ਪ੍ਰਾਪਰਟੀ ਹੈ, ਸਾਡੀ ਵੈਲਥ ਜਿਹੜੀ ਹੈ, ਉਹ ਜਿਹੜੀ ਹਨ ਫਰੂਟਫੁਲ ਹੋ ਗਈ ਜੇ ਉਹਨਾਂ ਨੂੰ ਚੜਾਈ ਜਾਵੇ, ਦਿੱਤੀ ਜਾਵੇ।
ਲਾਗਿਓ ਅੰਬਰ ਕੇਰ ਅੰਬਾਰੂ। ਦੇਖੋ ਭਾਈ ਮਰਦਾਨੇ ਦੇ ਜਿਹੜਾ ਹਨ ਅੱਗੇ ਥੋੜੇ ਸਮੇਂ ਵਿੱਚ ਹੀ ਢੇਰ ਲੱਗੇ ਜੀ ਭੇਟਾਵਾਂ ਦੇ। ਮਰਦਾਨੇ ਭਾ ਹਰਖ ਅਪਾਰੂ। ਭਾਈ ਮਰਦਾਨੇ ਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ ਲੋਕ ਪੂਜਾ ਕਰਦੇ ਨੇ, ਕਿਵੇਂ ਮੱਥਾ ਟੇਕਦੇ ਨੇ, ਕਿਵੇਂ ਕੀਮਤੀ ਭੇਟਾਵਾਂ ਲਿਆ ਕੇ ਚੜਾਉਂਦੇ ਹਨ। ਬੀਤ ਗਏ ਜਬ ਹੀ ਜੁਗ ਜਾਮਾ। ਜਦੋਂ 2 ਜਾਮ 6 ਘੰਟੇ 2 ਪਹਿਰ ਜਿਹੜੇ ਬੀਤ ਗਏ 6 ਆਵਰਸ ਹੋ ਗਏ ਉੱਥੇ ਪੂਜਾ ਕਰਦਿਆਂ ਨੂੰ ਲੋਕਾਂ ਨੂੰ ਭਾਈ ਮਰਦਾਨੇ ਦੀ। ਉਠਿਓ ਤਬ ਹੈ ਭਾ ਪੂਰਨ ਕਾਮਾ। ਸੋ ਉਠਿਓ ਤਬ ਹੈ, ਉਸੇ ਵੇਲੇ ਭਾਈ ਮਰਦਾਨਾ ਉੱਠ ਖੜਿਆ ਜੀ ਉੱਥੋਂ ਵੀ ਚੱਲ ਜੀ ਮੈਂ ਵਾਪਸ ਜਾਣਾ ਹੈ ਹੁਣ, ਵੀ ਮੇਰਾ ਜਿਹੜਾ ਹਨ ਉਹਦਾ ਕੰਮ ਤਾਂ ਪੂਰਾ ਹੋ ਗਿਆ। ਸਤਿਗੁਰਾਂ ਨੇ ਉਹਨਾਂ ਦਾ ਜਿਹੜਾ ਫੁਰਨਾ ਸੀ ਨਾ ਭਾਈ ਮਰਦਾਨੇ ਦਾ ਪੂਰਾ ਕਰ ਦਿੱਤਾ। ਮਾਨਵ ਕੇ ਉਚਵਾਇਓ ਸੀਸਾ। ਦੇਖੋ ਲੋਕਾਂ ਨੇ ਕਿਹਾ ਭਾਈ ਮਰਦਾਨੇ ਤੁਸੀਂ ਜਾਣਾ ਕਿਤੇ, ਅਸੀਂ ਲੈ ਕੇ ਜਾਂਦੇ ਹਾਂ। ਉਹਨਾਂ ਨੇ ਭਾਈ ਮਰਦਾਨੇ ਨੂੰ ਜਿਹੜਾ ਹੈ ਆਪਣੇ ਸੀਸ ਤੇ ਚੁੱਕਿਆ, ਮਤਲਬ ਕਿ ਇੱਕ ਜਿਹੜਾ ਹਨ ਰੱਥ ਵਿੱਚ ਪਾ ਕੇ, ਰੱਥ ਆਪਣੇ ਸਿਰ ਤੇ ਰੱਖ ਕੇ ਲੋਕ ਲੈ ਕੇ ਚੱਲੇ ਹਨ। ਕਹਿੰਦੇ ਸੰਤ ਜੀ ਦੱਸੋ ਕਿੱਥੇ ਜਾਣਾ ਹੈ। ਆਇਓ ਜਹ ਬੈਠੇ ਜਗਦੀਸਾ। ਭਾਈ ਮਰਦਾਨਾ ਵੱਡੀ ਭੀੜ ਆ ਰਹੀ ਹੈ ਭਾਈ ਮਰਦਾਨੇ ਦੇ ਨਾਲ, ਤੇ ਭਾਈ ਮਰਦਾਨੇ ਨੂੰ ਰੱਥ ਵਿੱਚ ਬਿਠਾ ਕੇ ਲੋਕੀ ਸਿਰ ਤੇ ਚੁੱਕੀ ਆਉਂਦੇ ਹਨ, ਜੇ ਨਾਲ ਜਿਹੜੇ ਹਨ ਆਪਣਾ ਜਾਪ ਕਰਦੇ ਆਉਂਦੇ ਹਨ। ਸੋ ਇਹ ਜਿਹੜਾ ਹਨ ਆਗੇ ਹਨ ਜਿੱਥੇ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਕਹਿਣ ਲੱਗਿਓ ਕਰ ਹਰਖ ਕਨੇਰੋ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿਣ ਲੱਗੇ, ਖੁਸ਼ ਹੋ ਕੇ ਕਹਿਣ ਲੱਗੇ, ਦਾਸ ਭਇਓ ਸਗਰੋਪੁਰ ਮੇਰੋ। ਤੇ ਦੇਖੋ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਵੱਲ ਦੇਖ ਕੇ ਕੁਝ ਕਹਿਣ ਲੱਗੇ ਨਾ, ਭਾਈ ਮਰਦਾਨਾ ਉਤਾਵਲਾ ਹੋ ਗਿਆ। ਉਤਾਵਲਾ ਹੋ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਕੁਝ ਕਹਿਣ ਤੋਂ ਪਹਿਲਾਂ ਨਾ ਭਾਈ ਮਰਦਾਨਾ ਕਹਿੰਦਾ, ਪਾਤਸ਼ਾਹ ਜੀ ਦੇਖੋ ਇਹ ਸਾਰਾ ਸ਼ਹਿਰ ਮੇਰਾ ਸੇਵਕ ਬਣ ਗਿਆ, ਇਹ ਸਾਰਾ ਹੀ ਸ਼ਹਿਰ ਮੇਰਾ ਸੇਵਕ ਹੈ, ਇਹ ਮੇਰੇ ਹੀ ਜਿਹੜੇ ਨੌਕਰ ਬਣ ਗਏ ਜੀ ਸਾਰੇ, ਹੁਣ ਮੇਰੇ ਸ਼ਰਧਾਲੂ ਬਣ ਗਏ। ਸਭ ਹੀ ਪੂਜਾ ਕੀਨ ਮਹਾਨਾ। ਮਹਾਰਾਜ ਇਹਨਾਂ ਸਾਰਿਆਂ ਨੇ ਮੇਰੀ ਬੜੀ ਪੂਜਾ ਕੀਤੀ ਹੈ। ਹੁਣ ਬੰਦ ਹੈ ਪਦ ਭੇਟਾਂ ਧਰ ਨਾਨਾ। ਮੇਰੇ ਆਕੇ ਜਿਹੜਾ ਪੈਰਾਂ ਤੇ ਮੱਥਾ ਟੇਕੀ ਜਾਂਦੇ ਨੇ, ਵੱਡੀਆਂ ਵੱਡੀਆਂ ਭੇਟਾਵਾਂ ਲੈ ਕੇ ਮੇਰੇ ਮੂਹਰੇ ਰੱਖਦੇ ਹਨ। ਪਤਾ ਨਹੀਂ ਇਹਨਾਂ ਨੇ ਮੇਰੇ ਵਿੱਚੋਂ ਕੀ ਦੇਖ ਲਿਆ। ਕਿਨਹੋ ਨਾ ਬੂਝਨ ਕੀਨੋ ਮੋਹੀ। ਪਰ ਹੁਣ ਤੱਕ ਮੈਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਵੀ ਤੂੰ ਕੌਣ ਹੈ, ਤੇਰਾ ਨਾਂ ਕੀ ਹੈ, ਤੂੰ ਕਿੱਥੋਂ ਆਇਆ, ਇਹ ਵੀ ਗੱਲ ਨਾ ਕਿਸੇ ਨੇ ਪੁੱਛੀ। ਕਹ ਹੈ ਪਰਸ ਪਰ ਸੰਤ ਸੋ ਹੋਹੀ। ਪਰ ਆਪਣੇ ਵਿੱਚ ਆਪਸ ਵਿੱਚ ਇਹੀ ਕਹਿੰਦੇ ਹਨ ਵੀ ਇਹ ਸੰਤ ਹੈ, ਇਹ ਸੰਤ ਹੈ, ਇਹ ਸੰਤ ਹੈ, ਤੇ ਮੈਨੂੰ ਤਾਂ ਕੁਝ ਨਹੀਂ ਕਹਿੰਦੇ। ਆਪਸ ਵਿੱਚ ਕਹਿੰਦੇ ਨੇ ਵੀ ਮੈਂ ਸੰਤ ਹਾਂ। ਅਸ ਕਹੈ ਭੇਟ ਹੁਤੀ ਜੋ ਸਾਰੀ। ਸੋ ਇਉਂ ਕਹਿੰਦਿਆਂ ਹੋਇਆਂ ਭਾਈ ਮਰਦਾਨਾ ਜੀ ਜਿੰਨੀ ਵੀ ਉਹ ਭੇਟਾ ਲੈ ਕੇ ਆਏ ਸਨ ਉਹ ਲੋਕਾਂ ਤੋਂ ਚੁਕਵਾ ਕੇ ਲਿਆਂਦੀ ਜੀ। ਉਹ ਜਿੰਨੀ ਭੇਟਾ ਇਕੱਠੀ ਹੋਈ ਸੀ ਨਾ ਪਰ ਭਾਈ ਮਰਦਾਨੇ ਦੀ, ਸੋ ਧਰ ਦੀਨੀ ਗੁਰੂ ਅਗਾਰੀ। ਉਹਨੇ ਕੀ ਕੀਤਾ, ਭਾਈ ਮਰਦਾਨੇ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਦਿਓ, ਕਿਉਂਕਿ ਇਹ ਮੇਰਾ ਗੁਰੂ ਹੈ, ਇਹ ਵੱਡਾ ਹੈ, ਮੈਂ ਤਾਂ ਇਹਨਾਂ ਦਾ ਸੇਵਕ ਹਾਂ। ਬਿਗਸਤ ਮੁਖ ਤੇ ਬਚਨ ਬਖਾਨੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਵੀ ਉਹ ਭੇਟਾਵਾਂ ਸਾਰੀਆਂ ਢੇਰੀ ਲਾ ਦਿੱਤੀਆਂ ਸਤਿਗੁਰਾਂ ਦੇ ਸਾਹਮਣੇ, ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਕੋ ਵਥ ਆਨੀ ਮਰਦਾਨੇ। ਕਹਿਣਗੇ ਮਰਦਾਨਿਆ ਕਿਹੜੀ ਕਿਹੜੀ ਚੀਜ਼ ਲੈ ਕੇ ਆਇਆ, ਕਿਹੜੀ ਕਿਹੜੀ ਚੀਜ਼ ਇਕੱਠੀ ਕਰਕੇ ਲਿਆਂਦੀ ਹੈ ਇਹ। ਹਿਰਦੈ ਤੇਰੋ ਹਰਖ ਵਿਸੇਖਾ। ਕਹਿਣ ਲੱਗੇ ਮਰਦਾਨਿਆ ਤੂੰ ਬੜਾ ਖੁਸ਼ ਆ, ਤੇਰੇ ਦਿਲ ਵਿੱਚ ਵੀ ਬੜੀ ਖੁਸ਼ੀ ਹੈ, ਅੱਜ ਤੇਰਾ ਹਿਰਦਾ ਅੱਜ ਬੜਾ ਖੁਸ਼ ਹੈ। ਬਦਨ ਪ੍ਰਫੁੱਲਤ ਅਤ ਸਹਿ ਦੇਖਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਮਰਦਾਨਿਆ ਅੱਜ ਤਾਂ ਤੇਰਾ ਕੀ ਜਿਹੜਾ ਹੈ ਮੁੱਖ ਵੀ ਬੜਾ ਜਿਹੜਾ ਹੈ ਖਿੜਿਆ ਹੋਇਆ ਹੈ, ਬੜੀ ਖੁਸ਼ੀ ਵਿੱਚ ਹੈ। ਹਾਂਜੀ ਦੇਖਣ ਤੋਂ ਪਤਾ ਲੱਗਦਾ ਕਿੰਨੀ ਖੁਸ਼ੀ ਹੈ ਤੇਰੇ। ਹਾਂਜੀ ਤੂੰ ਤਾਂ ਹੱਸਦਾ ਆਉਣਾ ਹੈ ਤੇ ਮੁੱਖ ਤੇਰਾ ਅੱਜ ਇੰਨਾ ਖਿੜਿਆ ਹੋਇਆ, ਅੱਗੇ ਨਾ ਕਿਤੇ ਦੇਖਿਆ। ਹਾਂਜੀ ਅੱਜ ਤੂੰ ਬਹੁਤ ਖੁਸ਼ ਹੈ। ਕਰ ਜੋਰੇ ਕਹਿ ਸੁਨ ਪ੍ਰਭ ਮੋਰੇ। ਹੱਥ ਜੋੜ ਕੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ, ਸੁਣ ਪ੍ਰਭ ਮੇਰੇ, ਹੇ ਮੇਰੇ ਪ੍ਰਭੂ ਸੁਣੋ। ਗਮਨਿਓ ਨਗਰ ਅਨੁਗ੍ਰਹ ਤੋਰੇ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਇਹ ਨਗਰ ਵਿੱਚ ਜਾ ਕੇ ਵੜਿਆ ਜਦੋਂ ਪ੍ਰਵੇਸ਼ ਹੋਇਆ। ਜੋ ਰਾਵਰ ਨੇ ਬਚਨ ਬਖਾਨਾ। ਜਿਵੇਂ ਆਪ ਜੀ ਨੇ ਬਚਨ ਕੀਤਾ ਸੀ ਤਿਉ ਪੂਰਨ ਪਾ ਹਰਖ ਮਹਾਨਾ। ਉਹੀ ਬਚਨ ਪੂਰਾ ਹੋਇਆ ਸਤਿਗੁਰੂ ਜੀ। ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ, ਤੁਹਾਡੇ ਬਚਨ ਕੀਤਿਆਂ ਹੋਇਆਂ ਤੁਸੀਂ ਪੂਰਾ, ਤੁਹਾਡੇ ਬਚਨ ਹੀ ਪੂਰੇ ਹੋਏ ਹਨ। ਦੇਖੋ ਇੱਕ ਸਿੱਖ ਦੀ ਅਵਸਥਾ ਇਹ ਹੈ, ਸਿੱਖ ਜੋ ਕਮਾਈ ਵੀ ਕਰਦਾ ਹੈ ਨਾ, ਜਦੋਂ ਉਹਦੀ ਕਿਤੇ ਪੂਜਾ ਵੀ ਹੋਵੇ ਨਾ, ਕਿਉਂਕਿ ਉਹਦੇ ਮਨ ਵਿੱਚ ਭਾਵਨਾ ਇਹੀ ਹੁੰਦੀ ਹੈ ਕਿ ਹੇ ਮਹਾਰਾਜ ਇਹ ਤੇਰਾ ਹੀ ਦਿੱਤਾ ਹੋਇਆ ਹੈ, ਇਹ ਤੇਰੇ ਕਰਕੇ ਹੀ ਹੋਇਆ ਹੈ। ਪਾਤਸ਼ਾਹ ਜੀ ਜੋ ਤਿਉ ਪੂਰਨ ਪਾਵੇ, ਇਹ ਜਿਹੜਾ ਕਾਰਜ ਪੂਰਾ ਤੁਹਾਡੇ ਕੀਤਿਆਂ ਹੀ ਹੋਇਆ ਹੈ, ਇਹ ਸਾਡੇ ਕੀਤਿਆਂ ਨਹੀਂ ਹੋਇਆ, ਇਹ ਤੁਹਾਡੇ ਕੀਤਿਆਂ ਹੀ ਹੋਇਆ ਹੈ। ਦੇਖੋ ਇਹ ਭਾਵਨਾ ਸਿੱਖ ਦੀ ਹਮੇਸ਼ਾ ਹੋਣੀ ਚਾਹੀਦੀ ਹੈ। ਸੁੰਦਰ ਬਹੁ ਅੰਬਰ ਮੈਂ ਲਿਆਇਓ। ਮਹਾਰਾਜ ਇਹ ਸੁੰਦਰ ਜਿਹੜੇ ਹਨ ਅੰਬਰ ਕੱਪੜੇ ਮੈਂ ਲੈ ਕੇ ਆਇਆ ਹਾਂ ਬਹੁਤ ਤਰ੍ਹਾਂ ਦੇ। ਧਨ ਆਨਿਓ ਨਰ ਜਿਤੋ ਚੜਾਇਓ।
ਆਨਿਓ ਧਨ ਆਨਿਓ ਕਹਿਣ ਲੱਗੇ ਧਨ ਵੀ ਬੜਾ ਲੈ ਕੇ ਆਏ ਸਾਰੇ ਲੋਕ ਸੇਵਕ ਬਣ ਕੇ। ਹੇਤ ਦਿਖਾਵਨ ਗਠੜੀ ਖੋਲੀ। ਸੋ ਭਾਈ ਮਰਦਾਨਾ ਨੇ ਇਹ ਗੱਲ ਕਹਿੰਦਿਆਂ ਹੋਇਆਂ ਨਾ ਉਹ ਗਠੜੀ ਬੰਨੀ ਹੋਈ ਸੀ ਸੋਨੇ ਦੀ, ਜਿਹਦੇ ਵਿੱਚ ਗੋਲ ਕੋਇਨ ਸੀਗੇ, ਗਹਿਣੇ ਸੀਗੇ, ਪ੍ਰੈਸ਼ਸ ਜਿਹੜੇ ਪੱਥਰ ਸੀਗੇ ਸਾਰੇ। ਉਹ ਗੰਠੜੀ ਜਿਹੜਾ ਉਹਦੀ ਨੋਟ ਜਿਹੜੀ ਸੀ ਨਾ ਗੰਢ, ਉਹ ਖੋਲਣ ਲੱਗਿਆ ਭਾਈ ਮਰਦਾਨਾ। ਦੇਖਿਆ ਪ੍ਰਭੂ ਵਸਤ ਬਹੁ ਮੋਲੀ। ਜਦੋਂ ਉਹ ਗੰਠੜੀ ਖੁੱਲੀ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਬੜੀਆਂ ਅਮੋਲਕ ਅਵਸਥਾਵਾਂ ਹਨ, ਬੜੇ ਤਰ੍ਹਾਂ ਦੀਆਂ ਜਿਹੜਾ ਪ੍ਰਾਈਸਲੈਸ ਜਿਹੜੇ ਹਨ ਉਹ ਚੀਜ਼ਾਂ ਹਨ ਜਿਨ੍ਹਾਂ ਦਾ ਪ੍ਰਾਈਸ ਬਹੁਤ ਵੱਡਾ ਹੈ। ਦਸਾ ਦੇਖ ਮਰਦਾਨੇ ਕੇਰੀ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਬਜ਼ਰਵ ਕੀਤਾ ਭਾਈ ਮਰਦਾਨੇ ਦੀ ਦਸ਼ਾ ਹਾਲਾਤ ਨੂੰ, ਲੋਭ ਲਹਿਰ ਮੈਂ ਚਾਹੇ ਕਨੇਰੀ। ਮਹਾਰਾਜ ਨੇ ਜਾਣਿਆ ਕਿ ਇਹ ਲੋਭ ਲਹਿਰ ਵਿੱਚ ਜਿਹੜਾ ਚਾਹੇ ਕਨੇਰੀ ਭਾਈ ਮਰਦਾਨਾ ਹੁਣ ਜਿਹੜਾ ਹਨ ਗੋਤੇ ਖਾ ਰਿਹਾ ਹੈ। ਉਹ ਲਹਿਰਾਂ, ਉਹ ਵੇਵ ਜਿਹੜੇ ਕਿ ਲੋਭ ਗ੍ਰਿਧ ਦੇ ਹਨ, ਗ੍ਰਿਧ ਦੇ ਜਿਹੜੇ ਹਨ ਲੋਭ ਦੇ ਜਾਂ ਲਾਲਚ ਦੇ, ਉਹ ਲਹਿਰਾਂ ਦੇ ਵਿੱਚ ਗੋਤੇ ਖਾ ਰਿਹਾ ਭਾਈ ਮਰਦਾਨਾ। ਉੱਚ ਹਾਸ ਬਿਗਸੇ ਜਗ ਸਾਈਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਦੀ ਇਹ ਹਾਲਾਤ ਨੂੰ ਦੇਖ ਕੇ ਨਾ ਹੱਸ ਪਏ, ਬੜੀ ਉੱਚੀ ਹੱਸੇ ਸਤਿਗੁਰੂ ਜੀ। ਕਿਤਕ ਬੇਰਪਨ ਗਿਰਾ ਅਲਾਈ। ਤੇ ਮਹਾਰਾਜ ਕੁਝ ਚਿਰ ਤੱਕ ਤਾਂ ਹੱਸਦੇ ਹੀ ਰਹੇ ਤੇ ਫਿਰ ਮਹਾਰਾਜ ਨੇ ਬਚਨ ਕੀਤਾ, ਭਲਾ ਕਿਉਂ ਆਨਿਓ ਮਰਦਾਨੇ। ਕਹਿੰਦੇ ਮਰਦਾਨਿਆਂ ਭਲਾ ਕੀਤਾ ਜਿਹੜਾ ਸਾਰਾ ਕੁਝ ਇਕੱਠਾ ਕਰਕੇ ਤੂੰ ਸਾਡੇ ਕੋਲ ਲਿਆਂਦਾ। ਆਵਹਿ ਕਿਤੈ ਨਾ ਕਾਜ ਅਯਾਨੇ। ਪਰ ਇਹ ਯਾਨੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਕਿਤੇ ਵੀ ਕੰਮ ਨਹੀਂ ਆਉਣ ਵਾਲੇ, ਇਹ ਕਿੱਥੇ ਕੰਮ ਆਉਣੇ ਨੇ ਸਾਡੇ। ਅਸੀਂ ਤਾਂ ਫਕੀਰ ਲੋਕ ਹਾਂ, ਅਸੀਂ ਇਹ ਚੀਜ਼ਾਂ ਤੋਂ ਕੀ ਲੈਣਾ। ਇਹ ਚੀਜ਼ਾਂ ਤਾਂ ਰਾਜੇ ਮਹਾਰਾਜਾਂ ਦੇ ਵਰਤੋਂ ਵਿੱਚ ਆਉਂਦੀਆਂ, ਸਾਡੇ ਨਹੀਂ ਕੰਮ ਆਉਣੀਆਂ। ਮਾਨ ਬਚਨ ਅਬ ਇਸ ਬਿਦ ਕੀਜੈ। ਕਹਿੰਦੇ ਭਾਈ ਮਰਦਾਨਿਆਂ ਸਾਡੀ ਇੱਕ ਗੱਲ ਮੰਨ ਹੁਣ ਤੋਂ, ਵਾਸਤੇ ਲੁਟਾਏ ਸਪੂਰਨ ਦੀਜੈ। ਕਹਿਣਗੇ ਸਾਰੀ ਵਸਤੂ ਜਿਹੜੀਆਂ ਭੇਟਾਵਾਂ ਤੂੰ ਲੈ ਕੇ ਇਹਨੂੰ ਲੁਟਾ ਦੇ, ਹੁਣ ਇਹਨੂੰ ਲੁਟਾ ਦੇ, ਲੋਕਾਂ ਨੂੰ ਦੇ ਦੇ ਹੁਣ। ਲੈ ਕੇ ਰੰਕ ਪਰਮ ਸੁਖ ਪਾਵਹਿ। ਇਹ ਚੀਜ਼ਾਂ ਨੂੰ ਲੈ ਕਰਕੇ ਜਿਹੜੇ ਗਰੀਬ ਲੋਕ ਨੇ, ਕੰਗਾਲ ਲੋਕ ਨੇ, ਜਿਨ੍ਹਾਂ ਕੋਲ ਮਾਇਆ ਨਹੀਂ, ਖਾਣ ਵਾਸਤੇ ਪੈਸੇ ਨਹੀਂ, ਕੋਈ ਉਪਚਾਰ ਵੀ ਨਹੀਂ ਉਹਨਾਂ ਦੀ ਕਮਾਈ ਦਾ, ਉਹਨਾਂ ਨੂੰ ਤੂੰ ਦੇ ਦੇ, ਉਹ ਲੈ ਕੇ ਬੜੇ ਖੁਸ਼ ਹੋਣਗੇ। ਤੇਰੋ ਸੀਸ ਅਸੀਸ ਅਲਾਵ ਹੈ। ਤੇ ਦੇਖੋ ਤੈਨੂੰ ਕੀ ਮਿਲੇਗਾ ਜੇ ਤੂੰ ਇਹ ਸਭ ਕੁਝ ਉਹਨਾਂ ਨੂੰ ਦੇਂਗਾ, ਤੈਨੂੰ ਅਸੀਸ ਦੇਣਗੇ, ਤੈਨੂੰ ਬਲੈਸਿੰਗਸ ਦੇਣਗੇ। ਦੇਖੋ ਨਾ ਹੁਣ ਇਹ ਜਿਹੜੀ ਸਾਖੀ ਦੇ ਵਿੱਚੋਂ ਕਿੰਨੀ ਸੋਹਣੀ ਗੱਲ ਸਤਿਗੁਰਾਂ ਨੇ ਆਪਾਂ ਨੂੰ ਦੱਸੀ ਹੈ। ਪਹਿਲੀ ਗੱਲ ਭਾਈ ਮਰਦਾਨੇ ਦੇ ਮਨ ਵਿੱਚ ਫੁਰਨਾ ਆਉਂਦਾ ਹੈ ਕਿ ਮੇਰੀ ਪੂਜਾ ਹੋਵੇ। ਸਤਿਗੁਰੂ ਜੀ ਉਹਦੀ ਪੂਜਾ ਕਰਾਉਂਦੇ ਨੇ ਤੇ ਉਹਦੀ ਪੂਜਾ ਹੁੰਦੀ ਹੈ ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਰਾਈ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੀ ਪੂਜਾ ਕਰਾਈ। ਭਾਈ ਮਰਦਾਨੇ ਨੂੰ ਕਿੰਨੀਆਂ ਭੇਟਾਵਾਂ ਮਿਲੀਆਂ। ਹੁਣ ਉਹ ਭੇਟਾਵਾਂ ਕਿਉਂ ਮਿਲੀਆਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਰਾਈ ਹੈ ਪੂਜਾ, ਤੇ ਉਹ ਭੇਟਾਂ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਉੱਪਰ ਭਾਈ ਮਰਦਾਨੇ ਨੂੰ ਉਹ ਸਭ ਕੁਝ ਮਿਲਿਆ। ਫਿਰ ਭਾਈ ਮਰਦਾਨਾ ਉਹ ਸਾਰੀਆਂ ਭੇਟਾਵਾਂ ਲੈ ਕੇ ਵਾਪਸ ਗੁਰੂ ਨਾਨਕ ਕੋਲ ਆਉਂਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਦੇਖ ਕੇ ਇੱਕੋ ਉਪਦੇਸ਼ ਦਿੱਤਾ, ਭਾਈ ਮਰਦਾਨਿਆ ਇਹਨਾਂ ਨੂੰ ਲੁਟਾ ਦੇ, ਇਹਨਾਂ ਨੂੰ ਦੇ ਦੇ ਲੋਕਾਂ ਨੂੰ। ਹੁਣ ਦੇਖੋ ਭਾਈ ਮਰਦਾਨੇ ਨੇ ਉਹ ਵਸਤੂਆਂ ਕਮਾਈਆਂ ਨਹੀਂ, ਭਾਈ ਮਰਦਾਨੇ ਨੇ ਉਹਨੂੰ ਅਰਨ ਨਹੀਂ ਕੀਤਾ, ਭਾਈ ਮਰਦਾਨੇ ਨੂੰ ਉਹ ਬਿਲੋਂਗ ਨਹੀਂ ਕਰਦੀਆਂ। ਤੇ ਭਾਈ ਮਰਦਾਨੇ ਨੇ ਜਦੋਂ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਮਰਪਣ ਕੀਤੀਆਂ, ਗੁਰੂ ਨਾਨਕ ਨੇ ਕਿਹਾ ਕਿ ਇਹਨਾਂ ਦਾ ਦਾਨ ਕਰ ਦੇ। ਹੁਣ ਇਸੇ ਪ੍ਰਕਾਰ ਜਿਵੇਂ ਆਪਾਂ ਕਮਾਈ ਕਰਦੇ ਹਾਂ, ਆਪਾਂ ਕੋਈ ਕਾਰਜ ਕਰਦੇ ਹਾਂ, ਪੜ੍ਹਾਈਆਂ ਕਰਕੇ ਕੰਮ ਕਰਦੇ ਹਾਂ, ਮਾਇਆ ਕਮਾਉਂਦੇ ਹਾਂ, ਉਹ ਸਭ ਕੁਝ ਕਿਉਂ ਹੁੰਦਾ ਹੈ? ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਹੀ ਹੁੰਦਾ ਹੈ। ਫਿਰ ਆਪਾਂ ਵਸਤੂਆਂ ਇਕੱਠੀਆਂ ਕਰ ਲੈਂਦੇ ਹਾਂ, ਆਪਣੀਆਂ ਸਮਝਦੇ ਹਾਂ, ਉਹਨਾਂ ਨੂੰ ਆਪਣੀਆਂ ਸਮਝ ਲੈਂਦੇ ਹਾਂ ਤੇ ਕਹਿੰਦੇ ਮੈਂ ਕਮਾਈਆਂ ਹਨ। ਪਰ ਜਦੋਂ ਆਪਾਂ ਉਹ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਜਾਂਦੇ ਹਾਂ ਦਸਵੰਧ ਦੇ ਰੂਪ ਵਿੱਚ, ਆਪਾਂ ਗੁਰੂ ਨਾਨਕ ਮਹਾਰਾਜ ਨੂੰ ਭੇਟਾ ਦਿੰਦੇ ਹਾਂ, ਮਹਾਰਾਜ ਇਹ ਤੇਰੀ ਹੈ। ਤੇ ਮਹਾਰਾਜ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕਹਿੰਦੇ ਤੇਰਾ ਦਸਵੰਧ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗੁਰਸਿੱਖਾਂ ਦੀ ਤੂੰ ਸੇਵਾ ਕਰ। ਤੇ ਇਹ ਮਾਇਆ ਫਿਰ ਉਹ ਸੇਵਾ ਵਿੱਚ ਲਾਉਂਦੇ ਨੇ। ਹੁਣ ਉਹ ਸੇਵਾ ਵਿੱਚ ਜਦੋਂ ਲੱਗਦੀ ਹੈ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੋ ਸੀਸ ਅਸੀਸ ਅਲਾਵੈ, ਤੈਨੂੰ ਅਸੀਸ ਮਿਲੇਗੀ। ਹੁਣ ਦੇਖੋ ਨਾ, ਜਿਵੇਂ ਕਬੀਰ ਸਾਹਿਬ ਦਾ ਸ਼ਬਦ ਹੈ ਨਾ, ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਅਸਲ ਵਿੱਚ ਕੋਈ ਵੀ ਚੀਜ਼ ਆਪਣੀ ਨਹੀਂ, ਆਪਾਂ ਆਪਣੀ ਆਪ ਦੀ ਚੀਜ਼ ਬਣਾਈ ਹੋਈ ਨਹੀਂ ਗੀ, ਆਪਾਂ ਕਮਾਈ ਨਹੀਂ ਕਰ ਸਕਦੇ। ਪਰ ਜੋ ਪਾਤਸ਼ਾਹ ਆਪਾਂ ਨੂੰ ਦਿੰਦੇ ਹਨ ਨਾ, ਕੋਈ ਬਹਾਨਾ ਬਣਾ ਕੇ ਆਪਾਂ ਨੂੰ ਦਿੰਦੇ ਹਨ, ਜੇ ਉਹੀ ਚੀਜ਼ ਆਪਾਂ ਵਾਪਸ ਜੋ ਉਹ ਚੀਜ਼ ਦੇ ਨਾਲ ਆਪਾਂ ਭਲਾ ਕਰਦੇ ਹਾਂ, ਆਪਾਂ ਚੈਰਿਟੀ ਕਰਦੇ ਹਾਂ, ਕਿਸੇ ਨੂੰ ਦਿੰਦੇ ਹਾਂ, ਤਾਂ ਉਹਦੀ ਅਸੀਸ ਆਪਾਂ ਨੂੰ ਜ਼ਰੂਰ ਮਿਲਦੀ ਹੈ। ਸੋ ਇਹ ਸਾਰੀ ਇਕੁਏਸ਼ਨ ਦੇ ਵਿੱਚੋਂ ਬੰਦੇ ਨੂੰ ਮਿਲਦਾ ਕੀ ਆ? ਅਸੀਸ ਮਿਲਦੀ ਹੈ, ਬੰਦੇ ਨੂੰ ਬਲੈਸਿੰਗਸ ਮਿਲਦੀ ਆ। ਉਹ ਚੀਜ਼ ਜਿਹੜੀ ਉਹਦੀ ਆਪਣੀ ਨਹੀਂ, ਪਰ ਉਹਦੇ ਦੇਣ ਕਰਕੇ ਆਪਾਂ ਨੂੰ ਅਸੀਸ ਮਿਲ ਜਾਂਦੀ ਹੈ। ਕਿਉਂਕਿ
ਕਿਉਂਕਿ ਜਨਮ ਵੇਲੇ ਆਪਾਂ ਕੁਝ ਲੈ ਕੇ ਨਹੀਂ ਆਏ, ਮਰ ਕੇ ਆਪਾਂ ਕੁਝ ਲੈ ਕੇ ਨਹੀਂ ਜਾਣਾ, ਪਰ ਇਹ ਜੀਵਨ ਕਾਲ ਵਿੱਚ ਜੋ ਕੁਝ ਹੁੰਦਾ ਹੈ ਆਪਾਂ ਜੇ ਉਹਨੂੰ ਵੰਡ ਕੇ ਛਕਦੇ ਹਾਂ, ਗੁਰੂ ਸਾਹਿਬ ਨੂੰ ਸਮਰਪਣ ਕਰਦੇ ਹਾਂ, ਤਾਂ ਉਸ ਦੀ ਕੋਈ ਵੈਲਿਊ ਬਣਦੀ ਹੈ, ਤਾਂ ਉਹਦੀ ਅਸੀਸ ਆਪਾਂ ਲੈ ਕੇ ਜਾਂਦੇ ਹਾਂ। ਦੇਖੋ ਕਿੱਡਾ ਵੱਡਾ ਸਾਰਾ ਜੀਵਨ ਦਾ ਇੱਕ ਨਕਸ਼ਾ ਮਹਾਰਾਜ ਨੇ ਇਹ ਸਾਖੀ ਦੇ ਵਿੱਚ ਆਪਾਂ ਨੂੰ ਦੱਸ ਦਿੱਤਾ। ਮਹਾਰਾਜ ਦੇ ਕੌਤਕ ਐਸੇ ਨੇ ਜਿਨ੍ਹਾਂ ਵਿੱਚ ਗਿਆਨ ਹੁੰਦਾ ਹੈ, ਜਿਨ੍ਹਾਂ 'ਚ ਗਿਆਨ ਛੁਪਿਆ ਹੋਇਆ ਹੈ। ਇਸ ਕਰਕੇ ਸਾਖੀਆਂ ਬਹੁਤ ਜ਼ਰੂਰੀ ਨੇ, ਜਿਹੜੀਆਂ ਕਿ ਗਿਆਨ ਦੀ ਪਰਿਭਾਸ਼ਾ ਨੂੰ ਸਮਝਾਉਂਦੀਆਂ ਨੇ, ਗਿਆਨ ਨੂੰ ਪ੍ਰਤੱਖ ਰੂਪ ਵਿੱਚ ਆਪਾਂ ਨੂੰ ਸਿਖਾਉਂਦੇ ਨੇ। ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਦਾ ਜੀਵਨ ਕੀ ਆ, ਉਹ ਪਰਮੇਸ਼ਰ ਦੇ ਗਿਆਨ ਨੂੰ ਹੀ ਮਹਾਰਾਜ ਨੇ ਇੱਕ, ਜਿਵੇਂ ਆਪਾਂ ਮੂਵੀ ਦੇਖਦੇ ਨਾ, ਮੂਵੀ ਦੇਖਣੀ ਬੜੀ ਸੌਖੀ ਹੁੰਦੀ ਹੈ, ਬਹੁਤ ਗੁੰਝਲਦਾਈ ਗੱਲਾਂ ਵੀ ਜਿਹੜੀਆਂ ਮੂਵੀ ਵਿੱਚ ਆ ਜਾਣ ਬੜੀਆਂ ਸੌਖੀਆਂ ਸਮਝਣ ਵਿੱਚ ਪੈ ਜਾਂਦੀਆਂ ਨੇ, ਕਿਉਂਕਿ ਅੱਖਾਂ ਦੇਖਦਿਆਂ ਇਹ ਸੈਂਸਸ ਦੇ ਨਾਲ ਆਪਾਂ ਉਹਨਾਂ ਨੂੰ ਸਮਝ ਲੈਂਦੇ ਹਾਂ ਸੌਖਾ। ਸੋ ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਦਾ 10 ਪਾਤਸ਼ਾਹਾਂ ਦਾ ਜੀਵਨ ਵੀ ਐਸਾ ਹੈ, ਜਿਹੜਾ ਕੋਈ ਇਹਨਾਂ ਦਾ ਜੀਵਨ ਜਿਹੜਾ ਹਨ ਕੋਈ ਪੜ੍ਹਦਾ ਹੈ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਐਸੀ ਕਿਰਪਾ ਕਰ। ਪਰ ਸਤਿਗੁਰਾਂ ਦੇ ਜੀਵਨ ਵਿੱਚ ਗੱਲ ਹੋਰ ਵੀ ਹੈ, ਉਹ ਜੋ ਜੀਵਨ ਨੂੰ ਪੜ੍ਹਦਿਆਂ ਸਤਿਗੁਰੂ ਜੀ ਆਪਣੀ ਦਰਸ਼ਨ ਵੀ ਕਰਾਉਂਦੇ ਨੇ, ਤੇ ਨਾਲ ਨਾਲ ਉਹਨਾਂ ਦੇ ਜੀਵਨ ਦੇ ਵਿੱਚੋਂ ਆਪਾਂ ਨੂੰ ਉਹਨਾਂ ਦੀ ਕਿਰਪਾ ਵੀ ਪ੍ਰਾਪਤ ਹੁੰਦੀ ਹੈ। ਦੇਖੋ ਇਹ ਲਾਈਫ ਹੈ, ਇਹ ਕਥਾ ਨੂੰ ਕਥਾ ਨਾ ਜਾਣੋ, ਇਹ ਲਾਈਫ ਹੈ। ਇਹ ਜਿਹੜਾ ਹਨ ਸੱਚਮੁੱਚ ਗੁਰੂ ਨਾਨਕ ਸਾਹਿਬ ਦਾ ਜੀਵਨ ਜਦੋਂ ਆਪਾਂ ਵਿਚਾਰਦੇ ਹਾਂ, ਅੱਜ ਵੀ ਸਤਿਗੁਰਾਂ ਦਾ ਜੀਵਨ ਆਪਣੇ ਸਾਹਮਣੇ ਹੈ, ਕਿਉਂਕਿ ਮਹਾਰਾਜ ਟਾਈਮਲੈਸ ਹੈ। ਤਾਂ ਮਹਾਰਾਜ ਕੋਈ ਟਾਈਮ ਦੇ ਵਿੱਚ ਨਹੀਂ ਆਉਂਦੇ, ਉਹ ਟਾਈਮਲੈਸ ਨੇ, ਉਹ ਅੱਜ ਵੀ ਹੈ, ਹੁਣ ਵੀ ਹੈ, ਜੋ ਗੱਲਾਂ ਹੋ ਰਹੀਆਂ ਨੇ ਅੱਜ ਵੀ ਹੈ। ਸੋ ਇਹ ਕਿਤੇ ਵੀ ਨਹੀਂ ਗਈਆਂ, ਪਰ ਇਹਨਾਂ ਨੂੰ ਸਮਝਣ ਵਾਸਤੇ ਜਿਵੇਂ ਕਿਤੇ ਟੀਵੀ ਦੇ ਚੈਨਲ ਨੂੰ ਉਹ ਫ੍ਰੀਕੁਐਂਸੀ ਨਾਲ ਜੋੜਨਾ ਪੈਂਦਾ ਹੈ ਨਾ, ਇਹ ਕਥਾਵਾਂ ਨਾਲ ਆਪਣੇ ਮਨ ਨੂੰ ਜੋੜਨਾ ਪੈਂਦਾ ਹੈ। ਹਸਨੇ ਤੇ ਲੱਜਤ ਮਰਦਾਨਾ। ਸੋ ਕਹਿੰਦੇ ਜਦੋਂ ਮਹਾਰਾਜ ਜੀ ਹੱਸੇ ਨਾ, ਹੱਸਨੇ ਤੇ ਲੱਜਤ ਮਰਦਾਨਾ, ਮਰਦਾਨੇ ਨੂੰ ਸ਼ਰਮ ਆ ਗਈ ਜੋ ਸਤਿਗੁਰੂ ਜੀ ਹੱਸੇ। ਹਿਰਦੈ ਗੁਣਤ ਮੈਂ ਭਇਓ ਅਯਾਨਾ। ਹੁਣ ਭਾਈ ਮਰਦਾਨੇ ਨੂੰ ਸੋਝੀ ਆਏ ਕਿ ਮੈਂ ਤਾਂ ਅਯਾਨਾ ਹੋ ਗਿਆ, ਮੈਂ ਤਾਂ ਜਿਹੜਾ ਹੈ ਭੁੱਲ ਕਰ ਦਿੱਤੀ। ਹੇਮਤ ਰਾਧਿਕ ਜੇ ਸਭ ਛੀਨੋ। ਕਹਿਣ ਲੱਗੇ ਦੇਖੋ ਗੁਰੂ ਨਾਨਕ ਸਾਹਿਬ ਨੇ ਤਾਂ ਮੈਨੂੰ ਧਰਤੀਆਂ ਉਹ ਦਿਖਾਈਆਂ ਜਿਹੜੀਆਂ ਸੋਨੇ ਦੀਆਂ ਧਰਤੀਆਂ ਸਨ, ਪਹਾੜ ਜਿਹੜੇ ਡਾਇਮੰਡਸ ਦੇ ਪਹਾੜ ਸਨ। ਸਤਿਗੁਰਾਂ ਨੇ ਜਿਹੜੇ 7 ਦੀਪਾਂ ਦੀ ਜਿਹੜੀ ਯਾਤਰਾ ਕਰਾਈ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ, ਕਹਿੰਦੇ ਉੱਥੇ ਤਾਂ ਸੋਨੇ ਦੀਆਂ ਧਰਤੀਆਂ ਸਨ, ਹਾਨੀ ਦਾ ਭਰਿਆ ਹੋਏ ਸਮੁੰਦਰ, ਦੁੱਧ ਦੇ ਭਰੇ ਸਮੁੰਦਰ। ਕਹਿੰਦੇ ਇੰਨਾ ਕੁਝ ਮੈਨੂੰ ਦਿਖਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਤਨਕ ਲੋਭ ਤਹਿ ਕਰਨ ਨਾ ਦੀਨੋ। ਇਹ ਥੋੜੀਆਂ ਚੀਜ਼ਾਂ ਦਾ ਲੋਭ ਕਰਕੇ ਮੈਂ ਇਹਨਾਂ ਵਿੱਚ ਡੁੱਬ ਜਾਵਾਂ। ਜਿਵੇਂ ਕੋਈ ਕਵੇ ਸਾਗਰ ਵਿੱਚ ਮਰਨ ਤੋਂ ਬਗੈਰ ਕੋਈ ਜਿਹੜਾ ਹਨ ਇੱਕ ਕੌਲੀ ਦੇ ਵਿੱਚ ਪਾਣੀ ਪਾ ਕੇ ਨੱਕ ਡੋਬ ਕੇ ਮਰਦਾ ਹੈ। ਸੋ ਇਹ ਗੱਲ ਹੋ ਗਈ ਜੀ ਇੱਥੇ। ਭਾਈ ਮਰਦਾਨਾ ਕਹਿੰਦਾ ਗੁਰੂ ਨਾਨਕ ਨੇ ਤਾਂ ਮੈਨੂੰ ਐਡੀ ਅੱਡੀਆਂ ਜ਼ਮੀਨਾਂ ਦਿਖਾਈਆਂ ਜਿਹੜੀਆਂ ਸੋਨੇ ਦੀਆਂ ਸਨ, ਇਹ ਥੋੜੇ ਸੋਨੇ ਕਰਕੇ ਮੈਂ ਪਰਮਾਤਮਾ ਨੂੰ ਭੁੱਲ ਜਾਵਾਂ। ਤੇ ਦੇਖੋ ਮੈਂ ਇਹਨਾਂ ਵਿੱਚ ਜਿਹੜਾ ਹੈ ਡੁੱਬ ਗਿਆ ਹਾਂ। ਇਹ ਕਿਆ ਅਲਪ ਵਸਤ ਮੈਂ ਆਨੀ। ਹਾਂ ਕਹਿਣ ਲੱਗੇ ਇਹ ਕੀ ਛੋਟੀ ਚੀਜ਼ ਮੈਂ ਗੁਰੂ ਨਾਨਕ ਕੋਲ ਲੈ ਕੇ ਆਇਆ, ਉਹ ਤਾਂ ਗੁਰੂ ਨਾਨਕ ਮਾਲਕ ਹੈ। ਉਹ ਜਿਹੜੇ ਹਨ ਡਾਇਮੰਡਸ ਦੇ ਪਹਾੜਾਂ ਦੇ, ਸੋਨੇ ਦੇ ਧਰਤੀਆਂ ਦੇ ਮਾਲਕ ਹਨ ਗੁਰੂ ਨਾਨਕ ਸਾਹਿਬ ਜੀ। ਉਹਨਾਂ ਕੋਲ ਕਿਹੜੀ ਗੱਲ ਦਾ ਘਾਟਾ ਹੈ। ਮਾਨ ਲੋਭ ਮਹਿ ਮਤ ਬਿਰਮਾਨੀ। ਇਸ ਕਰਕੇ ਮਾਨ ਹੰਕਾਰ ਵਿੱਚ ਜਾਂ ਆਪਣੀ ਪ੍ਰਾਈਡ ਵਿੱਚ ਕਹਿੰਦੇ ਮੈਂ ਜਿਹੜਾ ਹਨ ਮਤ ਬਿਰਮਾਨੀ, ਮੈਂ ਭੁੱਲ ਗਿਆ ਸੀ, ਮੇਰੀ ਮਤ ਜਿਹੜੀ ਭੁੱਲ ਗਈ ਸੀ। ਹਰੇ ਰੰਗ ਅਵਲੋਕੇ ਪਾਸੂ। ਜਦੋਂ ਭਾਈ ਮਰਦਾਨੇ ਨੇ ਇਹ ਗੱਲ ਦਾ ਜਿਹੜਾ ਨਿਰਣਾ ਆਇਆ, ਗਿਆਨ ਆਇਆ ਹਿਰਦੇ ਦੇ ਵਿੱਚ, ਤਾਂ ਕੋਲ ਖੜੇ ਜਿਹੜੇ ਹਨ ਮੰਗਤੇ ਸਨ, ਜੋ ਗਰੀਬ ਲੋਕ ਸਨ ਉੱਥੇ ਖੜੇ ਹੋਏ ਦੇਖ ਰਹੇ। ਸਰਬ ਵਾਸਤੇ ਲੁਟਵਾਈ ਆਸੂ। ਉਸੇ ਵੇਲੇ ਭਾਈ ਮਰਦਾਨੇ ਨੇ ਸਾਰੀਆਂ ਜਿਹੜੀਆਂ ਉਹ ਵਸਤੂਆਂ ਭੇਟਾਵਾਂ ਸੀ ਲੁਟਾ ਦਿੱਤੀਆਂ, ਉਹਨਾਂ ਨੂੰ ਵੰਡ ਦਿੱਤੀਆਂ। ਬ੍ਰਿਕਤ ਪਦਾਰਥ ਤੇ ਮਨ ਕਰਕੇ। ਹਾਂ ਵਿਰਕਤ ਹੋ ਗਏ ਜੀ। ਉਹਨਾਂ ਦੇ ਮਨ ਦੇ ਵਿੱਚੋਂ ਉਹ ਪਦਾਰਥਾਂ ਦਾ ਜਿਹੜਾ ਸੀ ਨਾ ਲੋਭ, ਉਹ ਉੱਠ ਗਿਆ। ਉਹਨਾਂ ਨੇ ਮਨ ਵਿੱਚੋਂ ਉਹਨਾਂ ਦਾ ਕਈ ਕੱਢ ਦਿੱਤਾ। ਹੁਣ ਦੇਖੋ ਨਾ, ਜਦੋਂ ਇਹ ਅਵਸਥਾ ਆਉਂਦੀ ਹੈ, ਦੇ ਕੇ ਵੀ ਲੱਗੇ ਨਾ ਮੈਂ ਦਿੱਤਾ ਹੈ, ਇਹੀ ਲੱਗੇ ਕਿ ਗੁਰੂ ਨਾਨਕ ਦੀ ਵਸਤੂ ਹੈ, ਗੁਰੂ ਨਾਨਕ ਨੇ ਮੈਨੂੰ ਦਿੱਤੀ ਤੇ ਮੈਂ ਉਹਨਾਂ ਨੂੰ ਦੇਤੀ, ਬਸ ਇਹੀ ਗੱਲ ਹੋਈ। ਤੇ ਉਹਨਾਂ ਮਨ ਵਿੱਚ ਉਹ ਵੀ ਚੀਜ਼ ਨਾ ਰਹੀ। ਰਹਿਓ ਟੇਕ ਸਤਿਗੁਰ ਕੀ ਧਰ ਕੇ। ਬਸ ਉਹਨਾਂ ਦੇ ਮਨ ਵਿੱਚ ਇੱਕੋ ਟੇਕ ਆ, ਆਸਰਾ ਗੁਰੂ ਨਾਨਕ ਸਾਹਿਬ ਦਾ ਹੀ ਰਿਹਾ ਵੀ ਸਤਿਗੁਰੂ ਜੀ ਸਭ ਕੁਝ ਦੇਣ ਵਾਲੇ ਹਨ। ਬਹੁਰ ਵਿਕਾਰ ਨਾ ਚਿਤਵਨ ਕੀਨੋ। ਹੁਣ ਦੇਖੋ ਬਹੁਰ ਵਿਕਾਰ ਨਾ ਚਿਤਵਨ ਕੀਨੋ, ਮੁੜ ਕੇ ਕੋਈ ਵਿਕਾਰ ਦਾ ਉਹਨਾਂ ਨੇ ਮਨ ਵਿੱਚ ਵਿਚਾਰ ਨਹੀਂ ਕੀਤੀ। ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ, ਜੇ ਦੇ ਕੇ ਵੀ ਮਨ ਵਿੱਚ ਹੰਕਾਰ ਰਹਿ ਜਾਵੇ ਨਾ ਮੈਂ ਦਿੱਤਾ ਹੈ, ਤਾਂ ਵੀ ਕੰਮ ਮਾੜਾ ਹੀ ਹੈ। ਦੇਣ ਦਾ ਵੀ ਖਿਆਲ ਨਹੀਂ ਰੱਖਣਾ ਚਾਹੀਦਾ ਵੀ ਮੈਂ ਕਿਤੇ ਦਿੱਤਾ ਸੀ, ਦੇਣ ਦਾ ਵੀ ਕੋਈ ਮਾਣ ਨਹੀਂ ਰੱਖਣਾ ਚਾਹੀਦਾ। ਇਹੀ ਹੋਣਾ ਚਾਹੀਦਾ ਕਹਿੰਦੇ ਬਹੁਰ ਵਿਕਾਰ ਨਾ ਚਿਤਵਨ ਕੀਨੋ। ਮੁੜ ਕੇ ਫਿਰ ਕੋਈ ਵਿਕਾਰ ਭਾਈ ਮਰਦਾਨੇ ਦੇ ਮਨ ਵਿੱਚ ਨਹੀਂ ਆਇਆ, ਕਿਉਂਕਿ ਉਹਨੇ ਗੁਰੂ ਨਾਨਕ ਦੀ ਵਸਤੂ ਜਾਣ ਕੇ ਤੇ ਵੰਡੀ ਹੈ।
ਤੇ ਉਹਨੇ ਮਨ ਵਿੱਚ ਇਹ ਨਹੀਂ ਸੋਚਿਆ ਮੈਂ ਦਿੱਤੀ ਹੈ। ਸੋ ਇਹ ਵੀ ਕਿਤੇ ਨਹੀਂ ਹੋਣਾ ਚਾਹੀਦਾ। ਸਤ ਸੰਤੋਖ ਬਿਖੈ ਮਨ ਦੀਨੋ। ਦੇਖੋ ਸੱਤ ਤੇ ਸੰਤੋਖ ਦੇ ਵਿੱਚ ਹੀ ਉਹਨਾਂ ਨੇ ਮਨ ਨੂੰ ਲੀਨ ਕਰ ਦਿੱਤਾ ਭਾਈ ਮਰਦਾਨੇ ਨੇ, ਕਿ ਇਹ ਸੱਤ ਤੇ ਸੰਤੋਖ ਨੂੰ ਹੀ ਧਾਰਨ ਕੀਤਾ, ਲੋਭ ਹੰਕਾਰ ਨੂੰ ਬਾਹਰ ਕੱਢ ਮਾਰਿਆ। ਚਲੇ ਪ੍ਰਭੂ ਪੁਨ ਇਸ ਵਿਧ ਕਰਕੇ। ਇਸ ਪ੍ਰਕਾਰ ਕਰਕੇ ਮਰਦਾਨੇ ਨੂੰ ਇਹ ਜਿਹੜਾ ਹਨ ਇਹ ਉਪਦੇਸ਼ ਦੇ ਕੇ ਸਤਿਗੁਰੂ ਜੀ ਹੁਣ ਅੱਗੇ ਚੱਲੇ ਹਨ। ਅਦਭੁਤ ਬੇਖ ਤਨ ਬਿਖੈ ਧਰ ਕੇ। ਹੁਣ ਸਤਿਗੁਰਾਂ ਨੇ ਇੱਕ ਅਦਭੁਤ ਹੈਰਾਨਗੀ ਵਾਲਾ ਭੇਖ ਕਾਸਟਿਊਮ ਧਾਰਨਾ ਕੀਤਾ। ਕੇਸਰ ਤਿਲਕ ਭਾਲ ਮਹਿ ਲਾਲਾ। ਮਹਾਰਾਜ ਨੇ ਕੇਸਰ ਦਾ ਤਿਲਕ ਲਾਲ ਰੰਗ ਦਾ ਜੋ ਕਿ ਜਿਹੜਾ ਹੈ ਆਪਣੇ ਮੱਥੇ ਤੇ ਲਾਉਣਾ ਕੀਤਾ। ਸਿਰ ਪਰ ਊਰਦ ਕੁਲ ਹੈ ਵਿਸਾਲਾ। ਤੇ ਆਪਣੇ ਸੀਸ ਦੇ ਉੱਤੇ ਲੰਮੀ ਜਿਹੜੀ ਹੈ ਕੁਲ ਹੈ ਮਹਾਰਾਜ ਨੇ ਦਸਤਾਰ ਦੀ ਬਣਾ ਕੇ ਤਿੱਖੀ ਜੀ ਉੱਤੇ ਨੂੰ ਬਣਾ ਲਈ। ਭਗਵੋ ਅੰਬਰ ਉਪਰ ਲੀਨਾ। ਮਹਾਰਾਜ ਨੇ ਭਗਵਾ ਜਿਹੜਾ ਹੁੰਦਾ ਹੈ ਜਿਵੇਂ ਔਰੇਂਜ ਰੰਗ ਦਾ ਹੁੰਦਾ ਹੈ, ਇਹ ਭਗਵਾ ਜਿਹੜਾ ਕੱਪੜਾ ਉੱਤੇ ਲੈ ਲਿਆ। ਨੀਲੋ ਤੇੜ ਲਪੇਟਨ ਕੀਨਾ। ਤੇ ਆਪਣੇ ਜਿਹੜਾ ਤੇੜ ਦੇ ਉੱਤੇ ਜਿਵੇਂ ਆਪਾਂ ਧੋਤੀ ਬੰਨ੍ਹਦੇ ਹਾਂ, ਇਸੇ ਤਰ੍ਹਾਂ ਹੀ ਜਿਹੜਾ ਹੈ ਤੇੜ ਦੇ ਉੱਤੇ ਨੀਲਾ ਕੱਪੜਾ ਬੰਨ੍ਹ ਲਿਆ। ਮਾਲ ਵਿਸਾਲ ਕੰਠ ਮਹਿ ਪਾਈ। ਤੇ ਵੱਡੀ ਮਾਲਾ ਜਿਹੜੀ ਹੈ ਵੱਡੇ ਵੱਡੇ ਮਣਕਿਆਂ ਵਾਲੀ ਮਾਲਾ ਗਲ ਵਿੱਚ ਪਾ ਲਈ। ਇੱਕ ਰੁਮਾਲ ਕਰ ਮਾਹੇ ਸੁਹਾਈ। ਮਹਾਰਾਜ ਨੇ ਆਪਣੇ ਹੱਥ ਵਿੱਚ ਇੱਕ ਰੁਮਾਲ ਲੈ ਲਿਆ। ਦੋਹਰਾ ਇੱਕ ਪਗ ਪਨਹੀ ਨੋਕ ਬੱਡ, ਇੱਕ ਪਗ ਕੌਂਸ ਟਿਕਾਏ। ਇੱਕ ਪੈਰ ਵਿੱਚ ਇੱਕ ਚਰਨ ਵਿੱਚ ਸਤਿਗੁਰਾਂ ਨੇ ਉਹ ਇੱਕ ਜਿਹੜੀ ਜੁੱਤੀ ਪਾਈ ਜਿਹੜੀ ਨੋਕ ਵਾਲੀ ਹੈ, ਜੋ ਮੂਹਰੇ ਤੋਂ ਤਿੱਖੀ ਹੁੰਦੀ ਹੈ ਤੇ ਮੁੜੀ ਹੋਈ ਹੁੰਦੀ ਹੈ। ਤੇ ਦੂਜੇ ਜਿਹੜੇ ਹਨ ਚਰਨ ਦੇ ਉੱਤੇ ਮਹਾਰਾਜ ਨੇ ਇੱਕ ਕੌਂਸ ਖੜਾਉ ਪਾਉਣਾ ਕੀਤੀ। ਹਿੰਦੂ ਤੁਰਕ ਨਾ ਲੱਖ ਪਰੈ ਐਸੋ ਬੇਖ ਬਣਾਏ। ਮਹਾਰਾਜ ਨੇ ਐਸਾ ਭੇਖ ਬਣਾਇਆ, ਨਾ ਹਿੰਦੂ ਵਾਲਾ ਸੀ ਜਿਹੜਾ ਹਨ ਕੰਪਲੀਟ, ਨਾ ਕੋਈ ਮੁਸਲਮਾਨ ਦਾ ਕੰਪਲੀਟ ਭੇਖ ਸੀਗਾ। ਇਹ ਮਿਲਿਆ ਹੋਇਆ ਮਿਕਸ ਹੋਇਆ ਹਿੰਦੂ ਤੇ ਮੁਸਲਮਾਨ ਦਾ ਭੇਖ ਸੀਗਾ। ਚੌਪਈ ਸੁੰਦਰ ਸਮਸ ਸਿਤਾ ਸਿਤ ਸੋ ਹੈ। ਸਤਿਗੁਰਾਂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਾੜਾ ਜਿਹੜਾ ਸੀਗਾ ਨਾ, ਉਹ ਜਿਹੜਾ ਸੀ ਵਿੱਚੋਂ ਜਿਹੜੇ ਹਨ ਚਿੱਟੇ ਵੀ ਹਨ ਤੇ ਕਾਲੇ ਵੀ ਹਨ। ਸੋ ਚਿੱਟਾ ਕਾਲਾ ਜਿਹੜਾ ਦਾੜਾ ਸਤਿਗੁਰਾਂ ਦਾ ਐਸਾ ਸੰਪੂਰਨ ਸੁੰਦਰ ਸੀ। ਬੋਲਤ ਗੁਣੀਨ ਕੇ ਮਨ ਮੋਹ ਹੈ। ਬੋਲਤ ਗੁਣੀਨ ਕੇ ਕਹਿਣ ਲੱਗੇ ਬੋਲਤ ਜੋ ਮਹਾਰਾਜ ਦੇ ਬਚਨ ਸਨ ਉਹ ਵੱਡੇ ਵੱਡੇ ਗੁਣੀ ਗਿਆਨੀਆਂ ਵਾਲੇ ਸਨ, ਜੋ ਗਿਆਨ ਨੂੰ ਪ੍ਰਗਟ ਕਰਨ ਵਾਲੇ, ਗਿਆਨ ਨੂੰ ਕਰਾਉਣ ਵਾਲੇ ਸਨ, ਜੋ ਮਨ ਨੂੰ ਮੋਹਣ ਵਾਲੇ ਹਨ, ਜੋ ਮਨ ਨੂੰ ਮੈਸਮਰਾਈਜ਼ ਕਰਨ ਵਾਲੇ ਹਨ। ਤੁਰਕ ਮਿਲੈ ਕੋ ਸੰਸੈ ਕਰ ਏ। ਸੋ ਤੁਰਕ ਜਿਹੜੇ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ ਉਹ ਸੰਸਾ ਕਰਦੇ ਹਨ, ਸ਼ੱਕ ਕਰਦੇ ਹਨ। ਤੁਰਕੀ ਰੀਤ ਜਵਾਬ ਉਚਰੀ। ਕਹਿਣ ਲੱਗੇ ਉਹਨਾਂ ਨੂੰ ਜਿਹੜਾ ਹਨ ਜਦੋਂ ਉਹ ਆ ਕੇ ਸਤਿਗੁਰਾਂ ਨਾਲ ਬਚਨ ਬਲਾਸ ਕਰਦੇ ਹਨ, ਸਤਿਗੁਰੂ ਜੀ ਉਹ ਤੁਰਕੀ ਮੁਸਲਮਾਨ ਇਸਲਾਮ ਦੇ ਜਿਹੜੇ ਹਨ ਉਪਦੇਸ਼ ਉਹਨਾਂ ਨੂੰ ਦਿੰਦੇ ਹਨ। ਜਿਵੇਂ ਇਸਲਾਮ ਵਿੱਚ ਆਉਂਦਾ ਹੈ ਉਪਦੇਸ਼, ਉਹੀ ਉਪਦੇਸ਼ ਨੂੰ ਲੈ ਕੇ ਉਹਨਾਂ ਨੂੰ ਗਿਆਨ ਕਰਾਉਂਦੇ ਹਨ। ਸਤਿਗੁਰੂ ਜੀ ਉਹਨਾਂ ਦੀ ਭਾਸ਼ਾ ਵਿੱਚ ਹੀ ਉਹਨਾਂ ਨੂੰ ਦੱਸਦੇ ਹਨ। ਉਹਨਾਂ ਦੇ ਜਿਹੜੇ ਹਨ ਸਕੂਲਸ ਆਫ ਥਾਟ ਦੇ ਰਾਹੀਂ ਉਹਨਾਂ ਨੂੰ ਗਿਆਨ ਨੂੰ ਸਮਝਾਉਂਦੇ ਹਨ, ਉਹਨਾਂ ਨੂੰ ਤੱਤ ਸਮਝਾਉਂਦੇ ਹਨ। ਹਿੰਦੂ ਆਏ ਬੂਝ ਹੈ ਕੋ। ਜੇ ਕੋਈ ਹਿੰਦੂ ਆ ਕੇ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਉੱਤਰ ਪਾਏ ਹਿੰਦੂ ਕਾ ਸੋ। ਫਿਰ ਸਤਿਗੁਰੂ ਜੀ ਸ਼ਾਸਤਰਾਂ ਵੇਦਾਂ ਵਿੱਚੋਂ ਪੁਰਾਣਾਂ ਵਿੱਚੋਂ ਜਿਹੜਾ ਹੈ ਉਪਦੇਸ਼ ਲੈ ਕੇ ਉਹਨਾਂ ਨੂੰ ਦਿੰਦੇ ਹਨ, ਉਹੀ ਤਰੀਕੇ ਨਾਲ ਉਹਨਾਂ ਨੂੰ ਸਮਝਾਉਂਦੇ ਹਨ। ਮਨੁਜਨ ਤੇ ਕੁਛ ਜਾਏ ਨਾ ਜਾਣਾ। ਮਨੁੱਖਾਂ ਤੋਂ ਕੁਝ ਜਾਣਿਆ ਨਹੀਂ ਜਾਂਦਾ। ਕਹਿੰਦੇ ਇਹ ਮੁਸਲਮਾਨ ਹੈ ਜਾਂ ਇਹ ਹਿੰਦੂ ਆ, ਕਿਉਂਕਿ ਲੋਕਾਂ ਨੂੰ ਤਾਂ ਇਹੀ ਚਾਹੀਦਾ ਨਾ, ਉਹ ਤਾਂ ਲਾਈਨ ਡਰਾਅ ਕਰਨ ਵਾਸਤੇ ਹੁੰਦੇ ਹਨ ਵੀ ਇਹ ਮੁਸਲਮਾਨ ਹੈ ਇਹ ਹਿੰਦੂ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਾ ਕੇ ਕੋਈ ਵੀ ਨਹੀਂ ਕਹਿ ਸਕਦਾ ਵੀ ਇਹ ਹਿੰਦੂ ਆ ਜਾਂ ਮੁਸਲਮਾਨ ਹੈ, ਕਿਉਂਕਿ ਗਿਆਨ ਵਿੱਚ ਵੀ ਮਹਾਰਾਜ ਦਾ ਕੋਈ ਫਰਕ ਨਹੀਂ ਤੇ ਮਹਾਰਾਜ ਦੇ ਭੇਖ ਵਿੱਚ ਵੀ ਕੋਈ ਫਰਕ ਨਹੀਂ। ਕੀਨ ਬੇਖ ਅਸ ਸ੍ਰੀ ਸੁਖਦਾਨਾ। ਸੋ ਐਸਾ ਭੇਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ। ਮਾਰਗ ਚਲੇ ਜਾਹੇ ਜਗਤੇ ਸਾ। ਮਹਾਰਾਜ ਜਗਤ ਤੇ ਇਹ ਜਗਤ ਦੇ ਸਵਾਮੀ ਜਿਹੜੇ ਮਾਰਗ ਤੇ ਚੱਲਦੇ ਹਨ। ਸਿਮਰੋ ਨਾਮ ਦੇਹੇ ਉਪਦੇਸਾ। ਮਹਾਰਾਜ ਪਰਮੇਸ਼ਰ ਦੇ ਵਾਹਿਗੁਰੂ ਦੇ ਸਿਮਰਨ ਕਰਨ ਦਾ ਹੀ ਉਪਦੇਸ਼ ਸਾਰਿਆਂ ਨੂੰ ਇੱਕ ਸਾਰ ਦਿੰਦੇ ਹਨ। ਬਿਖੈ ਬਿਕਾਰਨ ਸਰਬ ਵਿਹਾਈ। ਤੇ ਲੋਕਾਂ ਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਕਰਦੇ ਹਨ। ਕਹਿੰਦੇ ਹਨ ਵੀ ਵਿਸ਼ੇ ਵਿਕਾਰ ਨਾ ਕਰੋ, ਬਿਰਤੀ ਜਿਹੜੀ ਨਾਮ ਵਿੱਚ ਜੋੜਨਾ ਕਰੋ। ਸਤ ਸੰਗਤ ਸੇਵ ਹੋ ਮਨ ਲਾਈ। ਤੇ ਇਹੀ ਉਪਦੇਸ਼ ਸਤਿਗੁਰੂ ਜੀ ਦਿੰਦੇ ਹਨ, ਸਤ ਸੰਗਤ ਦੀ ਸੇਵਾ ਕਰੋ, ਮਨ ਲਾ ਕੇ ਕਰੋ, ਪ੍ਰੇਮ ਨਾਲ ਕਰੋ ਤੇ ਪਰਮੇਸ਼ਰ ਦਾ ਨਾਮ ਜਪੋ, ਸਿਮਰਨ ਕਰੋ। ਇਹੀ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਹੀ ਦਿੰਦੇ ਹਨ, ਭਾਵੇਂ ਕੋਈ ਵੀ ਧਰਮ ਦਾ ਹੋਵੇ, ਭਾਵੇਂ ਕੋਈ ਵੀ ਜਾਤ ਦਾ ਹੋਵੇ। ਬਿਖੈ ਬਿਕਾਰਨ ਸਰਬ ਵਿਹਾਈ। ਸਤ ਸੰਗਤ ਸੇਵੋ ਮਨ ਲਾਈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਦਿੱਲੀ ਅਰ ਮਰਦਾਨੇ ਕੋ ਪ੍ਰਸੰਗ ਵਰਣਨੰ ਨਾਮ 21ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।